ਚੜਨ ਵਾਲਿਓ ਹੱਕਾਂ ਦੀ ਪੇਟ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸਹੁੰ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ। ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਭਾਰਤੀ ਜੀ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਔਰ ਸਾਡਾ ਸਾਥ ਠੀਕ 6:30 ਵਜੇ ਤੱਕ ਰਹੇਗਾ ਪਲੈਨਟ 104.6 FM ਦੇ ਮਾਧਿਅਮ ਤੋਂ ਔਰ ਅੱਜ ਦੇ ਪ੍ਰੋਗਰਾਮ ਦਾ ਵੇਰਵਾ ਤੁਹਾਨੂੰ ਦੱਸਦੇ ਚੱਲੀਏ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ ਕਿ ਪੰਜਾਬ ਤੋਂ ਸਾਡੇ ਜਿਹੜੇ ਅੱਜ ਮੁੱਖ ਮਹਿਮਾਨ ਨੇ ਉਹਨਾਂ ਨਾਲ ਫੋਨ ਰਾਹੀਂ ਰਾਬਤਾ ਕਰਕੇ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ ਤੋ ਅਸੀਂ ਡਾਕਟਰ ਸੁਖਪਾਲ ਸਿੰਘ ਜਿਹੜੇ ਕਿ ਸੀਨੀਅਰ ਇਕੋਨੋਮਿਸਟ ਨੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਉਹ ਇਸ ਵਕਤ ਪ੍ਰੋਫੈਸਰਸ਼ਿਪ ਕਰ ਰਹੇ ਨੇ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਵਿਸ਼ਾ ਗੱਲਬਾਤ ਦਾ ਹੈ ਕਿ ਭਾਰਤ ਸਰਕਾਰ ਨੇ ਇਸ ਵਕਤ ਤਿੰਨ ਜਿਹੜੇ ਨੇ ਕਾਨੂੰਨ ਪਾਸ ਸ਼ਾਇਦ ਭਾਰਤੀ ਜੀ ਕਰ ਦਿੱਤੇ ਨੇ ਜਾਂ ਕਰਨ ਜਾ ਰਹੇ ਨੇ ਮੇਰੇ ਖਿਆਲ ਆਰਡੀਨੈਂਸ ਦੇ ਰਾਹੀਂ ਉਹ ਕਰਨਾ ਚਾਹੁੰਦੇ ਨੇ ਕਾਨੂੰਨ ਪਾਸ ਔਰ ਉਹ ਜਿਹੜੇ ਕਾਨੂੰਨ ਨੇ ਡਾਕਟਰ ਸੁਖਪਾਲ ਸਿੰਘ ਹੋਰਾਂ ਦਾ ਆਰਟੀਕਲ ਦੇ ਹਵਾਲੇ ਨਾਲ ਮੈਂ ਗੱਲ ਕਰ ਰਹੀ ਹਾਂ ਪਲੱਸ ਜਲਦ ਹੀ ਉਹ ਖੁਦ ਵੀ ਤੁਹਾਨੂੰ ਆਪੇ ਸਾਰੀ ਗੱਲ ਸਮਝਾਉਣਗੇ ਉਹ ਲੱਗਦਾ ਹੈ ਕਿ ਕਿਸਾਨਾਂ ਦੇ ਔਰ ਖੇਤ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਜਾਣਗੇ ਇਹ ਕਾਨੂੰਨ ਤੋ ਜਲਦ ਹੀ ਅਸੀਂ ਡਾਕਟਰ ਸੁਖਪਾਲ ਸਿੰਘ ਹੋਰਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜੇ ਇੱਥੇ ਸਥਾਨਕ ਮਸਲੇ ਨੇ ਖਾਸ ਤੌਰ ਤੇ ਟੈਂਪਰੇਰੀ ਵੀਜ਼ਾ ਹੋਲਡਿੰਗ ਮਾਈਗ੍ਰੈਂਟਸ ਨੂੰ ਲੈ ਕੇ ਜਿਹੜੇ ਇੱਥੇ ਨਿਊਜ਼ੀਲੈਂਡ ਵਿੱਚ ਨੇ ਔਰ ਜਿਹੜੇ ਨਿਊਜ਼ੀਲੈਂਡ ਤੋਂ ਬਾਹਰ ਵਿਚਾਰੇ ਫਸੇ ਹੋਏ ਨੇ ਬਾਰਡਰ ਬੰਦ ਹੋਣ ਕਰਕੇ ਕੋਵਿਡ-19 ਦੇ ਸਿਲਸਿਲੇ ਵਿੱਚ ਉਹਨਾਂ ਲਈ ਕਿਸ ਤਰ੍ਹਾਂ ਦੇ ਜਿਹੜੇ ਉਦਮ ਕੀਤੇ ਜਾ ਰਹੇ ਨੇ ਔਰ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੇ ਪੀੜਤ ਮਾਈਗ੍ਰੈਂਟ ਨੇ ਉਹ ਕੀ ਕੁਝ ਕਰਨਾ ਚਾਹੁੰਦੇ ਨੇ ਔਰ ਪਿਛਲੇ ਸ਼ਨੀਚਰਵਾਰ ਵੀਕਐਂਡ ਤੇ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਦੀ ਇੱਕ ਜਿਹੜੀ ਮੂਵਮੈਂਟ ਹੈ ਮਾਈਗ੍ਰੈਂਟ ਲਾਈਵਸ ਮੈਟਰ ਉਹਦੇ ਤਹਿਤ ਇੱਕ ਪਬਲਿਕ ਮੀਟਿੰਗ ਵੀ ਹੋਈ ਤੋ ਉਹ ਸਾਰੀ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਸਾਂਝ ਪਾਵਾਂਗੇ ਔਰ ਆਉਂਦੇ ਸਮੇਂ 'ਚ ਕੀ ਕੁਝ ਉਲੀਕਿਆ ਗਿਆ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਾਂਗੇ ਤੋ ਹੁਣ ਦੋਸਤੋ ਅਸੀਂ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਡਾਕਟਰ ਸੁਖਪਾਲ ਸਿੰਘ ਹੋਰਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਫਿਕਰਾਂ ਵਿੱਚ ਮਜ਼ਦੂਰ ਦੇਸ਼
तमाम श्रोतिਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ ਇਸ ਸਮੇਂ ਸਾਡੇ ਨਾਲ ਪੰਜਾਬ ਲੁਧਿਆਣਾ ਤੋਂ ਫੋਨ ਲਾਈਨ ਤੇ ਹੋ ਗਏ ਨੇ ਡਾਕਟਰ ਸੁਖਪਾਲ ਸਿੰਘ, ਜਿਹੜੇ ਕਿ ਸੀਨੀਅਰ ਇਕੋਨੋਮਿਸਟ ਨੇ ਐਗਰੀਕਲਚਰਲ ਮਾਰਕੀਟਿੰਗ ਵਿੱਚ ਔਰ ਸਾਬਕਾ ਹੈਡ ਆਫ ਡਿਪਾਰਟਮੈਂਟ ਨੇ ਇਕਨੋਮਿਕਸ ਔਰ ਸੋਸ਼ੀਓਲੋਜੀ ਦਾ ਡਿਪਾਰਟਮੈਂਟ ਜਿਹੜਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਹੈ ਔਰ ਇਸ ਵਕਤ ਵੀ ਉਹ PAU ਵਿੱਚ ਹੀ ਪ੍ਰੋਫੈਸਰ ਨੇ। ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੇ 3 ਕਾਲੇ ਕਾਨੂੰਨ ਹੀ ਅਸੀਂ ਉਹਨਾਂ ਨੂੰ ਕਹਾਂਗੇ, ਜਿਹੜੇ 3 ਕਾਲੇ ਕਾਨੂੰਨ ਆਰਡੀਨੈਂਸ ਦੇ ਰਾਹੀਂ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਔਰ ਕਿਸਾਨਾਂ ਤੇ ਔਰ ਖੇਤ ਮਜ਼ਦੂਰਾਂ ਤੇ ਇਹ ਕਾਨੂੰਨਾਂ ਦਾ ਕਿਹੋ ਜਿਹਾ ਪ੍ਰਭਾਵ ਪੈ ਸਕਦਾ ਹੈ। ਤਾਂ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵੀਰ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। शुक्रिया जी, बहुत बहुत शुक्रिया। हाँ जी, ये असी तुहानू प्रोफैसर साहब या डॉक्टर साहब इस करके नहीं कह रहे क्योंकि साडे तुसी दोस्त भी हो, साडे परिवारक मैंबर भी हो, सो बहुत बहुत धन्यवाद तुहाडा टाइम देने वास्ते। तो वीर जी बहुत मेरे ख्याल अज दा जिहड़ा विषय है वो भारत वास्ते, पंजाब वास्ते, किसानां वास्ते, मजदूरां वास्ते एक बहुत अहम असी ऐ कह सकते हैं कि जिवें ਇਹ ਦੂਸਰਾ ਹਰਾ ਇਨਕਲਾਬ ਭਾਰਤ ਦੇ ਉੱਪਰ ਲਾਗੂ ਹੋਣ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਪਹਿਲੇ ਵਾਲੇ ਹਰੇ ਇਨਕਲਾਬ ਦੇ ਜਿਹੜੇ ਕੌਨਸੀਕੁਐਂਸਿਸ ਨਤੀਜੇ ਨੇ ਉਹ ਕਿੰਨੇ ਖਤਰਨਾਕ ਸੀਗੇ। ਸੋ ਵੀਰ ਜੀ ਮੈਂ ਨਾ ਤੁਹਾਡਾ ਜਿਹੜਾ ਆਰਟੀਕਲ ਹੈ ਆਰਡੀਨੈਂਸ ਅਤੇ ਖੇਤੀਬਾੜੀ ਅਰਥਚਾਰੇ ਦਾ ਭਵਿੱਖ, ਉਹਦੀਆਂ ਮੈਂ ਪਹਿਲਾਂ 2 ਲਾਈਨਾਂ ਪੜ੍ਹਨੀਆਂ ਚਾਹੂੰਗਾ ਕਿਉਂਕਿ ਉਹ 'ਚ ਮਹੱਤਵਪੂਰਨ ਨੇ ਉਹ ਬਹੁਤ ਜ਼ਿਆਦਾ। ਤੁਸੀਂ ਆਪਣੇ ਆਰਟੀਕਲ ਦੇ ਵਿੱਚ ਲਿਖਿਆ, ਜੀ ਹਾਂ, ਕੇਂਦਰ ਸਰਕਾਰ ਨੇ ਖੇਤੀ ਸੈਕਟਰ ਵਿੱਚ ਇਤਿਹਾਸਕ ਕਦਮ ਚੁੱਕਿਆ ਹੈ। ਇਹ ਬਿਲਕੁਲ ਇਤਿਹਾਸਕ ਹੋ ਨਿਬੜੇਗਾ, ਪਰ ਸਵਾਲ ਇਹ ਹੈ ਕਿ ਇਸ ਇਤਿਹਾਸਕ ਕਦਮ ਨੂੰ ਲਿਖਿਆ ਸੁਨਹਿਰੀ ਅੱਖਰਾਂ 'ਚ ਜਾਵੇਗਾ ਜਾਂ ਕਾਲੇ ਅੱਖਰਾਂ ਦੇ ਵਿੱਚ। ਸੋ ਅਸੀਂ ਇਸ ਗੱਲਬਾਤ ਤੋਂ ਬਾਅਦ ਇਹ ਨਤੀਜੇ ਤੱਕ ਜ਼ਰੂਰ ਪਹੁੰਚਾਂਗੇ ਕਿ ਇਹ ਬਿਲਕੁਲ ਕਾਲੇ ਅੱਖਰਾਂ ਵਿੱਚ ਹੀ ਲਿਖਿਆ ਜਾਏਗਾ। ਸੋ ਵੀਰ ਜੀ ਸਾਡੇ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਪਹਿਲਾਂ ਤੇ ਇਹ ਦੱਸੋ ਕਿ ਇਹ ਜਿਹੜਾ ਖੇਤੀਬਾੜੀ ਆਰਡੀਨੈਂਸ ਦਾ ਮਤਲਬ ਕਿ ਇਹ ਹੁਕਮ ਹੋਊਗਾ, ਇਹਦੇ ਵਿੱਚ ਕੋਈ ਕੰਸਲਟੇਸ਼ਨ ਨਹੀਂ ਹੈਗੀ, ਇਹ ਬਿਲਕੁਲ ਇੱਕ ਹੁਕਮ ਵਾਂਗੂ ਭਾਰਤ ਦੇ ਉੱਪਰ ਲਾਗੂ ਹੋਊਗਾ। ਇਹ ਕੀ ਹੈ ਕਿ ਇਹਦੇ ਵਿੱਚ ਜਿਹੜੀਆਂ 3 ਜਿਹੜੇ ਕਾਨੂੰਨ ਨੇ ਉਹ ਕਿਹੜੇ ਨੇ? ਧੰਨਵਾਦ ਜੀ ਭਗਤ ਜੀ। ਜਿਵੇਂ ਤੁਸੀਂ ਦੱਸਿਆ ਕਿ ਇਹ ਖੇਤੀ ਸੈਕਟਰ ਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਕਦਮ ਹੈ ਜੀ, ਜਿਹਨੂੰ ਕਿਹਾ ਜਾਂਦਾ ਕਿ ਅਸੀਂ ਇੱਕ ਹਿਸਟੋਰਿਕ ਕਦਮ ਚੁੱਕ ਰਹੇ ਹਾਂ ਖੇਤੀ ਸੁਧਾਰਾਂ ਦੇ ਵਿੱਚ, ਖੇਤੀ ਦਾ ਸੁਧਾਰ ਕਰ ਦਾਂਗੇ ਬਹੁਤ ਵੱਡੇ ਪੱਧਰ ਤੇ ਜੀ। ਤਾਂ ਇਸ ਕੋਰੋਨਾ ਦੌਰ ਦੇ ਵਿੱਚ ਇੱਕ ਖੇਤੀ ਦੇ ਵਿੱਚ ਸੁਧਾਰ ਦੇ ਨਾਮ ਤੇ ਕਹਿ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ, ਜਿਹੜਾ ਖੇਤੀ ਸੈਕਟਰ ਨੂੰ ਜਿਹੜਾ ਕਾਫੀ ਜਿਹੜਾ ਤਬਾਹ ਕਰਨ ਵਾਲੀ ਦਿਸ਼ਾ ਦੇ ਵਿੱਚ ਲੈ ਕੇ ਜਾਊਗਾ। ਉਹਦੇ ਵਿੱਚ ਕੀ ਹੈ ਕਿ 3 ਆਰਡੀਨੈਂਸ ਕੇਂਦਰ ਸਰਕਾਰ ਲੈ ਕੇ ਆਈ ਹੈ। ਉਹਦੇ ਚ ਪਹਿਲਾ ਆਰਡੀਨੈਂਸ ਹੈ ਕਿ ਐਸੈਂਸ਼ੀਅਲ ਕਮੋਡਿਟੀ ਜਿਹੜਾ ਆਰਡੀਨੈਂਸ ਹੈਗਾ ਜੀ, ਜ਼ਰੂਰੀ ਵਸਤਾਂ ਸੋਧ ਆਰਡੀਨੈਂਸ 2020 ਉਹਨਾਂ ਨੇ ਕਿਹਾ ਜੀ। ਇਸੇ ਤਰ੍ਹਾਂ ਹੀ ਇੱਕ ਦੂਸਰਾ ਆਰਡੀਨੈਂਸ ਹੈਗਾ ਕਿਸਾਨਾਂ ਦੀ ਉਪਜ, ਵਪਾਰ ਤੇ ਵਣਜ ਨਾਲ ਸੰਬੰਧਿਤ ਆਰਡੀਨੈਂਸ 2020 ਕਿਹਾ। ਇਹ ਤੀਸਰਾ ਆਰਡੀਨੈਂਸ ਹੈ ਉਹ ਕੀਮਤ ਗਰੰਟੀ ਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਨੂੰ ਤਕੜਾ ਕਰਨਾ ਤੇ ਸੁਰੱਖਿਆ ਕਰਨਾ, ਉਹਦਾ ਆਰਡੀਨੈਂਸ 2020 ਹੈ। ਤਾਂ ਇਹ ਜਿਹੜੇ 3 ਆਰਡੀਨੈਂਸ ਨੇ ਇਹ ਲਗਭਗ ਇੱਕ ਦੂਜੇ ਨਾਲ ਜੁੜੇ ਹੋਏ ਨੇ, ਇਹ ਜੁੜੀ ਰੂਪ ਦੇ ਵਿੱਚ ਆਏ ਨੇ ਕਿਉਂਕਿ ਪੂਰੇ ਦਾ ਪੂਰਾ ਇੱਕ ਪੈਕੇਜ ਹੈ ਜਿਹਦੇ ਥਰੂ ਹੀ ਖੇਤੀ ਦੇ ਵਿੱਚ ਇਤਿਹਾਸਕ ਕਦਮ ਚੁੱਕਿਆ ਜਾ ਸਕਦਾ ਸੀਗਾ। ਜੇ ਤੁਸੀਂ ਇਹਦੇ ਵਿੱਚ ਇੱਕ ਨੂੰ ਇੱਧਰ ਉੱਧਰ ਕਰ ਦਿਓਗੇ ਤਾਂ ਕੁਛ ਕਦਮ ਥੋੜਾ ਘੱਟ ਰਹਿ ਜਾਣਾ ਸੀ, ਪੂਰੇ ਰਿਫਾਰਮ ਹੋਣੇ ਨਹੀਂ ਸੀ। ਪੂਰੇ ਰਿਫਾਰਮ ਕਰਨ ਲਈ ਸਾਨੂੰ 3 ਆਰਡੀਨੈਂਸ ਹੈ ਜਿਹੜੇ ਉਹ ਬੜੇ ਮਤਲਬ ਹਿੱਲੇ ਹੋਣੇ ਪਏ ਤੇ ਲਿਆਂਦੇ ਵੀ ਬੜੀ ਮਤਲਬ ਇਸ ਤਰ੍ਹਾਂ ਬੜੀ ਜਿਹੜੀ ਹੁੰਦੇ ਨੇ ਐਫੀਸ਼ੀਐਂਸੀ ਦੇ ਨਾਲ ਲੈ ਕੇ ਆਏ ਨੇ ਸਰਕਾਰ। ਹਾਲਾਂਕਿ ਸਰਕਾਰ ਜਿਹੜੀ ਕਰੋਨਾ ਦੇ ਵਿੱਚ ਰੁੱਝੀ ਹੋਈ ਸੀ, ਬੜਾ ਵੱਡਾ ਸਾਡੇ ਚ ਸੰਕਟ ਹੈਗਾ, ਪਰ ਅਸੀਂ ਉਹਦੀ ਬਹੁਤੀ ਪਰਵਾਹ ਨਾ ਕਰਦੇ ਹੋਏ ਬਹੁਤ ਜ਼ਰੂਰੀ ਸੀਗੇ, ਬੜੇ ਅਹਿਮ ਜਿਹੜੀਆਂ ਟਾਈਮ ਸੀਗਾ ਜਿਹਦੇ ਵਿੱਚ ਅਸੀਂ ਇਹ ਲੈ ਕੇ ਆਏ ਤੇ ਸਾਨੂੰ ਬੜਾ ਸੱਦਾ ਨਹੀਂ ਸੀਗਾ ਜੀ। ਤਾਂ ਇਹ 3 ਕਿਉਂ ਨਹੀਂ ਸੀ ਕਰਦਾ, ਇਹ ਗੱਲ ਵੀ ਮੈਂ ਵਿਆਖਿਆ ਅੱਗੇ ਜਾ ਕੇ ਕਰੂੰਗਾ ਜੀ। ਤੇ ਜਿਹੜਾ ਪਹਿਲਾ ਆਰਡੀਨੈਂਸ ਹੈ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ 2020 ਜੀ, ਉਸ ਵਿੱਚ ਇਹ ਦੱਸਿਆ ਗਿਆ ਕਿ ਖੇਤੀ ਸੈਕਟਰ ਦੇ ਵਿੱਚ ਅਸੀਂ ਕੰਪੀਟੀਸ਼ਨ ਨੂੰ ਵਧਾਉਣਾ ਤੇ ਇਸ ਕੰਪੀਟੀਸ਼ਨ ਵਧਾਉਣ ਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨਾ ਸਾਡਾ ਮੰਤਵ ਹੈ। ਖਪਤਕਾਰਾਂ ਦੇ ਹਿੱਤਾਂ
ਦੇ ਨਾਲ ਰੈਗੂਲੇਟਰੀ ਸਿਸਟਮ ਨੂੰ ਲਿਬਰਲਾਈਜ਼ ਕਰਨਾ, ਉਦਾਰ ਕਰਨਾ, ਸੁਖਾਲਾ ਕਰਨਾ, ਇਹ ਸਾਡਾ ਜਿਹੜਾ ਮੰਤਵ ਹੈ ਜਿਹੜਾ ਆਰਡੀਨੈਂਸ ਦੇ ਵਿੱਚ ਹੈ। ਤਾਂ ਕਰਕੇ ਅਸੀਂ ਇਹ ਆਰਡੀਨੈਂਸ ਲਿਆ ਰਹੇ ਹਾਂ। ਇਸ ਦੇ ਨਾਲ ਜਿਹੜਾ ਦੂਜਾ ਆਰਡੀਨੈਂਸ ਹੈ ਕਿਸਾਨ ਉਪਜ, ਵਪਾਰ ਅਤੇ ਵਣਜ ਦੇ ਨਾਲ ਸੰਬੰਧਿਤ, ਉਹਦੇ ਵਿੱਚ ਦੱਸਿਆ ਕਿ ਸਾਡਾ ਉਦੇਸ਼ ਇਹ ਹੈ ਕਿ ਕਿਸਾਨ ਆਪਣੀ ਫਸਲ ਕਿਤੇ ਮਰਜ਼ੀ ਜਾ ਕੇ ਵੇਚੇ, ਉਹਨੂੰ ਪੂਰੀ ਸੁਤੰਤਰਤਾ ਹੈ। ਉਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਇੱਥੇ ਆਪਣੀ ਮੰਡੀ ਨਾਲ ਜੁੜਿਆ ਰਹੇ, ਉਹ ਪੂਰੇ ਭਾਰਤ ਦੇ ਵਿੱਚ ਤੇ ਕਿਤੇ ਮਰਜ਼ੀ ਇਵਨ ਬਾਹਰ ਦੇ ਵਿੱਚ ਜਾ ਕੇ ਵੀ ਵੇਚ ਸਕਦਾ ਹੈ। ਤੇ ਉਹਨੂੰ ਅਸੀਂ ਬਦਲਵੇਂ ਮੰਡੀ ਦੇ ਚੈਨਲ ਅਸੀਂ ਮੁਹੱਈਆ ਕਰਾਂਗੇ, ਜਿਵੇਂ ਈ-ਨੈਮ ਇਲੈਕਟ੍ਰੋਨਿਕ ਸਿਸਟਮ ਹੈਗਾ, ਉਹਦੇ ਥਰੂ ਉਹ ਵੇਚ ਸਕਦਾ, ਕਈ ਕੁਛ ਕਰ ਸਕਦਾ। ਤਾਂ ਇਹਦੇ ਨਾਲ ਹੀ ਇੱਕ ਕੰਪੀਟੀਸ਼ਨ ਵਧੂਗਾ, ਇਹ ਕੰਪੀਟੀਸ਼ਨ ਦੇ ਵਿੱਚ ਵਧਣ ਦੇ ਕਰਕੇ ਉਹਨੂੰ ਜਿਹੜੇ ਵੱਧ ਭਾਅ ਮਿਲਣਗੇ। ਤਾਂ ਤੀਜਾ ਜਿਹੜਾ ਆਰਡੀਨੈਂਸ ਲਿਆਂਦਾ ਉਹ ਹੈਗਾ ਕੀਮਤ ਗਰੰਟੀ ਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨਾਂ ਨੂੰ ਤਕੜਾ ਕਰਨਾ ਤੇ ਉਹਨਾਂ ਦੀ ਸੁਰੱਖਿਆ ਕਰਨੀ। ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਇਹਦਾ ਮੰਤਵ ਇਹ ਹੈ ਕਿ ਖੇਤੀ ਦੇ ਵਿੱਚ ਇੱਕ ਅਸੀਂ ਨੈਸ਼ਨਲ ਪੱਧਰ ਦਾ ਇੱਕ ਸਿਸਟਮ ਡਿਵੈਲਪ ਕਰਾਂਗੇ ਤੇ ਜਿਹਦੇ ਰਾਹੀਂ ਕਿਸਾਨ ਤਕੜੇ ਹੋਣਗੇ, ਤਾਕਤਵਰ ਹੋਣਗੇ, ਤਾਂ ਕਿ ਉਹ ਜਿਹੜੀਆਂ ਫਰਮਾਂ ਨੇ, ਤਾਂ ਕਿ ਜਿਹੜੇ ਪ੍ਰੋਸੈਸਰ ਨੇ, ਜਿਹੜੇ ਹੋਲਸੇਲਰ ਵਪਾਰੀ ਨੇ, ਜਾਂ ਜਿਹੜੇ ਐਕਸਪੋਰਟਰ ਨੇ, ਜਾਂ ਖੇਤੀ ਦੇ ਨਾਲ ਹੋਰ ਜਿਹੜੀਆਂ ਜੁੜੀਆਂ ਹੋਈਆਂ ਮਤਲਬ ਜਿਹੜੀਆਂ ਸੇਵਾਵਾਂ ਨੇ, ਉਹਦੇ ਮੁਕਾਬਲੇ ਦੇ ਵਿੱਚ ਆ ਸਕਣ, ਉਹਦਾ ਮੁਕਾਬਲਾ ਕਰ ਸਕਣ। ਅਸੀਂ ਉਹਦਾ ਸਿਸਟਮ ਬਣਾ ਦਾਂਗੇ ਤੇ ਕੀਮਤ ਦੀ ਗਰੰਟੀ ਤੇ ਖੇਤੀ ਸੇਵਾਵਾਂ ਨਾਲ ਸੰਬੰਧਿਤ ਕਿਸਾਨਾਂ ਨੂੰ ਹੀ ਤਕੜਾ ਕਰਨ ਦੀ ਸੁਰੱਖਿਆ ਵੀ ਕਰਾਂਗੇ, ਤਾਂ ਕਿ ਨੈਸ਼ਨਲ ਲੈਵਲ ਦਾ ਇੱਕ ਸਿਸਟਮ ਬਣ ਜਾਊਗਾ ਜਿਹਦੇ ਵਿੱਚ ਕਿਸਾਨ ਨੇ ਜਿਹੜੇ ਤਕੜੇ ਹੋਣਗੇ। ਤਾਂ ਇਹ ਦੱਸੇ ਗਏ ਮੰਤਵ ਨੇ ਜਿਹਨਾਂ ਦੀ ਮੈਂ ਗੱਲ ਕਰਦਾ। ਹਾਂਜੀ, ਔਰ ਸੁਣਨ ਨੂੰ ਬਹੁਤ ਚੰਗੇ ਲੱਗ ਰਹੇ ਨੇ ਜੀ ਇਹ। ਸੁਣਨ ਨੂੰ ਬਹੁਤ ਚੰਗੇ ਲੱਗ ਰਹੇ। ਤਾਂ ਅਸੀਂ ਜਿਵੇਂ ਤੁਸੀਂ ਕਹਿੰਦੇ ਸੁਣਨ ਨੂੰ ਬਹੁਤ ਚੰਗੇ ਲੱਗ ਰਹੇ, ਅਸਲ ਦੇ ਵਿੱਚ ਜਦੋਂ ਅਸੀਂ ਉੱਪਰੋਂ ਨਿਗਾਹ ਮਾਰਾਂਗੇ ਤਾਂ ਇਹ ਬਹੁਤ ਚੰਗੇ ਲੱਗਦੇ, ਇਹਨਾਂ ਦੀ ਚੰਗੀ ਮੇਕਅਪ ਹੋਈ ਹੈ। ਤੇ ਯਾਰ ਜ਼ਰੂਰੀ ਵਸਤਾਂ ਨੂੰ ਸੋਧ ਨੂੰ ਵੀ ਠੀਕ ਕਰਨ ਦੀ ਲੋੜ ਸੀਗੀ। ਕਿਸਾਨੀ ਉਪਜ ਵਪਾਰ ਵਾਲੇ ਗੱਲ ਚ ਵੀ ਸਾਨੂੰ ਲੋੜ ਹੈਗੀ। ਕਿਸਾਨ ਹੈ ਜਿਹੜਾ ਹੁਣ ਖੇਤੀ ਨਾਲ ਥੋੜਾ ਜਿੰਮ ਲੈਣਗੇ, ਉਹ ਮਾੜਾ ਮੋਟਾ ਕਿਤੇ ਮਰਜ਼ੀ ਜਾ ਕੇ ਇੱਕ ਮੰਡੀ ਨਾਲ ਥੋੜਾ ਜਿੰਮ ਲੈਣਗੇ, ਉਹ ਸਾਰੀ ਜਿਹੜੀ ਪੂਰੀ ਭਾਰਤ ਦੀ ਮੰਡੀ ਉਹਦੀ ਹੋਣੀ ਚਾਹੀਦੀ, ਜਿੱਥੇ ਮਰਜ਼ੀ ਜਾ ਕੇ ਬੱਚੇ ਖੁੱਲਾ ਹੋਣਾ ਚਾਹੀਦਾ। ਚੈਨਲ ਹੋਰ ਬਣਾਓ, ਕਿਉਂ ਇਕੱਲੇ ਇਹੀ ਚੈਨਲ ਰੱਖੇ ਨੇ। ਇਸੇ ਤਰ੍ਹਾਂ ਦੂਜੇ ਦੇ ਵਿੱਚ ਕਿ ਕੀਮਤ ਦੀ ਗਰੰਟੀ ਕਰੋ, ਕਿਸਾਨਾਂ ਨੂੰ ਤਕੜੇ ਕਰੋ, ਉਹ ਵਪਾਰੀਆਂ ਨਾਲ, ਫਰਮਾਂ ਨਾਲ, ਥੋਕ ਦੇ ਵਪਾਰੀਆਂ ਨਾਲ, ਪ੍ਰੋਫੈਸਰਾਂ ਨਾਲ, ਐਕਸਪੋਰਟਰਾਂ ਨਾਲ, ਸਾਰਿਆਂ ਨਾਲ ਉਹ ਮੁਕਾਬਲਾ ਕਰ ਸਕੇ। ਤੇ ਇਹ ਦੇਖਣ ਨੂੰ ਬਹੁਤ ਵਧੀਆ ਲੱਗਦਾ। ਪਰ ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਪਹਿਲਾਂ ਹੁਣ ਅਸੀਂ ਇਹਨਾਂ ਨੂੰ ਦੇਖਦੇ ਹਾਂ ਕਿ ਇਹਦੇ ਵਿੱਚ ਅਸਲ ਇਹਦਾ ਮਤਲਬ ਕੀ ਸੱਚਮੁੱਚ ਹੀ ਸਰਕਾਰ ਨੂੰ ਇਸ ਸਮੇਂ ਦੇ ਵਿੱਚ ਐਸੇ ਨਾਜ਼ੁਕ ਦੌਰ ਦੇ ਵਿੱਚ ਐ ਲਿਆਉਂਦੀ, ਮਤਲਬ ਜਿਹੜੀ ਐਮਰਜੈਂਸੀ ਜਿਹੜੀ ਹੋ ਪਈ ਤੇ ਉਹਨਾਂ ਦੇ ਆਡੀਅנס ਤੋਂ ਕਿ ਇਸ ਤਰ੍ਹਾਂ ਲਿਆਇਆ ਜਾਵੇ ਕਿ ਬਹੁਤ ਸਾਰੀ ਜਦੋਂ ਐਮਰਜੈਂਸੀ ਆ ਜੇ ਤਾਂ ਕੀ ਖੇਤੀ ਦੇ ਵਿੱਚ ਇਹ ਚੀਜ਼ਾਂ ਕਰਨ ਦੀ ਹੈ ਕੋਈ ਵੱਡੀ ਐਮਰਜੈਂਸੀ ਆਈ ਪਈ ਸੀ, ਜਿਹੜਾ ਭੱਜ ਕੇ ਸਾਨੂੰ ਮਤਲਬ ਜਿਹੜਾ ਸਾਨੂੰ ਇੰਨੀ ਕਾਹਲੀ ਨਾਲ ਸਾਡੇ ਜਿਹੜੇ ਮਾਨਯੋਗ ਰਾਸ਼ਟਰਪਤੀ ਜੀ ਨੇ ਉਹਨਾਂ ਨੂੰ ਇੰਨੀ ਕਾਹਲੀ ਦੇ ਨਾਲ ਇਹ ਜਿਹੜਾ ਕਰਨਾ ਪਿਆ ਤੇ ਇਹ ਆਰਡੀਨੈਂਸ ਲਿਆ ਕੇ। ਤਾਂ ਇਹ ਜਿਹੜਾ ਜ਼ਰੂਰੀ ਵਸਤਾਂ ਸੋਧ ਐਸੈਂਸ਼ੀਅਲ ਕਮੇਟੀ ਜਿਹੜਾ ਐਕਟ ਸੀਗਾ 1955 ਦਾ, ਅੱਜ ਨੂੰ ਲਗਭਗ ਮਤਲਬ 65 ਸਾਲ ਦੇ ਕਰੀਬ ਹੈ ਜਿਹੜਾ ਉਹਨੂੰ ਹੋ ਗਏ ਉਹਨੂੰ ਲਾਗੂ ਹੋਏ ਨੂੰ। ਤਾਂ ਅੱਜ ਉਸ ਨੂੰ ਤੋੜ ਦਿੱਤਾ ਗਿਆ, ਉਹਦੀ ਥਾਂ ਤੇ ਕੀਤਾ ਗਿਆ। ਉਹਦੇ ਵਿੱਚ ਇਹ ਸੀਗਾ ਕਿ ਕੋਈ ਵੀ ਬੰਦਾ ਆਪਣੇ ਕੋਲੇ ਜ਼ਿਆਦਾ ਸਟੋਰ ਨਹੀਂ ਕਰ ਸਕਦਾ। ਸਟੋਰ ਕਰਨ ਨਾਲ ਕੀ ਹੁੰਦਾ ਕਿ ਤੁਸੀਂ ਇੱਕ ਮੰਡੀ ਦੇ ਵਿੱਚ ਇੱਕ ਆਰਟੀਫੀਸ਼ੀਅਲ ਜਿਹੜੀ ਪ੍ਰਾਈਸ ਵਧਾਉਂਦੇ ਹੋ, ਸ਼ਾਰਟੇਜ ਕ੍ਰੀਏਟ ਕਰ ਸਕਦੇ ਹੋ, ਸਪਲਾਈ ਐਂਡ ਡਿਮਾਂਡ ਨਾਲ। ਤਾਂ ਸ਼ਾਰਟੇਜ ਕ੍ਰੀਏਟ ਕਰਨ ਨਾਲ ਕੀ ਹੈ ਕਿ ਜਦੋਂ ਤੁਹਾਨੂੰ ਲੋੜ ਹੋਵੇ, ਮਨ ਤੁਸੀਂ ਮੰਡੀ ਦੇ ਵਿੱਚ ਸਮਾਨ ਨੂੰ ਜਿਹੜਾ ਇਕੱਠਾ ਕਰ ਲਓ, ਰੱਖ ਲਓ, ਤੇ ਜਦੋਂ ਮੰਡੀ ਦੇ ਵਿੱਚ ਉਹਦੀ ਆਰਟੀਫੀਸ਼ੀਅਲ ਜਿਹੜੀ ਹੈਗੀ ਹੈ ਸ਼ਾਰਟੇਜ ਹੋ ਜਾਏ, ਘਾਟ ਮਹਿਸੂਸ ਮਤਲਬ ਹੋਵੇ ਲੋਕਾਂ ਨੂੰ, ਡਿਮਾਂਡ ਦੇ ਮੁਕਾਬਲੇ ਜਿਹੜੀ ਸਪਲਾਈ ਘੱਟ ਜੇ, ਤਾਂ ਉਹ ਮੰਡੀ ਦੇ ਵਿੱਚ ਲੈ ਕੇ ਜਾਂਦੇ ਨੇ, ਤੁਹਾਨੂੰ ਵੱਧ ਭਾਅ ਉਹਦੇ ਕੋਲ ਪ੍ਰਾਈਸ ਹਾਈਕ ਕਰਦੇ ਨੇ, ਪ੍ਰਾਈਸ ਜਿਹੜੇ ਵੱਧ ਜਾਂਦੇ ਨੇ, ਕੀਮਤਾਂ ਵੱਧ ਤੇ ਜਿਹਨੂੰ ਅਸੀਂ ਜ਼ਖੀਰੇਬਾਜ਼ੀ ਕਹਿੰਦੇ। ਤਾਂ ਇਹ ਆਰਡੀਨੈਂਸ ਰਾਹੀਂ ਜਿਹੜੀਆਂ ਚੀਜ਼ਾਂ ਨੂੰ 1995 ਤੇ 1955 ਦੇ ਵਿੱਚ ਤੋੜਿਆ ਗਿਆ ਸੀ ਕਿ ਨਹੀਂ ਕਰ ਸਕਦਾ ਕੋਈ, ਹੁਣ ਤੱਕ ਕੋਈ ਵੀ ਵਿਅਕਤੀ ਖੇਤੀ ਦੇ ਹੋਰ ਖਾਦ ਪਦਾਰਥਾਂ ਨੂੰ ਸਟੋਰ ਕਰਕੇ ਉਹਦੀ ਜ਼ਖੀਰੇਬਾਜ਼ੀ ਨਹੀਂ ਸੀ ਕਰ ਸਕਦਾ, ਹੋਲਡਿੰਗ ਨਹੀਂ ਕਰ ਸਕਦਾ, ਉਹ ਮੰਡੀ ਨੂੰ ਪ੍ਰਭਾਵਿਤ ਨਹੀਂ ਸੀ ਕਰ ਸਕਦਾ। ਅੱਜ ਇਸ ਆਰਡੀਨੈਂਸ ਆਉਣ ਤੋਂ ਬਾਅਦ ਇਹ ਹੋ ਗਿਆ ਕਿ
ਇੱਕ ਕਿਸਾਨ ਤਾਂ ਆਪਣੀ ਫਸਲ ਰੱਖ ਸਕਦਾ ਸੀ ਘਰੇ, ਬਾਕੀ ਇਹ ਨਹੀਂ ਕਿ ਅਸੀਂ ਉਹਨੂੰ ਸਟੋਰ ਕਰਕੇ ਰੱਖ ਕੇ ਬਾਅਦ ਦੇ ਵਿੱਚ ਉਹਨੂੰ ਮਹਿੰਗੇ ਭਾਵਾਂ ਤੇ ਵੇਚੀਏ ਤੇ ਕੰਜ਼ਿਊਮਰ ਨੂੰ ਵੀ ਲੁੱਟੀਏ, ਕਿਸਾਨ ਦੀ ਵੀ ਲੁੱਟ ਹੋਵੇ। ਅੱਜ ਇਸ ਆਰਡੀਨੈਂਸ ਆਉਣ ਤੋਂ ਬਾਅਦ ਅਸੀਂ ਇਸ ਗੱਲ ਨੂੰ ਖੁੱਲ੍ਹਾ ਕਰਤਾ ਕਿ ਕੋਈ ਮਰਜ਼ੀ ਬੰਦਾ, ਕੋਈ ਮਰਜ਼ੀ ਕੰਪਨੀ, ਕੋਈ ਪ੍ਰਾਈਵੇਟ ਬੰਦਾ ਖਾਦ ਪਦਾਰਥਾਂ ਨੂੰ, ਖੇਤੀ ਦੀਆਂ ਚੀਜ਼ਾਂ ਲਗਭਗ ਖਾਣ ਵਾਲੀਆਂ ਹੁੰਦੀਆਂ ਨੇ ਸਾਰੀਆਂ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਟੋਰ ਕਰ ਸਕਦਾ, ਸਟੋਰ ਕਰਨ ਤੇ ਜਦੋਂ ਵੀ ਉਹ ਮੰਡੀ ਦੇ ਵਿੱਚ ਵੇਚਣਾ ਚਾਹੀਦਾ ਵੇਚ ਸਕਦਾ। ਬਹੁਤ ਖਤਰਨਾਕ ਜੀ। ਇਹਦੇ ਨਾਲ ਕੀ ਹੋਊਗਾ ਕਿ ਕਿਸਾਨਾਂ ਦੀ ਵੀ ਜਿਹੜੀ ਲੁੱਟ ਹੋਊਗੀ, ਇਹਦੇ ਨਾਲ ਕੀ ਹੋਊਗਾ ਭੁੱਖੀਆਂ ਨੂੰ ਵੀ, ਜਿਹੜੇ ਖਾਣੇ ਕੰਜ਼ਿਊਮਰ ਨੇ ਉਹਨਾਂ ਨੂੰ ਵੀ ਚੀਜ਼ਾਂ ਮਹਿੰਗੀਆਂ ਮਿਲਣਗੀਆਂ। ਇਹ ਕਿਸਾਨ ਭੁੱਖੀ ਵੀ ਹੈ, ਮਜ਼ਦੂਰ ਖਾਣ ਵਾਲਾ ਵੀ ਹੈ, ਤਾਂ ਹੋਰ ਜਿਹੜੇ ਇਸ ਤੋਂ ਵੀ ਥੱਲੇ ਤਬਕੇ ਨੇ, ਕਿਉਂਕਿ ਸਾਡੇ ਕੋਲ ਇੱਕ ਲਾ ਹੈ ਕਿ ਜਿਹੜਾ ਸਾਡਾ ਕੁੱਲ ਖਰਚਾ ਹੁੰਦਾ, ਜਿਹੜਾ ਸਭ ਤੋਂ ਗਰੀਬ ਬੰਦਾ ਜਿਹੜਾ ਪੂਰਾ ਸੈਕਸ਼ਨ ਹੈ ਜੀ, ਉਹਦੀ ਆਮਦਨ ਦਾ ਜਿਹੜਾ ਮੈਕਸੀਮਮ ਹਿੱਸਾ ਹੈ ਉਹ ਖਾਦ ਪਦਾਰਥਾਂ ਤੇ ਲੱਗਦਾ, ਖਾਣ ਵਾਲੀਆਂ ਚੀਜ਼ਾਂ ਤੇ। ਜਿਉਂ ਬੰਦੇ ਦੀ ਆਮਦਨ ਵੱਧਦੀ ਜਾਂਦੀ ਹੈ ਤਿਉਂ ਤਾਂ ਉਹਦੀ ਪ੍ਰਪੋਰਸ਼ਨ ਹੈ ਜਿਹੜੀ ਖਾਦ ਪਦਾਰਥਾਂ ਤੋਂ ਦੂਜੀਆਂ ਚੀਜ਼ਾਂ ਤੇ ਵੱਧਦੀ ਜਾਂਦੀ ਹੈ ਜੀ। ਇਹਦਾ ਮਤਲਬ ਇਹ ਹੋਇਆ ਕਿ ਖੇਤੀ ਵਿੱਚੋਂ ਆਉਣ ਵਾਲੀਆਂ ਵਸਤਾਂ ਜਦੋਂ ਮਹਿੰਗੀਆਂ ਹੁੰਦੀਆਂ ਨੇ ਤਾਂ ਉਦੋਂ ਜਿਹੜੇ ਲੋਕ, ਗਰੀਬ ਲੋਕ ਨੇ, ਉਹਨਾਂ ਤੇ ਸਭ ਤੋਂ ਵੱਧ ਅਸਰ ਪੈਂਦਾ, ਕਿਉਂਕਿ ਇਹ ਵੀ ਕਿਹਾ ਜਾਂਦਾ ਜੋ ਖੇਤੀ ਦੀਆਂ ਕੀਮਤਾਂ ਵਧਾਉਣ ਦੀ ਗੱਲ ਹੁੰਦੀ, ਇਹ ਵੀ ਕਿਹਾ ਜਾਂਦਾ ਜੇਕਰ ਖੇਤੀ ਫਸਲਾਂ ਦੀਆਂ ਅਸੀਂ ਕੀਮਤਾਂ ਨਹੀਂ ਵਧਾ ਸਕਦੇ, ਸਰਕਾਰ ਆਪ ਕਹਿੰਦੀ ਹੈ ਕਿ ਜੇਕਰ ਅਸੀਂ ਫਸਲਾਂ ਦੀਆਂ ਕੀਮਤਾਂ ਵਧਾਤੀਆਂ 1% ਵਾਧਾ ਕਰਨ, ਗਰੀਬੀ ਦੇ ਵਿੱਚ 4% ਵਾਧਾ ਹੋਊਗਾ, ਕਿਉਂਕਿ ਗਰੀਬ ਲੋਕ ਚੌਲਾਂ ਤੇ ਕਣਕ ਨਾਲ ਆਪਣਾ ਢਿੱਡ ਭਰਦੇ ਨੇ। ਤਾਂ ਇਹ ਕਿ ਇਸ ਗੱਲ ਨੂੰ, ਹਾਲਾਂਕਿ ਇਹ ਹੈ ਕਿ ਸਾਨੂੰ ਖੇਤੀ ਦੇ ਵਿੱਚ ਕੀਮਤਾਂ ਨੂੰ ਵਧਾਉਣਾ ਚਾਹੀਦਾ, PDF ਦੇ ਰਾਹੀਂ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਹਦੇ ਰਾਹੀਂ ਸਾਨੂੰ ਜਿਹੜਾ ਜੇ ਕੋਈ ਗਰੀਬ ਤਬਕਾ ਹੈ ਜੋ ਕਿ ਜਿਹੜਾ ਉਸ ਨੂੰ ਮੁਹੱਈਆ ਕਰਨੀਆਂ ਚਾਹੀਦੀਆਂ ਉਸ ਚੀਜ਼ਾਂ ਸਸਤੇ ਰੇਟ ਦੇ ਵਿੱਚ, ਜਿਵੇਂ ਕਿ ਇਹਦੇ ਨਾਲ ਬਣੀ ਹੋਇਆ ਸੀ ਪਹਿਲਾਂ ਜੀ। ਬਿਲਕੁਲ, ਜੇਕਰ ਸੈਂਟਰ ਗਵਰਨਮੈਂਟ ਹੈ ਜਿਹੜੀ ਉਹ ਚੀਜ਼ਾਂ ਨੂੰ ਖਰੀਦਦੀ ਹੈ, ਉਦੋਂ ਬਾਅਦ PDF ਦੇ ਵਿੱਚ ਉਹ ਸਾਨੂੰ ਰਾਸ਼ਨ ਕਾਰਡਾਂ ਤੇ ਹੋਰ ਚੀਜ਼ਾਂ ਤੇ ਗਰੀਬ ਸੈਕਸ਼ਨ ਨੂੰ ਉਹੀ ਜਿਹੜਾ ਅਨਾਜ ਹੈ, ਉਹੀ ਚਾਵਲ ਨੇ, ਉਹੀ ਕਣਕ ਹੈ, ਉਹ ਵਾਪਸ ਮਿਲ ਜਾਂਦੀਆਂ ਸੀ। ਤਾਂ ਇਹਦੇ ਨਾਲ ਕੀ ਹੋਊਗਾ ਕਿ ਜ਼ਖੀਰੇਬਾਜ਼ੀ ਵਧੂਗੀ, ਚੀਜ਼ਾਂ ਮਹਿੰਗੀਆਂ ਮਿਲਣਗੀਆਂ, ਤੇ ਇਹ ਖੁੱਲ੍ਹਾ ਕਰਤਾ ਕੰਪਨੀਆਂ ਜਿਹੜੀ, ਇਹ ਜ਼ਰੂਰੀ ਸੀ। ਇਹਦਾ ਮੰਤਵ ਅਸਲ ਦੇ ਵਿੱਚ ਇਹ ਸੀ ਕਿ ਉਹ ਕੰਪਨੀਆਂ ਇੱਥੋਂ ਖਰੀਦਣ ਤੋਂ ਬਾਅਦ ਉਹ ਇਹਦੇ ਵਿੱਚ ਸੱਟੇਬਾਜ਼ੀ ਕਰਨ, ਉਹ ਇਹਦੇ ਵਿੱਚ ਫਿਊਚਰ ਟ੍ਰੇਡਿੰਗ ਕਰਨ। ਫਿਊਚਰ ਟ੍ਰੇਡਿੰਗ ਅਸਲ ਵਿੱਚ ਸੱਟੇਬਾਜ਼ੀ ਦਾ ਨਾਂ ਹੀ ਹੈ। ਇਹ ਜਿਹਨੂੰ ਅਸੀਂ ਵਾਧਾ ਵਪਾਰ ਕਹਿੰਦੇ ਹਾਂ ਕਿ ਅਸੀਂ ਕਰ ਲਿਆ ਕਿ ਇਹਦੇ ਤੇ ਕਰ ਲਓ, ਉਹਦੇ ਤੇ ਕਰ ਲਓ, ਭਾਵੇਂ ਪ੍ਰੋਡਕਸ਼ਨ ਹੋਵੇ ਜਾਂ ਨਾ ਹੋਵੇ, ਉਹਦੇ ਨਾਲ ਆਰਟੀਫਿਸ਼ੀਅਲ ਚੀਜ਼ਾਂ ਦੀ ਡਿਮਾਂਡ ਤੇ ਮਤਲਬ ਸਪਲਾਈ ਹੈ ਜਿਹੜੀ ਉਹਨੂੰ ਘੱਟ ਵੱਧ ਕਰਕੇ ਕੀਮਤਾਂ ਜਿਹੜੀਆਂ ਉਹਨੂੰ ਪ੍ਰਭਾਵਿਤ ਕੀਤਾ ਜਾਂਦਾ। ਤਾਂ ਇਹ ਜਿਹੜੇ ਦੂਜੇ ਆਰਡੀਨੈਂਸ ਨੇ ਉਹਨਾਂ ਦਾ ਸਿੱਧਾ ਸੰਬੰਧ ਹੈਗਾ ਉਹ ਅੱਜ ਦੀ ਕਿਸਾਨੀ ਦੇ ਨਾਲ ਡਾਇਰੈਕਟਲੀ ਇੱਕ ਸੰਬੰਧ ਹੈ ਕਿ ਕੀ ਸੱਚਮੁੱਚ ਕਿਸਾਨਾਂ ਦੀ ਉਪਜ ਤੇ ਉਹਦਾ ਜਿਹੜਾ ਕਾਮਰਸ ਹੈ ਜੀ, ਵਣਜ ਹੈ, ਉਹਦੀ ਕਿੰਨੀ ਸਹਾਇਤਾ ਹੋਊਗੀ ਇਹਦੇ ਨਾਲ। ਇਹਦੇ ਵਿੱਚ ਇਹ ਕਹਿੰਦਾ ਕਿ ਫਰੀਡਮ ਆਫ ਚੁਆਇਸ ਹੈ ਕਿ ਕਿਸਾਨ ਨੂੰ ਆਪਣੀ ਫਸਲ ਵੇਚਣ ਦੀ ਆਜ਼ਾਦੀ ਹੈ, ਜਿੱਥੇ ਮਰਜ਼ੀ ਵੇਚੇ, ਜਿਹਨੂੰ ਮਰਜ਼ੀ ਵੇਚੇ ਜੀ। ਤਾਂ ਸਾਰਿਆਂ ਤੋਂ ਪਹਿਲਾਂ ਸਵਾਲ ਇਹ ਖੜਾ ਹੁੰਦਾ ਕਿ ਕੀ ਸੱਚਮੁੱਚ ਜਿਹੜਾ ਭਾਰਤ ਦਾ ਕਿਸਾਨ ਹੈ ਤਾਂ ਉਹ ਜਾਂ ਈਵਨ ਪੰਜਾਬ ਦਾ ਕਿਸਾਨ ਹੈ, ਹਰਿਆਣਾ ਦਾ ਕਿਸਾਨ ਹੈ, ਉਹ ਕੀ ਸੱਚਮੁੱਚ ਇਸ ਪੱਧਰ ਦਾ ਬਣ ਗਿਆ ਕਿ ਉਹ ਕਿਤੇ ਮਰਜ਼ੀ ਜਾ ਕੇ ਵੇਚ ਜਾਵੇ ਤੇ ਕਿਸੇ ਨੂੰ ਮਰਜ਼ੀ ਜਾ ਕੇ ਵੇਚ ਜਾਵੇ। ਕਿਉਂਕਿ ਪੰਜਾਬ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੇ 86% ਲੋਕ ਨੇ ਉਹਨਾਂ ਦਾ ਜਿਹੜਾ ਖੇਤ ਦਾ ਆਕਾਰ ਹੈ ਉਹ 5 ਏਕੜ ਤੋਂ ਘੱਟ ਹੈ, 2 ਹੈਕਟੇਅਰ ਜੀ। 86% ਕਿਸਾਨ ਨੇ ਜਿਹੜੇ ਉਹ 5 ਏਕੜ ਤੋਂ ਘੱਟ ਬਣੇ। ਇਹਨਾਂ ਵਿੱਚੋਂ ਜਿਹੜੇ 67% ਕਿਸਾਨ ਉਹ ਨੇ ਜਿਨ੍ਹਾਂ ਦੀ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ, 67% ਉਹ ਨੇ। ਇੱਕ ਮਤਲਬ 2.5 ਕਿੱਲਿਆਂ ਤੋਂ ਘੱਟ ਹੈ, ਕਿਸੇ ਕੋਲ 1 ਕਿੱਲਾ, ਕਿਸੇ ਕੋਲ ਪੌਣਾ ਕਿੱਲਾ, ਕਿਸੇ ਕੋਲ 1.25 ਕਿੱਲਾ, ਮੈਕਸੀਮਮ 2.5 ਕਿੱਲਾ ਜਿਹਦੇ ਕੋਲੇ ਅਸੀਂ ਉਹ ਸਾਰੇ ਹੁੰਦੇ ਨੇ, ਉਹ 67% ਕਿਸਾਨ ਨੇ ਪੂਰੇ ਭਾਰਤ ਦੇ ਵਿੱਚ ਜੀ। ਤਾਂ ਕੀ ਉਹ 1.5 ਕਿੱਲੇ ਜਾਂ 2 ਕਿੱਲੇ ਵਾਲਾ ਉਹ ਬੰਦਾ ਪੂਰੀ ਇੰਡੀਆ ਦੇ ਵਿੱਚ ਕਿੱਥੇ ਜਾ ਕੇ ਵੇਚ ਆਊਗਾ? ਉਹਦੇ ਕੋਲੇ ਆਪਣਾ ਟਰੈਕਟਰ ਨਹੀਂ, ਉਹਦੇ ਕੋਲੇ ਆਪਣੀ ਟਰਾਲੀ ਨਹੀਂ, ਉਹਦੇ ਕੋਲੇ ਆਪਣਾ ਕੋਈ ਸੰਦ ਨਹੀਂ, ਪ੍ਰਬੰਧ ਨਹੀਂ ਹੈਗਾ। ਤਾਂ ਜੇਕਰ ਇਹ 86% ਬੰਦੇ ਨੇ ਜਿਹੜੇ ਉਹ ਛੋਟੇ ਨੇ, ਜਿਨ੍ਹਾਂ ਕੋਲੇ ਆਪਣਾ ਇੰਨੇ ਸਾਧਨ ਨਹੀਂ ਹੈਗੇ, ਉਹ ਆਪਣੀ ਮਰਜ਼ੀ ਨਾਲ ਕਿਤੇ ਮਰਜ਼ੀ ਵੇਚ ਜਾਵੇ, ਕਿਸੇ ਨੂੰ ਵੇਚ ਦੇ। ਇਹ ਗੱਲ ਹੈ ਜਿਹੜੀ ਇਹ ਲੱਗਦੀ ਹੈ ਕਿ ਇਹ ਇਹਨਾਂ ਨੂੰ ਨਹੀਂ ਕੀਤਾ ਗਿਆ। ਤੇ ਇਹ ਛੋਟੇ ਕਿਸਾਨ ਨੇ ਜਿਹੜੇ ਇਹ ਸਮਾਂ ਉਹਨਾਂ ਕੰਪਨੀਆਂ ਦੇ, ਵੱਡੇ ਵਪਾਰੀਆਂ ਦੇ, ਉਹਨਾਂ ਦੇ ਰਹਿਮੋ ਕਰਮ ਤੇ ਹੋ ਜਾਣਗੇ। ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਲੋਕਾਂ ਨੂੰ ਉੱਥੇ
ਆਪਣੀਆਂ ਕੰਪਨੀਆਂ ਨੂੰ, ਦੇਸੀ ਕੰਪਨੀਆਂ ਨੂੰ, ਜਾਂ ਉੱਥੋਂ ਦੇ ਵੱਡੇ ਲੈਂਡਲੋਰਡ ਜਿਹੜੇ ਛੋਟੇ ਜਿਹੇ ਜਿਹੜੇ 14% ਜਾਂ ਉਦੋਂ ਵੀ ਘੱਟ 1% ਜਿਹੜੇ ਆਉਂਦੇ ਨੇ, ਜਿਹੜੇ 25 ਏਕੜ ਤੋਂ ਵੱਧ ਵਾਲੇ ਨੇ ਪੂਰੀ ਇੰਡੀਆ ਦੇ ਵਿੱਚ, ਉਹਨਾਂ ਲੋਕਾਂ ਨੂੰ ਹੀ ਵੇਚਣਾ ਪਊਗਾ। ਕਿਉਂਕਿ ਇਹਦੇ ਨਾਲ ਕੀ ਹੈ ਕਿ ਸਰਕਾਰ ਨੇ ਇਹ ਕੀਤਾ ਕਿ ਅਸੀਂ ਇਹਨਾਂ ਕਾਨੂੰਨਾਂ ਨਾਲ ਸਰਕਾਰ ਨੇ ਇਹ ਕੀਤਾ ਕਿ ਤੁਸੀਂ ਜਿਹੜਾ APMC ਐਕਟ ਹੈ ਜੀ, ਐਗਰੀਕਲਚਰ ਪ੍ਰੋਡਿਊਸਰ ਮਾਰਕੀਟਿੰਗ ਕਮੇਟੀ ਐਕਟ ਹੈ ਜਿਹੜਾ ਬਣਾਇਆ ਗਿਆ ਸੀ, ਜਿਹੜਾ ਜਦੋਂ ਹਰੀ ਕ੍ਰਾਂਤੀ ਦੇ ਵਿੱਚ ਅਸੀਂ ਉਤਪਾਦਨ ਵਧਾ ਲਿਆ ਤੇ ਨਾਲ ਦੀ ਨਾਲ ਤਿੰਨ ਚਾਰ ਸੰਸਥਾਵਾਂ ਬਣੀਆਂ ਕਹਿੰਦੇ ਸੀ ਐਗਰੀਕਲਚਰ ਪ੍ਰਾਈਸ ਕਮਿਸ਼ਨ ਜੀ, ਬਾਅਦ ਦੇ ਵਿੱਚ CACP ਬਣ ਗਿਆ, ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਜੀ। ਤਾਂ ਇਸੇ ਤਰ੍ਹਾਂ ਹੀ ਸਾਡੇ ਉਹਦੇ ਅੰਡਰ ਹੀ ਕਿ ਸਟੋਰ ਕਰਨ ਨੂੰ FCI ਬਣ ਗਿਆ, ਸਟੇਟਾਂ ਦੇ ਵਿੱਚ ਪੰਜਾਬ ਜਿਵੇਂ ਮੰਡੀ ਬੋਰਡ ਬਣ ਗਏ। ਤਾਂ ਇਸ APMC ਐਕਟ ਦੇ ਤਹਿਤ ਮੰਡੀਆਂ ਬਣੀਆਂ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਰੈਗੂਲੇਟਡ ਐਗਰੀਕਲਚਰ ਮਾਰਕੀਟਸ। ਐਗਰੀਕਲਚਰ ਦੇ ਵਿੱਚ ਮਾਰਕੀਟ ਨੂੰ ਪ੍ਰੋਡਿਊਸ ਨੂੰ ਮਾਰਕੀਟਿੰਗ ਕਰਨ ਦੇ ਲਈ ਅਸੀਂ ਮੰਡੀਆਂ ਬਣਾਈਆਂ, ਜਿਹਨੇ ਰੈਗੂਲੇਟਡ ਮੰਡੀਆਂ ਨੇ। ਜਿਹੜੀ ਪੰਜਾਬ ਦੇ ਵਿੱਚ ਜਿਹੜੀ 150 ਦੇ ਕਰੀਬ ਮੰਡੀ ਹੈ ਜੀ, ਇਹ ਮੰਨਿਆ ਜਾਂਦਾ ਕਿ ਪੰਜਾਬ ਦਾ ਜਿਹੜਾ ਇਹ ਸਿਸਟਮ ਹੈ ਮੰਡੀ ਦਾ, ਤੁਹਾਨੂੰ ਉਹਦੇ ਵਿੱਚ ਕੁਝ ਹੋਰ ਇੰਪਰੂਵ ਕਰਨ ਦੀ ਲੋੜ ਹੈ, ਪਰ ਐਗਜ਼ਿਸਟਿੰਗ ਦਾ ਸਿਸਟਮ ਹੈ ਦੁਨੀਆ ਦੇ ਵਿੱਚ, ਇਹਨੂੰ ਸਾਰਿਆਂ ਤੋਂ ਵਧੀਆ ਸਿਸਟਮ ਮੰਨਿਆ ਜਾਂਦਾ। ਬਿਲਕੁਲ। ਤੇ ਇਹਦੇ ਵਿੱਚ ਇਹ ਹੈ ਕਿ ਇੱਥੇ ਇੱਕ ਰੈਗੂਲੇਸ਼ਨ ਹੈ, ਰੈਗੂਲੇਟਰੀ ਮਾਰਕੀਟ ਦਾ ਮਤਲਬ ਇਹ ਹੈ ਕਿ ਇੱਕ ਮੰਡੀ ਹੈ, ਉਹਦੇ ਵਿੱਚ ਰੈਗੂਲੇਸ਼ਨ ਹੋਣਗੀਆਂ। ਇਹਦਾ ਮਤਲਬ ਇਹ ਨਹੀਂ ਕਿ ਮੰਡੀ ਦੇ ਵਿੱਚ ਰੈਗੂਲੇਸ਼ਨ ਹੋਣਗੀਆਂ, ਇਹਦਾ ਮਤਲਬ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਰੈਗੂਲੇਸ਼ਨ ਹੋਣਗੀਆਂ ਕਿ ਕੋਈ ਵੀ ਬੰਦਾ ਇਸ ਰੈਗੂਲੇਸ਼ਨ ਤੋਂ ਬਾਹਰ ਵੇਚ ਜਾਂ ਖਰੀਦ ਨਹੀਂ ਸਕਦਾ। ਰੈਗੂਲੇਸ਼ਨ ਇਹ ਹੈ ਕਿ ਉਹਦੇ ਵਿੱਚ ਉਹਦਾ ਤੋਲ ਕਿਵੇਂ ਕਰਨਾ, ਉਹਦਾ ਸਾਫ਼ ਸਫਾਈ ਕਿਵੇਂ ਕਰਨੀ ਹੈ, ਉਹ ਕਿਸ ਕੀਮਤ ਦੇ ਵੇਚਣੀ ਹੈ, ਸਾਰੀਆਂ ਚੀਜ਼ਾਂ ਰੈਗੂਲੇਸ਼ਨ ਦੇ ਵਿੱਚ ਆਉਂਦੀਆਂ ਨੇ। ਉਹਦਾ ਭਾਰ ਕਿਵੇਂ ਕਰਨਾ, ਵੇਟਿੰਗ ਕਿਵੇਂ ਕਰਨੀ ਹੈ, ਉਹਦੀ ਟਰੈਕਿੰਗ ਕਿਵੇਂ ਕਰਨੀ ਹੈ, ਸਾਰਾ ਕੁਛ ਰੈਗੂਲੇਟ ਕਰਦੀ ਹੈ ਮੰਡੀ ਬੋਰਡ APMC ਐਕਟ ਦੇ ਥੱਲੇ ਜੀ। ਤੇ ਅੱਜ ਇਹ ਕਹਿ ਦਿੱਤਾ ਗਿਆ ਕਿ ਇਹ ਮੰਡੀਆਂ ਤਾਂ ਐਂ ਚੱਲਣਗੀਆਂ, ਇਹਦੇ ਬਾਹਰ ਇੱਕ ਮੰਡੀ ਹੋਰ ਬਣ ਜੂਗੀ ਤੇ ਇਹ ਮੰਡੀਆਂ ਨੂੰ ਨਹੀਂ ਛੱਡਿਆ ਜਾਊਗਾ। ਤੇ ਅਸੀਂ ਇੱਕ ਬਾਹਰ ਇੱਕ ਮੰਡੀ ਬਣਾ ਦਾਂਗੇ ਜਿਹਦੇ ਵਿੱਚ ਤੁਸੀਂ ਸੁਤੰਤਰ ਉੱਥੇ ਕੋਈ ਮਰਜ਼ੀ ਜਾਵੇ ਆਵੇ, ਅਦਰਵਾਈਜ਼ ਤੁਸੀਂ ਇਹ ਮੰਡੀਆਂ ਤੇ ਜਿਹੜਾ ਉਹ ਵੇਚ ਲਓ ਜਿਹਨੇ ਵੇਚਣਾ। ਇਹ ਇੱਕ ਜਿਹੜਾ ਲੌਜਿਕ ਆਉਂਦਾ ਲੋਕਾਂ ਕੋਲ, ਪਰ ਅਸਲ ਦੇ ਵਿੱਚ ਕੀ ਹੈ ਕਿ ਇਹ ਮੰਡੀਆਂ ਦਾ ਮਤਲਬ 150 ਮੰਡੀ ਨਹੀਂ, ਇਹਦਾ ਮਤਲਬ ਹੈ ਕਿ ਪੂਰਾ ਪੰਜਾਬ ਮੰਡੀ ਦਾ ਇੱਕ ਅੱਡਾ ਹੈਗਾ ਛੋਟਾ ਜਿਹਾ, ਜਿਹਦੇ ਵਿੱਚ ਇਹ ਲਾਗੂ ਹੁੰਦਾ ਸੀ। ਪਰ ਇਹ ਪੂਰੇ ਪੰਜਾਬ 'ਚ ਹੀ ਹੁੰਦਾ ਸੀ, ਕਿਉਂਕਿ ਤੁਸੀਂ ਉਸ ਤੋਂ ਬਾਅਦ ਵੇਚ ਖਰੀਦ ਨਹੀਂ ਸੀ ਕਰ ਸਕਦੇ। ਬਿਲਕੁਲ। ਅੱਜ ਉਹ 150 ਯਾਰਡ ਨੇ ਜਿਹੜੇ, ਉਹਨਾਂ ਨੂੰ ਛੱਡ ਕੇ ਬਾਕੀ ਕਿਤੇ ਮਰਜ਼ੀ ਕੁਝ ਮੰਡੀ ਦੇ ਗੇਟ ਤੇ ਬਹਿ ਕੇ ਇਹ ਚੀਜ਼ਾਂ ਵੇਚੋ, ਭਾਵੇਂ ਘਰੇ ਵੇਚੋ, ਭਾਵੇਂ ਖੇਤੋਂ ਵੇਚੋ, ਇਹਦੇ ਨਾਲ 2-3 ਅਸਰ ਵੱਡੇ ਪੈਣਗੇ ਜੀ। ਇੱਕ ਤਾਂ ਇਹ ਸੀਗਾ ਕਿ ਇਸ ਤੋਂ ਪਹਿਲਾਂ ਦੀ ਗੱਲ ਕਿ ਪੂਰੇ ਭਾਰਤ ਦੇ ਵਿੱਚ ਇਹ ਕਿਹਾ ਸਵਾਮੀਨਾਥਨ ਕਮੇਟੀ ਦੇ ਵਿੱਚ ਵੀ ਆਇਆ ਸੀ ਕਿ ਇਹਨੂੰ ਹੋਰ ਠੀਕ ਕਰਨ ਦੀ ਲੋੜ ਹੈ ਮੰਡੀ ਸਿਸਟਮ ਨੂੰ। ਹੋਰ ਠੀਕ ਕਰਨ ਵਾਸਤੇ ਉਹਨਾਂ ਨੇ 2 ਵੱਡੇ ਅਹਿਮ ਚੀਜ਼ਾਂ ਦਿੱਤੀਆਂ ਸੀ। ਇੱਕ ਤਾਂ ਇਹ ਸੀ ਕਿ ਹਰ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਸਾਨੂੰ ਇੱਕ ਮੰਡੀ ਬਣਾ ਦੇਣੀ ਚਾਹੀਦੀ ਹੈ, ਹੋਰ ਮੰਡੀ। ਅੱਜ ਪੂਰੇ ਭਾਰਤ ਦੇ ਵਿੱਚ 7000 ਮੰਡੀ ਹੈ ਜੀ। ਜੇ ਅਸੀਂ ਇਹ ਗੱਲ 5 ਕਿਲੋਮੀਟਰ ਵਾਲੀ ਮੰਨ ਲਈਏ ਤਾਂ ਲਗਭਗ 42000 ਮੰਡੀਆਂ ਦੀ ਲੋੜ ਹੈ। 5000 ਤੋਂ ਵਧਾ ਕੇ 42000 ਮੰਡੀਆਂ ਕਰਨ ਦੀ ਲੋੜ ਸੀ, ਪਰ ਸਰਕਾਰ ਨੇ ਕੀ ਕੀਤਾ ਕਿ ਇਹਨਾਂ ਨੂੰ ਤਾਂ ਐਂ ਚੱਲਣ ਨੂੰ ਕੋਈ ਨਹੀਂ ਵਧਾਉਣਾ ਤੇ ਤੁਸੀਂ ਸਗੋਂ ਇਹਦੇ ਪੈਰਲਲ ਖੋਲ ਦਿਓ ਕਿ ਜਿਹਨੇ ਉੱਥੇ ਜਾਣਾ ਜਾਓ, ਜਿਹਨੇ ਬਾਹਰ ਜਾਣਾ ਬਾਹਰ ਜਾਓ। ਹਾਂ ਵੀਰ ਜੀ, ਕੀ ਹੋਊਗਾ ਕਿ ਜਿਹੜੇ ਇੱਕ ਸਵਾਲ ਕਲੀਅਰ ਕਰੋ, ਕਿਉਂਕਿ ਬਹੁਤ ਇੰਪੋਰਟੈਂਟ ਗੱਲ ਤੁਸੀਂ ਕਰ ਰਹੇ ਹੋ ਕਿ ਜਿਹੜੀਆਂ ਮੰਡੀਆਂ ਆਲਰੇਡੀ ਹੈਗੀਆਂ ਨੇ, ਜਿਹੜੀਆਂ ਉਹਦੇ ਮੁਕਾਬਲੇ ਦੇ ਵਿੱਚ ਮੰਡੀਆਂ ਖੁੱਲਣਗੀਆਂ, ਤੇ ਜਿਹੜੇ ਰੈਗੂਲੇਸ਼ਨ ਨੇ ਉਹਨਾਂ ਤੇ ਵੀ ਉਹੀ ਲਾਗੂ ਹੋਣਗੇ ਜਾਂ ਨਹੀਂ? ਬਿਲਕੁਲ, ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਹਾਂਜੀ, ਇਹਦੇ ਬਾਰੇ ਵੀ ਭਰਮ ਹੈ ਲੋਕਾਂ ਨੂੰ ਕਿ ਜਿਹੜੀ ਉਹ ਬਾਹਰ ਮੰਡੀ ਹੈ ਉਹਦੇ ਉੱਤੇ ਕੋਈ ਰੈਗੂਲੇਸ਼ਨ ਨਹੀਂ ਹੈਗਾ। ਅੱਜ ਦੇ ਜਿੰਨਾ ਕੁ ਲਿਟਰੇਚਰ ਸਾਡੇ ਕੋਲ ਉਹਦੇ ਵਿੱਚ ਕੁਛ ਨਹੀਂ ਹੈਗਾ ਇਸ ਵਕਤ ਕਿ ਉਹਦੇ ਵਿੱਚ ਉਹ ਕਹਿੰਦੇ ਇਹੀ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਰੈਗੂਲੇਟਡ ਮਾਰਕੀਟ ਸੀਗੀਆਂ ਇਹਦੇ ਵਿੱਚ ਸਰਕਾਰ ਇੱਕ ਟੈਕਸ ਲਾਉਂਦੀ ਹੈ। ਜਿਵੇਂ ਅੱਜ ਪਹਿਲਾਂ ਟੈਕਸ ਜ਼ਿਆਦਾ ਸੀ, ਪਰ ਹੁਣ ਚਲੋ GST ਤੋਂ ਬਾਅਦ ਟੈਕਸ ਥੋੜਾ ਘੱਟ ਗਿਆ। ਇਹਦੇ ਵਿੱਚ 3% ਹੈ ਜਿਹੜੀ ਉਹ ਮਾਰਕੀਟ ਫੀਸ ਬਣਦੀ ਹੈ, 3% ਹੈ ਜਿਹੜਾ ਸਾਡਾ ਹੈ RDF ਬਣਦਾ, ਰੂਲ ਡਿਵੈਲਪਮੈਂਟ ਫੰਡ ਬਣਦਾ ਹੈ, ਤੇ 2.5% ਆੜ੍ਹਤੀਆਂ ਦਾ ਜਿਹੜਾ ਕਮਿਸ਼ਨ ਬਣਦਾ, 8.5% ਹੈ ਜਿਹੜਾ
ਉਹ 8.5% ਜਿਹੜਾ ਇਹ ਖਰਚੇ ਦਿੰਦੀ ਹੈ ਖਰੀਦਦਾਰ ਜਿਹੜਾ ਉਹ ਸਰਕਾਰ ਨੂੰ ਸਮਝੋ ਉਹ 2.5% ਆਪ ਚਲਾ ਜਾਂਦਾ, ਬਾਕੀ 6% ਸਰਕਾਰ ਨੂੰ ਚਲਾ ਜਾਂਦਾ ਜੀ। ਤਾਂ ਇਹਦੇ ਨਾਲ ਬਾਕੀ ਖਰਚੇ ਵੀ ਜਿਹੜੇ ਪੈਂਦੇ ਨੇ ਉਹ ਮੰਡੀ ਬੋਰਡ ਜਿਹੜਾ ਉਹ ਕਰਦਾ, ਉਹਦੇ ਵਿੱਚ ਜਿਹੜੀ ਉਹਦੀ ਸਾਫ਼ ਸਫਾਈ ਕਰਨਾ, ਕਲੀਨ ਕਰਨਾ, ਉਹਦੀ ਸਟਿਚਿੰਗ ਕਰਨੀ, ਉਹਨੂੰ ਪੈਕਿੰਗ ਕਰਨਾ, ਉਹਦਾ ਵੇਟ ਕਰਨਾ, ਉਹਦਾ ਝਾੜਾ ਝੂੜਾ ਲਾਉਣਾ, ਹੋਰ ਬਾਕੀ ਸਾਰੀਆਂ ਚੀਜ਼ਾਂ ਸ਼ਾਮਿਲ, ਇਹਦੇ ਉੱਤੇ ਵੀ ਕੁਝ ਖਰਚੇ ਹੁੰਦੇ ਨੇ। ਤੇ ਸਾਰਾ ਕੁਝ ਪਾ ਕੇ ਕੀ ਤੇ ਸਰਕਾਰ ਨੂੰ ਉਹ 8% 6% ਉਹ ਇਨਕਮ, 2.5% ਆੜ੍ਹਤੀਆਂ ਨੂੰ ਇਹ ਇਨਕਮ ਹੈ ਜਿਹੜੀ ਇੱਕ ਸਟੇਟ ਦੇ ਵਿੱਚ ਚਲੀ ਜਾਂਦੀ ਸੀਗੀ। ਤਾਂ ਹੁਣ ਕੀ ਹੋਊਗਾ, ਜਦੋਂ ਬਾਹਰਲੇ ਪਾਸੇ ਮੰਨ ਇੱਕ ਇਹਨਾਂ ਰੈਗੂਲੇਸ਼ਨ ਤੋਂ ਬਾਹਰ ਇੱਕ ਚੀਜ਼ ਵੇਖ ਰਹੀ ਆ, ਉਹਦੇ ਉੱਤੇ ਇਹ ਖਰਚਾ ਕੋਈ ਨਹੀਂ ਹੋਣਾ। ਇਹ ਲਗਭਗ 170-80 ਰੁਪਏ ਦੇ ਕਰੀਬ, 200 ਰੁਪਏ ਕੁਆਂਟਲ ਦੇ ਕਰੀਬ ਇਹ ਬਣ ਜੂਗਾ। ਤਾਂ ਇਹ 170-80 ਰੁਪਇਆ ਕੁਆਂਟਲ ਜਿਹੜਾ ਅੰਤਰ ਖਰੀਦਦਾਰ ਨੂੰ ਰੈਗੂਲੇਟਰ ਮਾਰਕੀਟ 'ਚ ਮਹਿੰਗਾ ਪਊਗਾ, ਜੋ ਬਾਹਰੋਂ ਖਰੀਦਦਾ ਉਹ ਸਸਤਾ ਪਊਗਾ। ਤਾਂ ਹੁਣ ਕੀ ਹੈ ਕਿ ਇਹ ਕੰਪਨੀਆਂ ਕੀ ਕਰਨਗੀਆਂ ਜੇ ਬਿਲਕੁਲ ਥੋੜਾ ਜਿਹਾ ਮੁਕਾਬਲਾ ਵੀ ਆਪਾਂ ਕਰਾ ਦਈਏ 1-2 ਸਾਲ, ਤਾਂ ਉਹਦੇ ਵਿੱਚ ਇਹ ਹੋਊਗਾ ਕਿ ਇਹਨਾਂ ਨੂੰ ਉਸ ਤੋਂ 170-80 ਰੁਪਇਆ ਰਫਲੀ ਨੇ ਐਸਟੀਮੇਟ ਜਾਂ ਹੁਣੀ ਕੀਤਾ 8.5% ਦੇ ਹਿਸਾਬ ਨਾਲ, ਤਾਂ ਜੇ 8 ਨੂੰ 170 ਕੇ ਹੋਏ 2000 ਰੁਪਇਆ ਰੇਟ ਹੈ, ਤਾਂ 170 ਰੁਪਇਆ ਬਾਕੀ ਦੂਜੇ ਖਰਚੇ ਸਾਰੇ ਪਾ ਕੇ, ਤਾਂ ਜੇ ਕਿਸਾਨ ਨੂੰ ਤੇ 50 ਰੁਪਏ ਮਹਿੰਗਾ ਵੀ ਦੇ ਦੇ ਹੋ ਰੇਟ, ਤਾਂ ਵੀ ਉਸ ਪ੍ਰਾਈਵੇਟ ਬੰਦੇ ਨੂੰ 120-125 ਰੁਪਇਆ ਕੁਆਂਟਲ ਸਸਤੀ ਪੈਂਦੀ ਹੈ ਚੀਜ਼ ਸਾਡੇ ਕਿਸਾਨ ਤੋਂ ਥੋੜਾ ਮਹਿੰਗਾ ਡਿਗਰੀ। ਪਰ ਇਹਦੇ ਨਾਲ ਕੀ ਹੋਊਗਾ ਕਿ ਉਹ ਸਾਰੀ ਇਨਕਮ ਹੈ ਸਟੇਟਾਂ ਕੋਲ ਹੈਗੀ, ਸਟੇਟਾਂ ਕੋਲੇ ਪਹਿਲੀ ਚੀਜ਼ਾਂ ਨੇ ਜਿਹੜੀਆਂ ਉਸ GST ਨਾਲ ਸਾਰਾ ਕੁਝ ਚਲਾ ਗਿਆ। ਤਾਂ ਇਹਦੇ ਨਾਲ ਕੀ ਹੋ ਕੇ ਇੱਕ ਦੇਸ਼ ਤੇ ਇੱਕ ਮੰਡੀ ਬਣਾਉਣ ਦਾ ਜਿਹੜਾ ਸੁਪਨਾ ਉਹ ਹੋਰ ਸਾਕਾਰ ਹੋ ਜਾਂਦਾ, ਕਿਉਂਕਿ ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਹੋਈਆਂ ਨੇ ਛੁਪੀਆਂ ਹੋਈਆਂ। ਉਹ ਇਹ ਹੈ ਕਿ ਇੱਕ ਤਾਂ ਸਾਡਾ ਜਿਹੜਾ ਫੈਡਰਲ ਸਿਸਟਮ ਹੈ ਤੇ ਜਿਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਜਿਹੜਾ ਮਸਲਾ ਇਹ ਸਟੇਟਾਂ ਦਾ ਖੇਤੀਬਾੜੀ ਹੈ ਜਿਹੜੀ, ਇਹਦੇ ਵਿੱਚ ਤਿੰਨ ਜਿਹੜੇ 7ਵੀਂ ਸਾਡੇ ਜਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ 3 ਲਿਸਟਾਂ ਹੋਣਗੀਆਂ, ਇੱਕ ਯੂਨੀਅਨ ਲਿਸਟ ਹੋਊਗੀ, ਇੱਕ ਸਟੇਟ ਲਿਸਟ ਹੋਊਗੀ, ਇੱਕ ਕੌਨਕਰੈਂਟ ਲਿਸਟ ਹੋਊਗੀ। ਯੂਨੀਅਨ ਸੈਂਟਰ ਦੇ ਸਟੇਟਾਂ ਦੇ ਵਿੱਚ ਸਟੇਟਾਂ ਵਾਲੇ ਐਗਰੀਕਲਚਰ ਐਜੂਕੇਸ਼ਨ ਹੋਰ ਤੇ ਕੌਨਕਰੈਂਟ ਲਿਸਟ ਦੇ ਵਿੱਚ ਕਿ ਸਾਂਝੀ ਸੂਚੀ ਜਿਹਦੇ ਵਿੱਚ ਦੋਵੇਂ ਹੁੰਦੇ ਨੇ। ਤਾਂ ਸਾਡੇ 1935 ਦਾ ਐਕਟ ਦੇ ਉਹਦੇ ਉੱਤੇ ਜਿਹੜਾ ਸਾਡਾ ਸੰਵਿਧਾਨ ਦੇ ਵਿੱਚ ਕੰਸਟੀਟਿਊਸ਼ਨ ਜਦੋਂ ਬਣਾਇਆ ਗਿਆ, ਉਹ ਮਤਲਬ ਜਿਹੜੀ ਸਾਡੀ ਸਰਕਾਰ ਦੇ ਬਣਾਇਆ 1935 ਦਾ ਕਾਨੂੰਨ ਸੀ, ਜਿੱਥੋਂ ਚੱਕ ਕੇ ਸਾਡਾ ਸੰਵਿਧਾਨ ਜਿਹੜਾ ਉਹਦੇ ਉੱਤੇ ਖੜਾ ਕੀਤਾ ਗਿਆ, ਉਸਦੇ ਵਿੱਚ ਸਾਫ਼ ਤੌਰ ਤੇ ਮਤਲਬ ਸੀਗੀਆਂ ਗੱਲਾਂ। ਉਹਦੇ ਵਿੱਚ ਵੀ ਇਹ ਕਦੇ ਵੀ ਸੁਪਰਸੀਡ ਨਹੀਂ ਸੀ ਕਰਦਾ ਕਿ ਸੈਂਟਰ ਬਹੁਤ ਪਾਵਰਫੁਲ ਹੋਊਗਾ। ਉਹਦੇ ਵਿੱਚ ਵੀ ਇਹ ਸੈਂਟਰ ਹੈ ਜਿਹੜਾ ਜਿੰਨਾ ਉਹਨੂੰ ਪਾਵਰਫੁਲ ਕਰਤਾ ਕਿ ਉਹ ਇਹਨਾਂ ਦੇ ਵਿੱਚ ਇਹਨਾਂ ਆਰਡੀਨੈਂਸਾਂ ਨਾਲ ਜਿਹੜੀਆਂ ਸਟੇਟਾਂ ਦੀਆਂ ਉਹ ਸਾਡੀਆਂ ਸੰਘੀ ਢਾਂਚੇ ਦੀਆਂ ਮਾੜੀਆਂ ਮੋਟੀਆਂ ਵੀ ਜਿਹੜੀਆਂ ਪਾਵਰਾਂ ਸੀਗੀਆਂ ਉਹਦੀ ਸੰਘੀ ਜਿਹੜੀ ਹੋਰ ਘੁੱਟੀ ਜਾਊਗੀ। ਕਿਉਂਕਿ ਸਰਕਾਰ ਹੈ ਜਿਹੜਾ, ਸਰਕਾਰ ਕੋਲੇ ਹੁਣ ਆਮਦਨ ਦੇ ਸਾਧਨ ਹੈ ਨਹੀਂ ਗੇ। ਸਰਕਾਰ ਕੋਲੇ ਛੋਟੇ ਆਮਦਨ ਦੇ ਸਾਧਨ ਸੀਗੇ, ਤਾਂ ਜਿਹੜਾ 3700 ਕਰੋੜ ਰੁਪਇਆ ਸਾਨੂੰ ਇਸ ਮੰਡੀਆਂ ਤੋਂ ਪਿਛਲੇ ਸਾਲ ਜਿਹੜਾ ਆਇਆ ਸੀਗਾ, ਜਿਹਦੇ ਨਾਲ ਅਸੀਂ ਰੂਰਲ ਲਿੰਕ ਰੋਡ ਹੈ ਜਿੰਨੀ ਪੰਜਾਬ ਦੇ ਵਿੱਚ ਲਿੰਕ ਰੋਡ ਬਣੀ ਹੋਈ ਹੈ ਮਤਲਬ ਸਾਰਿਆਂ ਤੋਂ ਵਧੀਆ ਨੈਟਵਰਕ ਹੈ ਪੰਜਾਬ ਦਾ ਬਾਕੀ ਸਟੇਟਾਂ ਚੋਂ, ਤੇ ਹਰ ਇੱਕ ਪਿੰਡ ਨੂੰ ਲਿੰਕ ਰੋਡ ਨਾਲ ਜੁੜਿਆ। ਇਹ ਸਾਰਾ ਮੰਡੀ ਰੋਡ ਨੇ ਬਣਾਇਆ ਹੋਇਆ, ਲਿੰਕਿੰਗ ਕਰਦੀ ਹੈ ਮੰਡੀ ਰੋਡ ਮੰਡੀ ਨੂੰ ਪਿੰਡਾਂ ਨਾਲ। ਤਾਂ ਇਹ ਹੋਰ ਪਿੰਡਾਂ ਦੇ ਵਿੱਚ ਜਿੰਨੇ ਮਾੜੇ ਮੋਟੇ ਮਤਲਬ ਜਿਹੜੇ ਡਿਵੈਲਪਮੈਂਟ ਦੇ ਕੰਮ ਪਿਛਲੇ ਸਮੇਂ 'ਚ ਹੋਏ ਨੇ ਜਾਂ ਹੋ ਰਹੇ ਨੇ, ਤਾਂ ਹੋਰ ਲਗਾਤਾਰ ਇਹਨਾਂ ਸੜਕਾਂ ਨੂੰ ਬਣਾਇਆ ਜਾ ਰਿਹਾ। 5 ਸਾਲਾਂ ਬਾਅਦ ਹਰ ਸੜਕ ਨੂੰ ਰਿਪੇਅਰ ਵੀ ਕੀਤਾ ਜਾ ਰਿਹਾ। ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਇਹਦੇ ਉੱਤੇ ਬੜੀ ਵੱਡੀ ਹੱਥ ਵੱਜਣੀ ਹੈ। ਬਿਲਕੁਲ ਸਰਕਾਰ ਨੇ ਹੋਰ ਵਿਕਾਸ ਦੇ ਨਿੱਕੇ ਮੋਟੇ ਜੀ। ਵੀਰ ਜੀ ਤੁਹਾਡੀ ਗੱਲਬਾਤ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਕਮਿਸ਼ਨ, CACP, ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਤੇ ਮੰਡੀ ਬੋਰਡ ਆ ਜਿਹੜਾ ਬਿਲਕੁਲ ਖਤਮ ਹੋ ਜਾਵੇਗਾ। ਹਾਂਜੀ ਬਿਲਕੁਲ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਦਾ ਟ੍ਰੈਂਡ ਮਤਲਬ ਚੱਲ ਰਿਹਾ ਉਹਦੇ ਵਿੱਚ ਇਹ ਕਿ ਸਾਡੇ ਜਿਹੜੇ ਮਾਨਯੋਗ ਮੰਤਰੀ ਜਿਹੜੇ ਨਿਤਨ ਗਡਕਰੀ ਨੇ, ਉਹਨਾਂ ਦਾ ਇੱਕ ਬਿਆਨ ਆਇਆ ਸੀ ਥੋੜੇ ਦਿਨ ਪਹਿਲਾਂ ਜਿਹੜਾ ਕਾਫੀ ਚਰਚਾ ਦੇ ਵਿੱਚ ਰਿਹਾ। ਉਹਨਾਂ ਨੇ ਕਿਹਾ ਸੀ ਔਰ ਇਫੈਕਟ ਵੀ ਨੇ
ਭਾਵੇਂ ਬਾਅਦ ਦੇ ਵਿੱਚ ਉਹਨੇ ਜਿਹੜਾ ਆਪਣਾ ਵਾਪਸ ਲੈ ਲਿਆ ਸੀਗਾ, ਤਾਂ ਉਹਦੇ ਵਿੱਚ ਫੈਕਚੁਅਲ ਪੋਜੀਸ਼ਨ ਹੈ ਕਿ ਸਰਕਾਰ ਕੋਲ ਅੱਜ ਜਿੰਨਾ ਅਸੀਂ ਕੀ ਕਰਦੇ, ਸਾਡੇ ਸਿਸਟਮ ਦੇ ਵਿੱਚ ਇਹ ਹੈ ਕਿ ਤੁਸੀਂ ਕਣਕ ਨੂੰ ਖਰੀਦ ਲਓ ਸਟੇਟਾਂ ਤੋਂ, ਅਨਾਜ ਨੂੰ ਕਣਕ ਤੋਂ ਲੈ ਲਓ, ਉਸ ਤੋਂ ਬਾਅਦ ਖਰੀਦ ਕੇ ਤੁਸੀਂ ਬਫਰ ਸਟਾਕ ਬਣਾ ਕੇ ਰੱਖੋ, ਕਿਉਂਕਿ ਖੇਤੀ ਹੈ ਜਿਹੜੀ ਇੱਕ ਲਾਈਫ ਹੈ, ਖੇਤੀ ਦੇ ਵਿੱਚ ਪ੍ਰੋਡਕਸ਼ਨ ਇੰਡਸਟਰੀ ਵਾਂਗੂ ਨਹੀਂ ਹੁੰਦਾ, ਇਹਦਾ ਕੋਈ ਪਤਾ ਨਹੀਂ ਕੁਦਰਤ ਦੇ ਉੱਤੇ ਵੀ ਨਿਰਭਰ ਜੇ ਇੱਕ ਫਸਲ ਮਰਜ਼ੀ ਤਾਂ ਲੋਕਾਂ ਨੂੰ ਖਾਣ ਦੀ ਬਹੁਤ ਜ਼ਰੂਰੀ ਹੈ। ਖਾਣ ਦੀ ਅਸੀਂ ਹੁਣ ਵੀ ਕਰੋਨਾ ਸੰਕਟ ਦੇ ਵਿੱਚ ਫਸੇ, ਲਾਕਡਾਊਨ ਦੇ ਵਿੱਚ ਖਾਂਦੇ ਤਾਂ ਹਰ ਰੋਜ਼ ਕਾਰ ਨਹੀਂ ਖਰੀਦਦੇ, ਹੋਰ ਚੀਜ਼ਾਂ ਨਹੀਂ ਖਰੀਦਦੇ, ਉਹਦੇ ਮਾਰਕੀਟ ਭਾਵੇਂ ਬੰਦ ਪਈ ਹੈ, ਪਰ ਅਸੀਂ ਖਾਣ ਵਾਲੀਆਂ ਚੀਜ਼ਾਂ ਜਿਹੜਾ ਤਾਂ ਅਸੀਂ ਮਤਲਬ ਘੰਟਾ ਨਹੀਂ ਛੱਡ ਸਕਦੇ। ਬਿਲਕੁਲ। ਤਾਂ ਇਹਦੇ ਵਿੱਚ ਕੀ ਹੁੰਦਾ, ਤੁਸੀਂ ਬਫਰ ਸਟਾਕ ਹੈ ਜਿਹੜਾ ਉਹ ਰੱਖੋ। ਤਾਂ ਅੱਜ ਭਾਰਤ ਸਰਕਾਰ ਕੋਲ ਬਫਰ ਸਟਾਕ ਲੋੜ ਨਾਲੋਂ 3 ਗੁਣਾ ਹੈ, ਜਿਹੜਾ 3 ਗੁਣਾ ਸਟਾਕ ਹੈ। ਉਹ ਕਹਿੰਦੇ ਅਸੀਂ ਕੀ ਜਦੋਂ ਸਾਡੇ ਕੋਲੇ, ਤਾਂ ਇਸ ਤੋਂ ਬਾਅਦ ਕੀ ਕਰੂਗੀ ਸਰਕਾਰ, ਉਹ ਪੂਰੀ ਦੀ ਪੂਰੀ ਫਸਲ ਨੂੰ ਨਹੀਂ ਖਰੀਦੂਗੀ, ਉਹਦੇ ਵਿੱਚ ਉਹਨਾਂ ਨੂੰ ਜਿੰਨੀ ਕੁ ਲੋੜ ਹੈ, ਜਿਵੇਂ ਉਹਨਾਂ ਨੇ ਕਰ ਲੈਣਾ ਕਿ 25% ਖਰੀਦ ਲਓ, ਬਾਕੀ ਰਹਿਣ ਦਿਓ। ਤੇ ਅੱਜ ਵੀ ਜਿਹੜਾ ਥੋੜੇ ਜਿਹੇ ਸਟੇਟਾਂ ਦੇ ਵਿੱਚ, ਪੰਜਾਬ ਹਰਿਆਣਾ ਜਾਂ ਹੁਣ ਕੁਝ ਸਟੇਟਾਂ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਜਾਂ ਬਾਕੀ ਸਟੇਟਾਂ ਵਿੱਚ ਥੋੜਾ ਚੀਜ਼ਾਂ ਖਰੀਦੀਆਂ ਜਾਂਦੀਆਂ ਨੇ, ਬਾਕੀ ਪੂਰੇ ਏਰੀਆ ਦੇ ਵਿੱਚ ਜਿਹੜਾ ਖਰੀਦ ਨਹੀਂ ਹੁੰਦੀ। ਇਹਦੇ ਨਾਲ ਕੀ, ਜਦੋਂ ਅਸੀਂ ਖਰੀਦਾਂਗੇ ਨਹੀਂ ਤਾਂ ਜਿਹੜੀਆਂ ਇਹ FCI ਵਰਗੀਆਂ ਇੰਸਟੀਟਿਊਸ਼ਨਾਂ ਨੇ ਜਿਹੜੀਆਂ ਉਹਨਾਂ ਦਾ ਭੋਗ ਵਜੂ, CACP ਦਾ ਵੀ ਭੋਗ ਵਜੂ, ਕਿਉਂਕਿ ਉਹ ਅਸਲ ਦੇ ਵਿੱਚ ਕੀ ਹੈ ਕਿ ਨਾਲ ਦੀ ਨਾਲ ਹੀ ਇੱਕ ਚੀਜ਼ਾਂ ਡਿਵੈਲਪ ਕੀਤੀ। ਇਹ ਆਰਡੀਨੈਂਸ ਤਾਂ ਅੱਜ ਦਿਖ ਰਹੇ ਨੇ, ਬਲਕਿ ਥੋੜੇ ਸਮੇਂ ਤੋਂ ਇਹ ਚੀਜ਼ਾਂ ਨੇ, ਇਹਦੇ ਵਾਸਤੇ ਇੱਕ ਪ੍ਰਬੰਧ ਤਿਆਰ ਕੀਤਾ ਜਾ ਰਿਹਾ ਸੀਗਾ, ਇਹਨੂੰ ਸੈਲੂ ਇੱਥੇ ਪੰਜਾਬ ਦੇ ਵਿੱਚ ਵੀ ਲੱਗੇ। ਜਿਵੇਂ ਸਾਡੇ ਕੋਲ ਕੰਟਰੈਕਟ ਫਾਰਮ ਨੇ ਪਹਿਲੀ ਸ਼ੁਰੂ ਕੀਤੀ ਸੀ, ਤਾਂ ਪੰਜਾਬ ਦੇ ਵਿੱਚ ਪਹਿਲਾਂ ਫੇਲ ਹੋ ਗਈ, ਫਿਰ ਦੁਬਾਰਾ ਇਹ ਜਿਹੜੀ ਕੰਟਰੈਕਟ ਫਾਰਮ ਦੀ, ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੇ ਪੈਰਲਲ ਆ ਰਹੀਆਂ ਨੇ ਕਿ ਜੇ ਅਸੀਂ MSP ਨੂੰ ਜੇਕਰ ਹਟਾਵਾਂਗੇ, ਜੇਕਰ ਅਸੀਂ ਪ੍ਰੋਕਿਉਰਮੈਂਟ ਨੂੰ ਜਿਹੜਾ ਪਬਲਿਕ ਪ੍ਰੋਗਰਾਮ ਨੂੰ ਬੰਦ ਕਰਾਂਗੇ, ਤਾਂ ਸਾਨੂੰ ਲਾਜ਼ਮੀ ਬਦਲਣੀਆਂ ਚੀਜ਼ਾਂ ਦੇਣੀਆਂ ਪੈਣਗੀਆਂ। ਹੌਲੀ ਇਹਨਾਂ ਨੂੰ ਇਸ ਹਾਲਤ ਦੇ ਵਿੱਚ ਅੱਜ ਚੀਜ਼ਾਂ ਆ ਗਈਆਂ ਕਿ ਸਾਨੂੰ ਇਹ ਚੀਜ਼ਾਂ ਬੰਦ ਕਰਨ ਵੱਲ ਨੂੰ ਜਿਹੜੀਆਂ ਉਹ ਪੂਰੇ ਸਾਹਮਣੇ ਦਿਖਦੇ ਨੇ। ਭਾਵੇਂ ਕਿਹਾ ਜਾ ਰਿਹਾ ਕਿ ਆਰਡੀਨੈਂਸਾਂ 'ਚ ਕੁਛ ਨਹੀਂ ਲਿਖਿਆ, ਬਹੁਤ ਸਾਰੇ ਬੰਦੇ ਕਹਿੰਦੇ ਕਿ ਆਰਡੀਨੈਂਸਾਂ 'ਚ ਲਿਖਿਆ ਨਹੀਂ ਗਿਆ, ਇਹਦੇ ਰਾਹੀਂ ਤਾਂ ਭਰਖਾ ਪਾਇਆ ਜਾ ਰਿਹਾ, ਕਿਉਂਕਿ ਆਰਡੀਨੈਂਸਾਂ 'ਚ ਇਹ ਲਿਖਣਾ ਹੀ ਨਹੀਂ ਹੁੰਦਾ। ਆਰਡੀਨੈਂਸਾਂ 'ਚ ਉਹੀ ਚੀਜ਼ਾਂ ਲਿਖੀਆਂ, ਜੇ ਫਰਜ਼ ਕਰੋ ਜਿਹੜੀ ਚੀਜ਼ ਕਿਸੇ ਐਕਟ ਦੇ ਵਿੱਚ ਸ਼ਾਮਲ ਹੋਵੇ ਉਹੀ ਚੀਜ਼ਾਂ ਲਿਖੀਆਂ ਜਾਂਦੀਆਂ ਨੇ। ਐਨੀ ਚੀਜ਼ਾਂ ਫਰਜ਼ ਕਰੋ ਇਹ ਕਿਹਾ ਜਾਂਦਾ ਕਿ MSP ਦਾ ਜੀ ਹਟਣੀ ਨਹੀਂ, ਇਹ ਆਰਡੀਨੈਂਸ 'ਚ ਨਹੀਂ ਲਿਖੀ ਗਈ, ਤਾਂ ਆਰਡੀਨੈਂਸ 'ਚ ਉਹ ਚੀਜ਼ ਪਾਈ ਜਾਂਦੀ ਜਿਹੜੀ ਪਹਿਲਾਂ ਕੋਈ ਐਕਟ ਦਾ ਪਾਰਟ ਹੋਵੇ। MSP ਦੋਵੇਂ ਕਿਸੇ ਐਕਟ ਦਾ ਪਾਰਟ ਨਹੀਂ ਹੈਗਾ। ਆਰਡੀਨੈਂਸ ਤਾਂ ਕਿਸੇ ਚੀਜ਼ ਨੂੰ ਤੋੜਦਾ ਜਿਹੜਾ ਪਹਿਲਾਂ ਕੋਈ ਕਰਦਾ ਹੋਵੇ। ਬਿਲਕੁਲ। ਤਾਂ ਆਪਾਂ ਪਰ ਇੱਥੋਂ ਕੀ ਹੈ ਕਿ ਜੋ ਚੀਜ਼ਾਂ ਸਾਨੂੰ ਮਾਰਕੀਟ ਦੇ ਵਿੱਚ ਕਿਸਾਨਾਂ ਨੂੰ ਕੁਛ ਨਾ ਕੁਛ ਮਿਲ ਰਹੀਆਂ ਸੀ, ਉਹਨਾਂ ਤੋਂ ਹਟਿਆ ਜਾ ਰਿਹਾ ਹੈ, ਉਹਨਾਂ ਤੋਂ ਪਾਸੇ ਹਟਿਆ ਜਾ ਰਿਹਾ, ਕਿਉਂਕਿ ਇਹਦੇ ਹਟਣ ਦਾ ਮਤਲਬ ਇਹ ਹੈ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਇੱਕ ਪ੍ਰੈਸ਼ਰ ਸੀਗਾ। ਅਸੀਂ 90 ਮੰਨ ਵਿੱਚ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਮੰਨ ਅਸੀਂ ਖੁੱਲੀ ਮੰਡੀ ਦੇ ਅਸੀਂ ਜਿਹੜੇ ਹਮਦਾਈ ਬਣੇ ਉਹਦੇ ਨਾਲ ਰੁਲੇ, ਤਾਂ ਉਸ ਦੇ ਵਿੱਚ ਕੀ ਹੈ ਕਿ ਇਹ ਆ ਗਿਆ ਕਿ ਹੌਲੀ ਜਿਹੜੀ ਮਾਰਕੀਟ ਸਪੋਰਟ ਹੈ ਉਹਨੂੰ ਬੰਦ ਕਰੋ, ਉਹਨੂੰ ਘਟਾਓ। ਆਖਿਰਕਾਰ 2013 ਦੇ ਵਿੱਚ ਜਿਹੜੀ ਬਾਲੀ ਦੇ ਵਿੱਚ ਮਿਨਿਸਟਰੀਅਲ ਮੀਟਿੰਗ ਹੋਈ ਹੈ WTO ਦੀ, ਉਹਦੇ ਵਿੱਚ ਇਹ ਕਰਤਾ ਸੀ ਕਿ ਤੁਸੀਂ ਇਹਨੂੰ ਬੰਦ ਕਰੋ, ਪਰ ਉਹਦੇ ਵਿੱਚ ਸਾਡੀ ਸਰਕਾਰ ਨੇ ਕਿਹਾ ਵੀ ਨਹੀਂ, ਸਾਡੇ ਤਾਂ ਬਹੁਤ ਪ੍ਰੋਬਲਮ ਹੈ, ਸਾਡਾ ਖੇਤੀ ਪ੍ਰਧਾਨ ਦੇਸ਼ ਹੈ ਤੇ ਅਸੀਂ ਇਹਨੂੰ ਬੰਦ ਨਹੀਂ ਕਰ ਸਕਦੇ। ਕਿਸਾਨੀ ਪਹਿਲੇ ਕਰਜ਼ੇ ਥੱਲੇ, ਕਿਸਾਨੀ ਪਹਿਲੀ ਖੁਦ ਜਿਹੜਾ ਹੈਗਾ ਖੇਤੀ ਛੱਡ ਰਹੀ ਹੈ, ਕਿਸਾਨੀ ਪਹਿਲੀ ਖੁਦਕੁਸ਼ੀਆਂ ਕਰ ਰਹੀ ਹੈ, ਅਸੀਂ ਇਹ ਨਹੀਂ ਕਰ ਸਕਦੇ। ਤਾਂ ਸਾਡੇ ਇੱਥੇ ਅਨਾਰਕੀ ਫੈਲ ਸਕਦੀ ਹੈ, ਸਾਨੂੰ ਲੋੜ ਹੈ। ਉਹ ਕਹਿੰਦੇ ਪੀਸ ਕਲੌਜ਼ ਇੱਕ ਐਗਰੀਮੈਂਟ ਆਨ ਐਗਰੀਕਲਚਰ ਜਿਹੜਾ WTO ਦਾ ਪਾਰਟ ਹੈ, ਉਹਦੇ ਵਿੱਚ ਪੀਸ ਕਲੌਜ਼ ਹੈ। ਪੀਸ ਕਲੌਜ਼ ਦੇ ਵਿੱਚ ਇਹ ਹੈ ਕਿ ਜੇ ਪੀਸ ਰੱਖਣੀ ਹੈ ਕਿਤੇ ਤਾਂ ਤੁਹਾਨੂੰ ਕੁਛ ਨਾ ਕੁਛ ਛੋਟ ਦਿੱਤੀ ਜਾ ਸਕਦੀ ਹੈ। ਉਸ ਛੋਟ ਦੇ ਥੱਲੇ ਦਸੰਬਰ 2017 ਤੱਕ 13 ਤੋਂ ਲੈ ਕੇ 17 ਤੱਕ ਉਹ ਛੋਟ ਮਿਲੀ ਸੀ, ਪਰ 17 ਤੋਂ ਬਾਅਦ ਫਿਰ ਸਰਕਾਰ ਦਾ ਇਹ ਸੀਗਾ ਕਿ ਇਹ ਸਪੋਰਟ ਮਾਰਕੀਟ ਦੀ ਇਹਨੂੰ ਬੰਦ ਕੀਤਾ ਜਾਵੇ, ਇਹ ਸਪੋਰਟ ਦੇਣੀ ਨਹੀਂ। ਤਾਂ ਇਸ ਉੱਤੇ ਇੱਧਰ ਉੱਧਰ ਜਾਇਆ ਜਾ ਰਿਹਾ ਸੀ ਤੇ ਹੁਣ ਕਰੋਨਾ ਦਾ ਫਾਇਦਾ ਲੈ ਕੇ ਆਉਂਦੀ ਨਹੀਂ ਸੀਗਾ, ਜਿਹਦੇ ਨਾਲ ਇਹ ਬਣ ਗਿਆ ਕਿ ਅਸੀਂ ਤਾਂ ਇਸੇ ਨਾਲ ਸਾਨੂੰ ਇੱਕ ਗੱਲ ਜ਼ਰੂਰ ਦੇਖਣੀ ਪਊਗੀ ਕਿ ਇਹ ਜਿਹੜੀ ਆਰਡੀਨੈਂਸ ਜੀ ਹਾਂਜੀ ਇਹ ਜਿਹੜੇ ਆਰਡੀਨੈਂਸ ਨੇ ਇਹਨਾਂ ਵਰਗੀਆਂ ਚੀਜ਼ਾਂ ਜੋ ਚਾਉਣ ਨੂੰ ਕਹਿੰਦੇ APMC ਐਕਟ ਨੂੰ ਜਿਹੜਾ ਤੋੜਨ ਦੀ ਗੱਲ ਹੈ, ਇਹ ਆਰਡੀਨੈਂਸ APMC ਐਕਟ ਨੂੰ ਤੋੜਦੇ ਇਸ ਸਮੇਂ
APMC ਐਕਟ ਇਹ ਕਹਿੰਦਾ ਕਿ ਰੈਗੂਲੇਟਡ ਮਾਰਕੀਟ ਤੋਂ ਬਾਹਰ ਕੁਝ ਨਹੀਂ ਵਿਕ ਸਕਦਾ। ਜੇ ਤੁਸੀਂ ਇਹਨਾਂ ਤੋਂ ਬਾਹਰ ਵੇਚ ਰਹੇ ਹੋ ਇਹਦਾ ਮਤਲਬ ਤੁਸੀਂ ਇਹਨੂੰ ਤੋੜੋ, ਆਪਣੇ ਆਪ ਹੀ ਟੁੱਟ ਗਿਆ। ਤੇ ਬਹੁਤ ਸਾਰਾ ਪ੍ਰੈਸ਼ਰ ਸੀ ਕਿ ਇਹਨੂੰ ਤੋੜੋ, ਇਹਨੂੰ ਤੋੜੋ। ਉਹਨਾਂ ਨੇ ਯੂਨੀਅਨ ਗਵਰਨਮੈਂਟ ਨੇ ਕਰਤਾ ਵੀ ਅਸੀਂ ਕਰਤਾ ਯਾਰ ਖੁੱਲ੍ਹ ਤੁਸੀਂ ਦੇਤੀ ਬਸ ਟੁੱਟ ਗਿਆ ਤੁਹਾਡਾ। ਤੇ ਤਾਂ ਇਹ ਚੀਜ਼ ਬਿਹਾਰ ਦੇ ਵਿੱਚ 2006 ਦੇ ਵਿੱਚ ਕੀਤੀ ਸੀ, APMC ਐਕਟ ਨੂੰ ਤੋੜਿਆ ਸੀਗਾ। ਉੱਥੇ ਕੀ ਹੋਇਆ ਕਿ ਬਿਲਕੁਲ ਫਸਲਾਂ ਦੇ ਰੇਟ ਨੇ ਜਿਹੜੇ ਉਹ ਬਹੁਤ ਥੱਲੇ ਡਿੱਗੇ ਪਏ। ਵਪਾਰੀਆਂ ਨੇ ਉਹ ਜਿਹੜਾ ਕਹਿੰਦੇ ਸੀ ਬੜਾ ਕੰਪੀਟੀਸ਼ਨ ਹੋਊਗਾ ਹੋਊਗਾ ਜਿਹੜੇ ਇੱਥੇ ਕਹਿੰਦੇ ਨੇ, ਉੱਥੇ ਬਿਹਾਰ ਦੇ ਵਿੱਚ ਵਪਾਰੀਆਂ ਕਿਸਾਨਾਂ ਦੀ ਫਸਲ ਹੈ ਜਿਹੜੀ ਬਹੁਤ ਥੋੜੇ ਰੇਟ ਉੱਤੇ ਮਤਲਬ MSP ਤੋਂ ਕਿਤੇ ਥੱਲੇ ਜਿਹੜੀ ਵਿਕਦੀ ਰਹੀ। ਔਰ ਉੱਥੋਂ ਭਰ ਕੇ ਜਿਹੜੇ ਟਰੱਕ ਨੇ ਜਿਹੜੇ ਉਹ ਇੱਥੇ ਪੰਜਾਬ ਦੀਆਂ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ MSP ਉੱਤੇ ਵੇਚ ਕੇ ਬਹੁਤ ਸਾਰੀਆਂ ਜਿਹੜੀਆਂ ਮਤਲਬ ਜਿਹੜੇ ਹੈਗੇ ਨੇ ਵਪਾਰੀ ਉਹਨਾਂ ਨੇ ਬਹੁਤ ਸਾਰੇ ਪੈਸੇ ਕਮਾਏ। ਇਹ ਸਾਡੇ ਕੋਲ ਸਪਸ਼ਟ ਉਦਾਹਰਨ ਹੈ ਮਤਲਬ ਇੰਡੀਆ ਦੀ ਜਿੱਥੇ APMC ਐਕਟ ਨੂੰ ਤੋੜਿਆ ਗਿਆ। ਤਾਂ ਸਾਨੂੰ ਸਾਫ਼ ਦਿੰਦਾ ਕਿ ਜਿਹੜੇ ਖੇਤਾਂ ਵਿੱਚ APMC ਐਕਟ ਨੂੰ ਤੇ ਇੱਕ ਪਾਸੇ ਹੈਗਾ ਤਾਂ ਉੱਥੋਂ ਦੀ ਖੇਤੀ ਤੇ ਦੂਜੀ ਖੇਤੀ ਦਾ ਖਾਸ ਫਰਕ ਹੁੰਦਾ। ਪਰ ਹੁਣ ਇਹ ਲਿਆਂਦਾ ਕਿਉਂ ਗਿਆ? ਬਿਲਕੁਲ ਸਾਨੂੰ ਇਹ ਹੈਗਾ ਕਿ ਜੇ ਇਹ 86% ਫਾਰਮਰ ਛੋਟੇ ਨੇ ਜਿਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਭਾਵੇਂ ਉੱਥੇ ਵੇਚੀ ਚੱਲੋ, ਇਹ ਕਿਹਾ ਜਾਂਦਾ ਕਿ ਤੁਹਾਨੂੰ ਕੋਈ ਬੰਨਿਆ ਨਹੀਂ ਹੈਗਾ ਕਿ ਤੁਸੀਂ ਇੱਥੇ ਕਰਨਾ, ਤੁਸੀਂ ਜਿੱਥੇ ਤੁਹਾਡਾ ਜੀ ਕਰਦਾ ਦੇ ਤੁਹਾਨੂੰ ਕਿਹੜਾ ਵੀ ਹਟਾਉਂਦੇ ਆ। ਤਾਂ ਜਿਹੜਾ 86% ਜਿਹੜਾ ਕਿਸਾਨ ਹੈ ਬਹੁਤ ਸੋਹਣਾ ਸਾਨੂੰ ਸਾਰੇ ਕਹਿੰਦੇ ਨੇ ਕਿ ਇਹਨਾਂ ਕੋਲ ਨਹੀਂ ਕੁਛ ਅੱਗੇ ਬੁਕਣਾ ਕਿਤੇ ਵੀ ਜਾ ਕੇ। ਜੇ 86% ਲਈ ਨਹੀਂ ਕੀਤੇ ਇਹ ਤਾਂ ਕਿਹਦੇ ਲਈ ਕੀਤੇ ਨੇ? ਤੇ ਜੇ 86% ਨੂੰ ਇਹ ਕਹਿ ਕੇ ਤੂੰ ਪਹਿਲਾਂ ਵਾਂਗੂ ਕਰਦੇ ਰਹੋ ਬਾਕੀਆਂ ਨੂੰ ਕਰ ਲੈਣ ਤਾਂ ਸਾਫ਼ ਹੈ ਕਿ ਉਹ 86% ਛੋਟੀ ਪੀਜੈਂਟਰੀ ਜਿਹੜੀ ਅਸਲ ਦੇ ਵਿੱਚ ਕ੍ਰਾਈਸਿਸ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਸਾਰੀਆਂ ਜਿਹੜੇ ਕਰਜਾਈ ਹੈ ਖੇਤੀ ਚੋਂ ਬਾਹਰ ਹੋ ਰਹੀ ਹੈ ਜਿਹਦਾ ਸਾਰਾ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਦੇ ਵਾਸਤੇ ਨਹੀਂ ਕੀਤਾ ਗਿਆ। ਕ੍ਰਾਈਸਿਸ ਤਾਂ ਉਹਨਾਂ ਦਾ ਸੀ, ਇਹਦੇ ਮਤਲਬ ਕਿਸੇ ਹੋਰ ਲਈ ਜਿਹੜੇ ਵੱਡੇ ਫਾਰਮਰਾਂ ਲਈ ਜਾਂ ਕਿਸੇ ਕੰਪਨੀਆਂ ਲਈ। ਬਿਲਕੁਲ। ਤਾਂ ਇਸ ਤਰ੍ਹਾਂ ਦੇ ਸੁਧਾਰ ਇਹ ਪਹਿਲੀ ਵਾਰੀ ਨਹੀਂ ਹੋਏ। ਇਹ ਸੁਧਾਰ ਪੂਰੇ ਵਿਸ਼ਵ ਦੇ ਵਿਕਸਿਤ ਦੇਸ਼ਾਂ ਦੇ ਵਿੱਚ ਇਹ ਸੁਧਾਰ ਹੋਏ ਨੇ। ਬਿਲਕੁਲ। ਉਹ ਭਾਵੇਂ ਤੁਹਾਡਾ ਏਰੀਆ ਜਿਹੜਾ ਉਹ ਭਾਵੇਂ ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਉਧਰ ਅਮਰੀਕਾ, ਨਾਰਥ ਅਮਰੀਕਾ ਹੋਵੇ ਜਾਂ ਸਾਰੀ ਖੇਤੀ ਇਸ ਤਰ੍ਹਾਂ ਦੇ ਸੁਧਾਰਾਂ ਦੇ ਵਿੱਚ, ਕਿਉਂਕਿ ਸਾਡੇ ਕੋਲ ਇੱਕ ਆਕਸਫੋਰਡ ਦੇ ਇੱਕ ਅਧਿਐਨ ਹੈ 2012 ਦਾ ਜਿਹਦੇ ਵਿੱਚ ਇਹ ਲਿਖਿਆ 2012 ਦਾ ਜਿਹਦੇ ਵਿੱਚ ਇਹ ਲਿਖਿਆ ਕਿ ਅਮਰੀਕਾ ਦੀਆਂ 4 ਕੰਪਨੀਆਂ ਜਿਹਨੂੰ ABCD ਕਹਿੰਦੇ ਆ, 4 ਕੰਪਨੀਆਂ ਨੇ ਜਿਨ੍ਹਾਂ ਨੇ ਦੁਨੀਆ ਦੇ ਫੂਡ ਗ੍ਰੇਨ ਉੱਤੇ ਖਾਦ ਪਦਾਰਥਾਂ ਉੱਤੇ ਵਪਾਰ ਉੱਤੇ 90% ਕੰਟਰੋਲ ਕਰ ਰੱਖਿਆ। ਦੁਨੀਆ ਅਮਰੀਕਾ ਦੀਆਂ ਮਤਲਬ 4 ਕੰਪਨੀਆਂ ਨੇ ਜਿਨ੍ਹਾਂ ਨੂੰ ADM ਬੁੰਗੇ ਕਾਰਗਿਲ ਤੇ ਮਤਲਬ ਡੈਕਸ ਕਹਿੰਦੇ ਨੇ। ਬਿਲਕੁਲ ਜੀ ਬਿਲਕੁਲ ABCD ਕਰਕੇ ਬਿਲਕੁਲ ਸਾਡੇ 4 ਕੰਪਨੀ 90% ਨੂੰ ਕੰਟਰੋਲ ਕਰ ਰੱਖਿਆ। ਸਾਡੇ ਕੰਟਰੋਲ ਹੀ ਨਹੀਂ ਕੀਤਾ ਜੀ। ਹਾਂਜੀ ਮੈਂ ਸਾਡੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿੱਚ ਵੀਰ ਜੀ ਜਿਹੜੀ ਆਸਟ੍ਰੇਲੀਅਨ ਵੀਟ ਬੋਰਡ ਆ ਉਹ ਇਸ ਟਾਈਮ ਕਾਰਗਿਲ ਨੇ ਖਰੀਦਿਆ ਹੋਇਆ ਹੈ। ਉਹ ਚ ਜਿਹੜਾ ਸਰਕਾਰੀ ਜਿਹੜਾ ਹਿੱਸਾ ਬਿਲਕੁਲ ਘਟ ਚੁੱਕਿਆ। ਮਤਲਬ ਇੱਕ ਸਟੇਟ ਦਾ ਜਿਹੜਾ ਇੰਸਟੀਟਿਊਸ਼ਨ ਸੀਗਾ ਜਿਹੜਾ ਵੀਟ ਨੂੰ ਜਿਹੜਾ ਕਣਕ ਨੂੰ ਕੰਟਰੋਲ ਕਰਦਾ ਸੀਗਾ ਉਹ ਕਾਰਗਿਲ ਇੰਡਸਟਰੀ ਨੇ ਉਹ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ। ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈ। ਪੂਰੀ ਦੁਨੀਆ ਦੇ ਵਿੱਚ ਇਹ ਕੰਪਨੀ ਹੈ ਜਿਹੜੀ 4 ਕੰਪਨੀਆਂ ਨੇ ਜਿਨ੍ਹਾਂ ਨੇ ਸਾਰੀ ਖਾਦ ਪਦਾਰਥਾਂ ਦੇ ਇਹਨਾਂ ਦਾ ਇਹ ਇਕੱਲੇ ਖਾਦ ਪਦਾਰਥਾਂ ਤੇ ਕੰਟਰੋਲ ਨਹੀਂ, ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਦੋਵਾਂ ਉੱਤੇ ਕੰਟਰੋਲ ਹੈ। ਬੈਕਵਰਡ ਲਿੰਕਾਂ ਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਦੇ ਬੀਜ ਉੱਤੇ, ਉਹਨਾਂ ਦੀਆਂ ਖਾਦਾਂ ਉੱਤੇ, ਉਹਨਾਂ ਦੇ ਕੈਮੀਕਲਾਂ ਉੱਤੇ, ਕੀਟਨਾਸ਼ਕ ਜ਼ਹਿਰਾਂ ਉੱਤੇ, ਉਹਨਾਂ ਦੇ ਪੈਸੇ ਉੱਤੇ, ਕ੍ਰੈਡਿਟ ਉੱਤੇ, ਤੇ ਇਹ ਸਾਰਾ ਖੇਤੀ ਦੇ ਵਿੱਚ ਆਉਂਦਾ ਹੁੰਦਾ। ਤੇ ਉਸ ਤੋਂ ਬਾਅਦ ਉਹਨਾਂ ਦੇ ਸਟੋਰੇਜ ਉੱਤੇ, ਉਹਨਾਂ ਦੀ ਪ੍ਰੋਸੈਸਿੰਗ ਉੱਤੇ, ਉਹਨਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਜਿਹੜੀਆਂ ਪੈਕੇਜ ਜਾਂ ਬਾਕੀ ਵਸਤਾਂ ਨੇ ਜਿਹੜੀਆਂ ਅਸੀਂ ਕਹਿੰਦੇ ਜਿਹੜੇ ਸਾਨੂੰ ਸਟੋਰਾਂ ਦੇ ਵਿੱਚ ਮਿਲਦੀਆਂ ਨੇ ਇਹਨੂੰ ਫਾਈਨਲ ਜਿਹੜੀਆਂ ਕੰਜ਼ਿਊਮਰ ਬੋਰਡ 'ਚ ਕਹਿੰਦੇ ਆ, ਇਹ ਸਾਰੀਆਂ ਜਿਹੜੀਆਂ ਪ੍ਰੋਸੈਸ ਨੇ ਜਿਹਨੂੰ ਐਗਰੀਬਿਊਟੈਂਸ ਚ ਕਿਹਾ ਜਾਂਦਾ ਇਹ ਸਾਰੀਆਂ, ਔਰ ਉਹਨਾਂ ਦੇ ਕਿਸੇ ਤੌਰ ਤੇ ਪਹੁੰਚਾਉਣ ਤੇ ਡਿਲੀਵਰੀ ਉੱਤੇ, ਉਹਨਾਂ ਦੀ ਟਰਾਂਸਪੋਰਟ ਉੱਤੇ ਜਿੰਨੀਆਂ ਸਾਰੀਆਂ ਐਕਟੀਵਿਟੀ ਹੁੰਦੀਆਂ ਨੇ ਇਹਨਾਂ 4 ਕੰਪਨੀਆਂ ਦੀ ਕੰਟਰੋਲ ਹੈ। ਤਾਂ ਤੁਸੀਂ ਦੇਖ ਲਓ ਕਿ ਜਿਹੜਾ ਕਹਿੰਦੇ ਕਿ ਛੋਟੇ ਕਿਸਾਨ ਨੂੰ ਬੜਾ ਫਾਇਦਾ ਹੋ ਜਾਊਗਾ। ਸਾਡੇ ਕੋਲ ਸਪਸ਼ਟ ਹੈ ਕਿ ਇਹ ਸੁਧਾਰ ਨੇ ਜਿਹੜੇ ਜਿਹੜੀ ਅਮਰੀਕਾ ਦੇ ਵਿੱਚ ਸੁਧਾਰ ਕਰੇ ਗਏ ਸੀਗੇ ਤਾਂ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਤਾਂ
ਥੋੜੇ ਜਿਹੇ ਉਸ ਪਾਠਪੁਰ ਦੇ ਮੇਰੇ ਜਿਹੜੇ ਇਸ ਤਰ੍ਹਾਂ ਦੇ ਸੁਧਾਰ ਲਿਆਂਦੇ ਸੀਗੇ ਜਿਹਨੂੰ ਮਤਲਬ ਕੋਈ ਅਮਰੀਕਾ ਦੇ ਵਿੱਚ ਇਹ ਪ੍ਰਚਾਰਿਆ ਗਿਆ ਸੀ ਕਿ ਤੁਸੀਂ ਇਸ ਤਰ੍ਹਾਂ ਖੇਤੀ ਕਰੋ। ਖੇਤੀ ਹੈ ਜਿਹੜੀ ਉਹ ਛੋਟੇ ਪੱਧਰ ਦੀ ਖੇਤੀ ਹੈ ਜਿਹੜੀ ਉਹਦੀਆਂ ਇਕੋਨਮੀ ਜੋ ਸਕੇਲ ਨੇ ਜਿਹੜੀਆਂ ਉਹ ਨਹੀਂ ਹੁੰਦੀਆਂ, ਤੁਹਾਨੂੰ ਵੱਡੇ ਪੱਧਰ ਤੇ ਖੇਤੀ ਕਰਨਾ ਪੈਂਦਾ। ਤੇ ਇਹਦੇ ਨਾਲ ਕੀ ਹੋਇਆ ਸੀ ਕਿ ਥੋੜੇ ਜਿਹੇ ਸਾਲਾਂ ਦੇ ਵਿੱਚ ਉੱਥੇ 10 ਲੱਖ ਦੇ ਕਰੀਬ ਜਿਹੜੇ ਛੋਟੇ ਕਿਸਾਨ ਨੇ ਉਹ ਖੇਤੀ ਤੋਂ ਬਾਹਰ ਹੋ ਗਏ ਸੀਗੇ। ਤਾਂ ਇਹ ਛੋਟੀ ਕਿਸਾਨੀ ਨੂੰ ਖੇਤੀ ਚੋਂ ਬਾਹਰ ਕਰਨ ਵਾਸਤੇ ਆਰਡੀਨੈਂਸ ਨੇ ਜਿਹੜੇ ਉਸ ਦਿਸ਼ਾ ਦੇ ਵਿੱਚ ਜਿਹੜੇ ਕਦਮ ਪੁੱਟਣਗੇ ਤੇ ਛੋਟੀ ਕਿਸਾਨੀ ਇਹਦੇ ਨਾਲ ਭਾਵੇਂ ਇਹ ਵੀ ਕਿਹਾ ਜਾਂਦਾ ਕਈ ਵਾਰੀ ਤੇ ਇਹਦੇ ਨਾਲ ਐਫੀਸ਼ੀਐਂਸੀ ਵਧੂਗੀ, ਇਹਦੇ ਨਾਲ ਮੁਕਾਬਲਾ ਵਧੂਗਾ, ਇਹਦੇ ਨਾਲ ਪ੍ਰੋਡਕਸ਼ਨ ਵਧੂਗੀ, ਕਈ ਵਾਰੀ ਕਿਹਾ ਜਾਂਦਾ। ਬਿਲਕੁਲ ਭਾਵੇਂ ਮੈਂ ਕਹਿੰਦਾ ਕਿ ਸ਼ੁਰੂ ਦੇ ਵਿੱਚ ਭਾਵੇਂ ਜਿਹੜੇ ਮਜ਼ਦੂਰਾਂ ਨੂੰ ਜਾਂ ਕਿਸਾਨਾਂ ਨੂੰ ਥੋੜੀ ਦਿਹਾੜੀ ਵੱਧ ਮਿਲ ਜੇ, ਸ਼ੁਰੂ ਦੇ ਵਿੱਚ ਭਾਵੇਂ ਖੇਤੀ ਦਾ ਉਤਪਾਦਨ ਵੀ ਵੱਧ ਜੇ, ਪਰ ਛੋਟੀ ਕਿਸਾਨੀ ਦਾ ਭੋਗ ਪੱਕਾ ਹੈਗਾ ਇਹਨਾਂ ਦੇ ਵਿੱਚ। ਅੱਜ ਸਾਨੂੰ ਲੋੜ ਉਤਪਾਦਨ ਦੀ ਨਹੀਂ, ਕਿਉਂਕਿ ਸਾਡੇ ਉਤਪਾਦਨ ਦੀ ਲੋੜ ਹੈਗੀ, ਪਰ ਸਾਡੀ ਇਹ ਸਮੱਸਿਆ ਨਹੀਂ ਕਿ ਉਤਪਾਦਨ ਨਹੀਂ ਵੱਧ ਰਿਹਾ। ਖੇਤੀ ਦੇ ਵਿੱਚ ਜਦੋਂ ਮੈਂ ਸ਼ੁਰੂ ਦੇ ਵਿੱਚ ਖੇਤੀ ਪੜ੍ਹਦਾ ਹੁੰਦਾ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਭਾਰਤ ਦੀ ਖੇਤੀ ਜਾਂ ਕੋਈ ਵੀ ਖੇਤੀ ਹੈ ਜਿਹੜੀ ਉਹ ਨੇਚਰ ਦਾ ਡੈਂਬਰ ਆਫ ਨੇਚਰ ਹੈ, ਨੇਚਰ ਦਾ ਜੋ ਹੈ ਇਹ ਤਾਂ ਨੇਚਰ ਦੇ ਵਿੱਚ ਖੇਡੀ ਜਾਂਦੀ। ਜੇ ਕੁਦਰਤ ਦੀ ਜਿਹੜੀ ਸਾਡੇ ਤੇ ਕਿਰਪਾ ਹੋਈ ਤਾਂ ਫਸਲ ਵਧੀਆ ਹੋ ਜਾਂਦੀ ਹੈ, ਤੇ ਜੇ ਨਾ ਹੋਵੇ ਤਾਂ ਨਹੀਂ ਹੁੰਦੀ। ਤੇ ਭਾਰਤੀ ਕਿਸਾਨ ਦੇ ਕੋਲ ਸਾਰੇ ਇਹ ਪ੍ਰੋਡਕਸ਼ਨ ਦੀਆਂ ਸਮੱਸਿਆਵਾਂ ਤਾਂ ਹੋ ਸਕਦੀਆਂ ਨੇ ਕਿ ਪ੍ਰੋਡਕਸ਼ਨ ਦੇ ਵਿੱਚ ਖੇਤੀ ਦੀ ਸਮੱਸਿਆ ਹੋ ਜੇ, ਪਰ ਜਿਵੇਂ ਪੰਜਾਬ ਵਰਗਾ ਸੂਬਾ ਹੈ ਪ੍ਰੋਡਕਸ਼ਨ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ। ਸਾਨੂੰ ਸਮੱਸਿਆ ਅੱਜ ਜੇਕਰ ਕੁਝ ਇਹ ਵੀ ਬਿਆਨ ਆ ਰਿਹਾ ਕਿ ਪ੍ਰੋਡਕਸ਼ਨ ਹੈ ਜਿਹੜਾ ਇਹਦੇ ਨਾਲ ਵੱਧ ਸਕਦਾ ਵੱਡੇ ਪੱਧਰ ਤੇ, ਤਾਂ ਅੱਜ ਸਾਡੀ ਮੁੱਖ ਲੋੜ ਜਿਹੜੀ ਹੈਗੀ ਹੈ ਮੰਡੀਕਰਨ ਹੈ। ਅੱਜ ਖੇਤੀ ਮੰਡੀ ਦਾ ਜੂਆ ਹੈ, ਅੱਜ ਖੇਤੀ ਕੁਦਰਤ ਦਾ ਜੂਆ ਨਹੀਂ। ਅੱਜ ਮੰਡੀ ਉੱਤੇ ਕਹਿੰਦੇ ਸਾਰੀਆਂ ਕੰਪਨੀਆਂ ਜਿਹੜੀਆਂ ਕੰਟਰੋਲ ਕਰ ਰਹੀਆਂ ਨੇ। ਇਹ ਕਿਹਾ ਜਾਂਦਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਵੱਧ ਮੁਨਾਫੇ ਵਾਲਾ ਧੰਦਾ ਹੈ ਉਹ ਫਾਰਮਾਸਿਊਟੀਕਲ ਹੈ, ਤੇ ਉਸ ਤੋਂ ਬਾਅਦ ਐਗਰੀ ਬਿਜ਼ਨਸ ਹੈ। ਇਹ ਸਾਰਾ ਐਗਰੀ ਬਿਜ਼ਨਸ ਨੇ। ਇਹਦੇ ਵਿੱਚ ਸਾਨੂੰ ਇਹਦੇ ਵਿੱਚ ਕਈਆਂ ਕੰਪਨੀਆਂ ਜਿਹੜੀਆਂ ਭੱਜ ਕੇ ਆ ਰਹੀਆਂ ਨੇ। ਤੇ ਇੱਕ ਗੱਲ ਸਾਨੂੰ ਇਸ ਤੋਂ ਪਹਿਲਾਂ ਜ਼ਰੂਰ ਕਰ ਲੈਣੀ ਚਾਹੀਦੀ ਸੀ ਕਿ ਇਹ ਸੱਚਮੁੱਚ ਵੀ ਕਈ ਵਾਰੀ ਇਹ ਸਾਡੇ ਦਿਮਾਗ 'ਚ ਆਉਂਦਾ ਕਿ ਜਿਹੜੀ ਭਾਵੇਂ ਮੈਂ ਕਿਹਾ ਕਿ ਪੰਜਾਬ ਦੀ ਜਿਹੜੀ ਮੰਡੀਕਰਨ ਸਿਸਟਮ ਹੈ ਦੁਨੀਆ ਦੇ ਵਿੱਚ ਵਧੀਆ ਸਿਸਟਮ ਹੈ, ਪਰ ਫਿਰ ਵੀ ਇੱਕ ਸਵਾਲ ਕਿ ਜਿਹਨ ਚ ਆਉਂਦਾ ਕਿ ਇਹ ਵਧੀਆ ਫਿਰ ਵੀ ਕਿਸਾਨ ਦੀ ਹਾਲਤ ਤਾਂ ਮਾੜੀ ਹੈ। ਕਿਸਾਨ ਉਸੇ ਤਰ੍ਹਾਂ ਜਿਹੜੇ ਕਾਫੀ ਕਰਜ਼ਾਈ ਨੇ ਬਾਹਰ ਹੋ ਰਹੀ ਹੈ ਛੋਟੀ ਕਿਸਾਨੀ, ਤੇ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਤੇ ਪੈ ਰਹੇ ਨੇ। ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹਨੂੰ ਹੋਰ ਠੀਕ ਕਰਨ ਦੀ ਲੋੜ ਨਹੀਂ, ਇਸੇ ਸਿਸਟਮ ਨੂੰ ਹੋਰ ਠੀਕ ਕਰਨ ਦੀ ਲੋੜ ਸੀ। ਨਹੀਂ ਤਾਂ ਕਿਉਂਕਿ ਇਹਦੇ ਵਿੱਚ ਹੀ ਸਾਨੂੰ ਹੋਰ ਇੱਕ ਇਨਵੈਸਟਮੈਂਟ ਕਰਕੇ ਹੋਰ MSP ਦੇ ਕਿਉਂਕਿ MSP ਸੀਗੀ 2005 ਦੇ ਵਿੱਚ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਆਉਂਦੀ ਹੈ ਜਿਹਨੂੰ ਇਹ ਕਿਹਾ ਕਿ MSP ਹੈ ਜਿਹੜੀ ਉਹ ਕੁੱਲ ਲਾਗਤਾਂ ਨੂੰ ਜੋੜ ਕੇ 50% ਉਹਦੇ ਤੇ ਪ੍ਰੋਫਿਟ ਦੇ ਉੱਪਰ ਜਾਣਾ ਚਾਹੀਦਾ। ਬਿਲਕੁਲ। ਇਹਨਾਂ ਨੇ ਕੀ ਕਿਹਾ ਉਸ ਤੋਂ ਬਾਅਦ ਇਹ ਨੈਸ਼ਨਲ ਸਵਾਮੀਨਾਥਨ ਦੀ ਰਿਪੋਰਟ ਨਹੀਂ ਬੇਸਿਕਲੀ ਕਿ ਨੈਸ਼ਨਲ ਕਮਿਸ਼ਨ ਔਨ ਫਾਰਮਰਸ ਦੀ ਹੈ। ਨੈਸ਼ਨਲ ਫਾਰਮ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਾ ਇੱਕ ਕਮਿਸ਼ਨ ਸੀਗਾ, ਉਹਨੂੰ ਸਰਕਾਰੀ ਕਮਿਸ਼ਨ ਸੀਗਾ, ਉਹਨਾਂ ਨੇ ਬਿਠਾਇਆ ਸੀ। ਤੇ ਤੁਸੀਂ ਦੱਸੋ ਖੇਤੀ 'ਚ ਕਿਵੇਂ ਸੁਧਾਰ ਹੋ ਸਕਦਾ? ਕਮਿਸ਼ਨ ਨੇ ਇੱਕ ਰਿਪੋਰਟ ਦਿੱਤੀ ਉਹਨੇ ਆਪਦੇ ਕਮਿਸ਼ਨ ਨੇ, ਤੇ ਤੁਸੀਂ ਕੁੱਲ ਲਾਗਤਾਂ ਜਿੰਨੀ ਆ ਜਾਂਦੀ ਉਸ ਤੋਂ ਬਾਅਦ 50% ਹੋਰ ਦੋ ਫਿਰ ਕਿਸਾਨੀ ਜਿਹੜੀ ਉਹ ਬਚ ਸਕਦੀ ਹੈ। ਤਾਂ ਉਹਦੇ ਵਿੱਚ ਇਹ ਵੀ ਸੀਗਾ ਕਿ ਸਵਾਮੀਨਾਥਨ ਨੂੰ ਕਿਸੇ ਨੇ ਇਹ ਪੁੱਛਿਆ ਜੀ ਕਿ ਤੁਸੀਂ ਬਹੁਤ ਸਾਰੇ ਕਿਸਾਨ ਪੱਖੀ ਆਦੇ ਹੋ, ਕਹਿੰਦਾ ਨਹੀਂ ਮੈਂ ਕਿਸਾਨ ਪੱਖੀ ਨਹੀਂ ਹੈਗਾ, ਮੈਂ ਤਾਂ ਤੁਹਾਡੇ ਪੱਖੀ ਹਾਂ। ਬੇਸਿਕਲੀ ਕੀ ਹੈ ਕਿ ਸਾਨੂੰ ਇਹ ਕਰਨਾ ਹੀ ਪਊਗਾ, ਨਹੀਂ ਤਾਂ ਕਿਸਾਨੀ ਜਿਹੜੀ ਉਹ ਸਾਰਾ ਪੱਕਾ ਹੈਗਾ। ਤੇ ਇਹਦੇ ਨਾਲ ਕੀ ਸੀਗਾ ਇਸ ਤੋਂ ਬਾਅਦ ਦੇਖੋ ਮਤਲਬ ਕਿੰਨੀ ਇੱਕ ਹੈਰਾਨੀ ਦੀ ਗੱਲ ਕਿ ਇਸ ਤੋਂ ਬਾਅਦ ਇੱਕ ਹੋਰ ਕਮਿਸ਼ਨ ਬਣਾਇਆ, ਕਮੇਟੀ ਬਣਾਈ ਗਈ ਜਿਹਨੂੰ ਅਸੀਂ ਰਮੇਸ਼ ਚੰਦ ਕਮੇਟੀ ਕਹਿੰਦੇ। ਰਮੇਸ਼ ਚੰਦ ਕਮੇਟੀ ਨੇ ਇਹ ਕਿਹਾ, ਰਮੇਸ਼ ਚੰਦ ਕਮੇਟੀ ਨੇ ਕਿਹਾ ਵੀ ਸਵਾਮੀਨਾਥਨ ਨਾਲ ਵੀ ਨਹੀਂ ਕਰਨੇ। ਸਵਾਮੀਨਾਥਨ ਤੋਂ ਬਾਅਦ ਬਿਠਾਈ, ਇਹਦਾ ਮਤਲਬ ਵੀ ਇਹ ਹੈ ਸਵਾਮੀਨਾਥਨ ਤੋਂ ਬਾਅਦ ਬਿਠਾਈ ਜਿਹੜੀ ਕਮੇਟੀ, ਇਹਦਾ ਮਤਲਬ ਕੀ ਹੈ ਕਿ ਤੁਸੀਂ ਦੇਖੋ ਇਹਨੂੰ ਸਹੀ ਹੈ ਗੱਲ ਜਿਹੜਾ ਸਵਾਮੀਨਾਥਨ ਕਹਿੰਦਾ। ਉਹ ਕਹਿੰਦਾ ਨਹੀਂ, ਤੁਸੀਂ ਜਿਹੜਾ ਖਰਚੇ ਗਿਣਨੇ ਨੇ ਨਾ C2 ਜਿਹਨੂੰ ਕਹਿੰਦੇ ਸੀ ਆਖਰੀ ਖਰਚੇ ਜੀ, ਕਿਉਂਕਿ 6 ਤਰ੍ਹਾਂ ਦੇ ਖਰਚੇ ਗਿਣਦੇ ਨੇ A1 A2 B1 B2 C1 C2।
ਖਰੀਦੂਗਾ ਜਿਹੜਾ ਉਹਦੇ ਵਿੱਚ ਸਾਰੇ ਖਰਚੇ ਆ ਜਾਣੇ। ਉਹ ਕਹਿੰਦਾ ਵੀ ਇਹਦੇ ਵਿੱਚ ਸਾਰੇ ਖਰਚੇ ਨਹੀਂ ਆਉਂਦੇ, ਇਹਦੇ ਵਿੱਚ ਹੋਰ ਚੀਜ਼ਾਂ ਕਰੋ। ਹੋਰ ਚੀਜ਼ਾਂ ਕੀ ਕਰੋ? ਜਿਹੜਾ ਮੁਖੀ ਹੈ ਘਰ ਦਾ ਉਹਨੂੰ ਮੰਨੋ ਕਿ ਇਹ ਟੈਕਨੀਕਲ ਬੰਦਾ, ਉਹਦੀ ਤੁਹਾਡੀ ਟੈਕਨੀਕਲ ਪਾਓ, ਸਧਾਰਨ ਲੇਬਰ ਨਾ ਪਾਓ। ਇਸੇ ਤਰ੍ਹਾਂ ਹੀ ਉਹਦੀ ਆਪਣੀ ਜ਼ਮੀਨ ਦਾ ਠੇਕਾ ਪਾਓ। ਇਸੇ ਤਰ੍ਹਾਂ ਹੀ ਪੂੰਜੀ ਦਾ ਵਿਆਜ ਪੂਰੇ ਸੀਜ਼ਨ ਦਾ 6 ਮਹੀਨੇ ਪਾਓ, 3 ਮਹੀਨੇ ਨਾ ਪਾਓ। ਇਸੇ ਤਰ੍ਹਾਂ ਹੀ ਉਹਨਾਂ ਨੂੰ ਮਾਰਕੀਟ ਤੱਕ ਲਿਜਾਣ ਦੇ ਸਾਰੇ ਖਰਚੇ ਢੋਟ ਬਾਈ ਜੇ ਉਹ ਵੀ ਦਿਓ, ਉਸ ਉੱਤੇ 10% ਹੋਰ ਦਿਓ। ਤਾਂ ਇਹ ਤਾਂ ਸਾਰਾ ਕੁਛ ਸਾਨੂੰ ਇਸ ਤੋਂ ਬਾਅਦ ਦੇਣਾ ਚਾਹੀਦਾ ਸੀ, ਜਿਹਦੇ ਨਾਲ ਮੈਂ ਕੁਝ ਕੈਲਕੂਲੇਸ਼ਨਾਂ ਕੀਤੀਆਂ ਸੀ ਕਿ ਲਗਭਗ 2700 ਤੋਂ 2800 ਤੋਂ ਲੈ ਕੇ 3000 ਕਣਕ ਤੇ ਝੋਨੇ ਦਾ ਰੇਟ ਬਣਨਾ ਚਾਹੀਦਾ, ਜਿਹੜਾ ਹੁਣ 2000 ਤੋਂ ਥੱਲੇ। ਜੇ ਅਸੀਂ ਰਮੇਸ਼ ਚੰਦ ਤੇ ਇਹਨਾਂ ਦੀਆਂ ਮੰਨ ਲਈਏ ਆਪਣੇ ਸਾਹਮਣੇ ਮੈਥੋਂ ਦੀਆਂ, ਤਾਂ ਇਹ ਰੇਟ ਹੈ ਜਿਹੜਾ ਉਹ 1925 ਨਹੀਂ 1815 ਨਹੀਂ, ਇਹ ਰੇਟ ਹੈ ਜਿਹੜਾ 3000 ਜਾਂ 2800 3000 ਦੇ ਕਰੀਬ ਹੋਣਾ ਚਾਹੀਦਾ ਇਸ ਸਾਲ ਦੇ ਵਿੱਚ। ਇੰਨਾ ਘੱਟ ਦਿੱਤਾ ਜਾ ਰਿਹਾ। ਹੁਣ ਸਾਡੇ ਸਵਾਲ ਇਹ ਹੁੰਦਾ ਕਿ ਇਹ ਜਿਹੜੇ ਵੀ ਥਾਵਾਂ ਉੱਤੇ ਇਹ ਚੀਜ਼ਾਂ ਲਾਗੂ ਕੀਤੀਆਂ ਗਈਆਂ ਹੁਣ ਤੱਕ, ਉਹਨਾਂ ਥਾਵਾਂ ਦੇ ਉੱਤੇ ਸਾਨੂੰ ਸਾਫ਼ ਜਿਹਾ ਅਮਰੀਕਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਵੱਡੀ ਗਿਣਤੀ ਹੈ ਜਿਹੜੀ ਉਹ ਵੱਡੀਆਂ ਸਬਸਿਡੀਆਂ ਦੇਣ ਤੋਂ ਬਾਅਦ ਵੀ ਤੁਹਾਨੂੰ ਸਬਸਿਡੀਆਂ ਸਿੱਧੀਆਂ ਕਿਸਾਨਾਂ ਨੂੰ ਨਹੀਂ ਜਾਂਦੀਆਂ। ਤੇ ਜਿਵੇਂ ਦੇਖਣ ਨੂੰ ਇਹਨਾਂ ਨੂੰ ਕਿਸਾਨ ਸਿੱਧੀਆਂ ਸਬਸਿਡੀਆਂ ਲੈ ਜਾਂਦੇ ਨੇ, ਪਰ ਇਹਦੇ ਵਿੱਚ ਵੀ ਵੱਡਾ ਹਿੱਸਾ ਜਿਹੜਾ ਉਹ ਕਿਸਾਨੀ ਨੂੰ ਚਲਾ ਜਾਂਦਾ। ਇਹ ਸਾਡਾ ਜਿਹੜਾ ਆਪਣਾ ਕ੍ਰੈਡਿਟ ਦਾ ਸਿਸਟਮ ਹੈ ਉਹਦੇ ਵਿੱਚ ਵੀ ਉਹ ਲਿਬਰਲ ਕਰਤਾ ਕਿ ਹੁਣ ਖੇਤੀ ਦੇ ਲਈ ਖਰਚਾ ਨਹੀਂ ਕਿ ਫਸਲ ਤੁਸੀਂ ਕਣਕ ਦੀ ਪੈਦਾ ਕਰਨੀ ਜਾਂ ਝੋਨੇ ਦੀ ਪੈਦਾ ਕਰਨੀ, ਇਹਦੇ ਲਈ ਜਿਹੜਾ ਅਸੀਂ ਕਰਜ਼ਾ ਨਹੀਂ ਦੇਣਾ। ਤੁਸੀਂ ਖੇਤੀ ਤੋਂ ਬਾਅਦ ਜਿਹੜਾ ਸਟੋਰੇਜ ਕਰਨਾ, ਜਿਹੜੇ ਸੈਲੋ ਬਣਾਉਣੇ ਨੇ, ਜਿਹੜੇ ਹੋਰ ਕੰਮ ਕਰਨੇ ਇਹਦੇ ਵਿੱਚ, ਉਹਦੇ ਵਾਸਤੇ ਤੁਹਾਨੂੰ ਕਰਜ਼ਾ ਦੇਵਾਂਗੇ। ਇੱਕ ਪਾਸੇ ਜੇ ਇਹ ਕਿਸਾਨ ਦਾ ਕੰਮ ਨਹੀਂ, ਇਹ ਛੋਟੀ ਕਿਸਾਨੀ ਦਾ ਕੰਮ ਨਹੀਂ, ਬਿਲਕੁਲ ਮੱਧਮ ਕਿਸਾਨੀ ਦਾ ਕੰਮ ਨਹੀਂ, ਇਹ ਬਹੁਤ ਵੱਡੀ ਕਿਸਾਨੀ ਦਾ ਕੰਮ ਹੋ ਸਕਦਾ ਜਾਂ ਇਹ ਇੱਕ ਕੰਪਨੀ ਦਾ ਕੰਮ ਹੋ ਸਕਦਾ। ਅੱਜ ਜੇਕਰ ਮੱਧਵੀ ਕਿਸਾਨੀ ਨੇ ਟਰੈਕਟਰ ਲੈਣੇ, ਟਰੈਕਟਰ ਹੈ ਜਿਹੜਾ ਉਹ ਕਾਰ ਮਿਲੂਗੀ ਤੁਹਾਨੂੰ 3-4% ਤੇ ਟਰੈਕਟਰ ਮਿਲੂਗਾ 12-13%। ਤੇ ਖੇਤੀ ਦੇ ਵਿੱਚ ਪ੍ਰਾਇਓਰਟੀ ਸੈਕਟਰ ਦੇ ਹੋਣ ਤੋਂ ਬਾਅਦ ਵੀ ਜਿਹੜੇ ਖੇਤੀ ਦੇ ਜ਼ਰੂਰੀ ਚੀਜ਼ਾਂ ਨੇ ਉਹ ਮਹਿੰਗੇ ਵਿਆਜ ਉੱਤੇ ਮਿਲਦੀਆਂ ਨੇ। ਤੇ ਦੂਜੇ ਪਾਸੇ ਜਿਹੜੇ ਕੰਮ ਜਿਹਨਾਂ ਨੂੰ ਖੇਤੀ ਕਿਹਾ ਜਾਂਦਾ, ਸਟੋਰੇਜ ਕਰਨਾ ਖੇਤੀ ਕਿਹਾ ਜਾਂਦਾ, ਸੈਲੋ ਬਣਾਉਣੀ ਖੇਤੀ ਕਿਹਾ ਜਾਂਦਾ, ਤਾਂ ਉਹਨਾਂ ਉੱਤੇ ਜਿਹੜੀਆਂ ਬਹੁਤ ਸਾਰੀਆਂ ਰਾਹਤਾਂ ਦਿੱਤੀਆਂ ਹੋਈਆਂ ਨੇ, ਉਹਨਾਂ ਉੱਤੇ ਕਰਜ਼ੇ ਵੀ ਜਿਹੜੇ ਵਿਆਜ ਨੇ ਉਹ ਬਹੁਤ ਘੱਟ ਲੱਗਦੇ ਨੇ। ਇਹ ਸਾਰਾ ਕੁਝ ਹੈ ਕਿ ਖੇਤੀ ਦੇ ਨਾਂ ਤੇ, ਪ੍ਰਾਇਓਰਟੀ ਸੈਕਟਰ ਦੇ ਨਾਂ ਤੇ ਤੁਸੀਂ ਇੱਕ ਹੋਰ ਜਿਹੜਾ ਸੈਕਸ਼ਨ ਹੈ ਉਹਨੂੰ ਪ੍ਰਮੋਟ ਕਰ ਰਹੇ ਹੋ, ਉਹਦੇ ਨਾਲ ਛੋਟੀ ਕਿਸਾਨੀ ਦਾ ਹੋਰ ਮਾੜਾ ਹਾਲ ਹੋਣਾ। ਬਿਲਕੁਲ ਵੀਰ ਜੀ, ਇਹਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਕਿ ਇੱਕ ਕਿਸਾਨ ਨੂੰ ਇਹ ਵੀ ਕਿਹਾ ਜਾਊਗਾ ਵੀ ਹੁਣ ਤੂੰ ਆਪਣੇ ਸਟੋਰ ਕਰਨ ਵਾਸਤੇ ਤੈਨੂੰ ਉਹ ਸ਼ੈੱਡ ਵੀ ਬਣਾਉਣੀ ਪਊਗੀ, ਜਾਂ ਤੈਨੂੰ ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਕਣਕ ਭੇਜਣ ਲਈ ਤੈਨੂੰ ਇੱਕ ਟਰੱਕ ਵੀ ਚਾਹੀਦਾ, ਟਰੈਕਟਰ ਤੇ ਤੇਰੇ ਕੋਲ ਹੈ ਹੀ ਹੈ। ਤੇ ਜਦੋਂ ਉਹ ਕਿਸਾਨ ਇਹ ਕੰਮ ਨਹੀਂ ਕਰ ਸਕੂਗਾ ਤੇ ਉਹਨੂੰ ਫਿਰ ਇਹ ਕਿਹਾ ਜਾਊਗਾ ਵੀ ਤੇਰੇ ਕੋਲੋਂ, ਤੇਰੇ ਵੱਸ ਦਾ ਕੰਮ ਨਹੀਂ ਹੈਗਾ ਇਹ, ਤੇ ਤੂੰ ਆਪਣਾ ਛੱਡ ਕੇ ਹੱਥ ਖੜੇ ਕਰਕੇ ਇੱਥੋਂ ਪਰਾਂ ਹੋ ਜਾ, ਅਸੀਂ ਇਹ ਜਿਹੜਾ ਕੰਮ ਕਰ ਸਕਦੇ ਹਾਂ। ਸੋ ਉਹਨੂੰ ਮਤਲਬ ਇੱਕ ਕਾਰਨਰ ਦੇ ਵਿੱਚ ਕੀਤਾ ਜਾਊਗਾ ਕਿ ਆਪਣੇ ਆਪ ਹੱਥ ਖੜਾ ਕਰਕੇ ਉਹ ਛੱਡ ਕੇ ਚਲ ਜਾਵੇ, ਨਾ ਕਿ ਉਹਨੂੰ ਉਹ ਤੋਂ ਬੇਦਖਲ ਕੀਤਾ ਜਾਵੇ। ਸੋ ਇਸ ਤਰ੍ਹਾਂ ਦੀ ਗੱਲਬਾਤ ਤੁਸੀਂ ਕਹਿ ਰਹੇ ਸੀ। ਬਿਲਕੁਲ ਹਾਂਜੀ, ਤੇ ਇਹ ਠੀਕ ਹੈ ਜੀ। ਜੀ ਠੀਕ ਹੈ। ਹਾਂਜੀ, ਤੁਸੀਂ ਗੱਲ ਜਾਰੀ ਰੱਖੋ ਆਪਣੀ ਜੀ। ਤੇ ਲੋਕ ਸਭਾ ਜੀ ਨੂੰ ਕੰਟਰੋਲ ਕਰਦਾ, ਤੇ ਉਹ ਹੈ ਕਿ ਇਹ ਗੱਲ ਨਹੀਂ ਕਿਹਾ ਜਾਊਗਾ ਬੇਸਿਕਲੀ ਇਸ ਤਰ੍ਹਾਂ, ਪਰ ਹਾਲਾਤ ਇਹੋ ਜਿਹੇ ਬਣ ਜਾਣਗੇ ਕਿ ਕਾਨੂੰਨ ਨੂੰ ਖੁੱਲ੍ਹ ਲੈ ਕੇ ਕਿਤੇ ਮਰਜ਼ੀ ਜਾਵੇ, ਉਹਦੇ ਕੋਲ ਇਹ ਚੀਜ਼ਾਂ ਹੈ ਹੀ ਨਹੀਂ। ਇਹ ਕਰ ਹੀ ਸਾਡਾ ਉਹ ਜ਼ਿਲ੍ਹੇ ਵਿਭਾਗ ਦੇ ਵਿੱਚ ਅਸੀਂ ਦੱਸਿਆ ਕਿ ਉੱਥੋਂ ਦਾ ਕਿਸਾਨ ਨਹੀਂ ਕਿਤੇ ਲੈ ਕੇ ਗਿਆ ਆਪਣੀ ਖਰਚ, ਉਹ ਤਾਂ ਉੱਥੋਂ ਦੇ ਵਪਾਰੀਆਂ ਨੇ, ਉੱਥੋਂ ਦੀਆਂ ਜਿਹੜੀਆਂ ਕੰਪਨੀਆਂ ਨੇ ਚੀਜ਼ਾਂ ਖਰੀਦ ਕੇ ਇੱਧਰ ਉੱਧਰ ਵੇਚੀਆਂ ਨੇ। ਤੇ ਹੁਣ ਤੁਸੀਂ ਦੇਖ ਲਓ ਕਿ ਇਹ ਕੰਪਨੀ ਐਡੀਆਂ ਦੇ ਨੇ ਕਿ ਕੰਟਰੈਕਟ ਫਾਰਮਿੰਗ ਦੀ ਗੱਲ ਹੈ ਜੀ। ਤਾਂ ਸਾਨੂੰ ਸਾਡੇ ਇੱਥੇ ਪੰਜਾਬ ਦੇ ਵਿੱਚ ਕੰਟਰੈਕਟ ਫਾਰਮਿੰਗ ਹੈ ਜਿਹੜੀ ਹੁਣ ਫੇਲ ਹੋਈ, ਉਹਦਾ ਕੋਈ ਕੰਮ ਨਹੀਂ ਇੱਥੇ ਚੱਲਿਆ। ਇਸੇ ਤਰ੍ਹਾਂ ਜਿਹੜੇ ਸਟੇਟਾਂ ਦੇ ਵਿੱਚ ਹੁਣ ਜਿਹੜੇ ਸਟੇਟਾਂ ਦੇ ਵਿੱਚ ਆਈਆਂ ਤੇ ਉਹ ਕੰਪਨੀ ਜਿਹੜੀ ਕਰੋੜ ਰੁਪਏ ਦਾ ਜਿਹੜਾ ਕੇਸ ਕਰ ਦਿੰਦੀ ਹੈ ਕੰਪਨੀ, ਤੇ ਤੁਸੀਂ ਆਹ ਸਪੈਸੀਫਿਕੇਸ਼ਨ ਮੁਤਾਬਕ ਕਰਾਓ। ਜੇ ਥੋੜਾ ਜਿਹਾ ਵੀ ਕਿਸਾਨ ਤੋਂ ਕਿਉਂਕਿ ਖੇਤੀ ਇਹਦੇ ਵਿੱਚ ਜੇ ਥੋੜਾ ਜਿਹਾ ਵੀ ਉਹ ਹੋ ਗਿਆ ਤਾਂ ਕਿਸਾਨ ਜਿਹੜਾ
ਉਹ ਇੰਨੇ ਜੋਗਾ ਹੈ ਹੀ ਨਹੀਂ ਕਿ ਉਹ ਕੰਪਨੀਆਂ ਦੇ ਮੂਹਰੇ ਕੇਸ ਰੱਖ ਦਿਓ। ਕਈ ਕੰਪਨੀਆਂ ਦੇ ਦੁਨੀਆ ਦੇ ਮਤਲਬ ਕਈ ਦੇਸ਼ਾਂ ਨਾਲੋਂ ਇੱਕ ਕੰਪਨੀ ਦਾ ਵੱਧ ਬਜਟ ਹੈ। ਤਾਂ ਉਹਨਾਂ ਕੰਪਨੀਆਂ ਦੇ ਅੱਗੇ ਕੋਈ ਵੀ ਇੱਕ ਛੋਟਾ ਕਿਸਾਨ ਜਾਂ ਹੋਰ ਕੋਈ ਉਹਦੇ ਨਾਲ ਲੜ ਲੂ ਜਾਂ ਕਰ ਲੂ, ਇਹ ਤਾਂ ਸਾਡੀਆਂ ਮਤਲਬ ਸਰਕਾਰਾਂ ਜਿਹੜੀਆਂ ਛੋਟੇ ਕਿਸਾਨ ਦੀ ਮਤਲਬ ਕਹਿੰਦੀਆਂ ਨੇ ਕਿਸੇ ਨੀਤੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਮਤਲਬ ਇਸ ਤਰ੍ਹਾਂ ਮਜਬੂਰ ਕੀਤਾ ਜਾਂਦਾ ਕਿ ਤੁਸੀਂ ਕਰੋਨਾ ਦੀ ਪਰਵਾਹ ਨਾ ਕਰੋ, ਕਰਦੇ ਹੋ ਲੋੜ ਹੈਗੀ ਇਹਦੀ। ਇੱਕ ਛੋਟਾ ਜਿਹਾ ਕਿਸਾਨ ਹੈ ਜਿਹੜਾ ਹਾਂਜੀ ਜਿਹੜਾ ਕਰਜ਼ਾ ਹੈਗਾ ਪਿੱਛੇ ਇੱਕ ਕਰਜ਼ਾ ਲੈਣ ਵਾਸਤੇ ਕੀ ਹੋਇਆ ਕਿ 600 ਉਹ ਥੋੜੇ ਬਾਅਦ 615 ਦੇ ਕਰੀਬ ਇੱਕ ਫਾਰਮਰਾਂ ਦਾ ਪਤਾ ਲੱਗਿਆ ਕਿ ਉਹਨਾਂ ਨੇ ਕਰਜ਼ਾ ਕਿੰਨਾ ਲਿਆ। ਤਾਂ ਇਹ ਬਣਦਾ ਸੀ ਕਿ 58,000 ਕਰੋੜ ਦੇ ਨੇੜੇ ਜਿਹੜੇ ਬਣਦਾ ਸੀ ਕਿ ਹਰ ਇੱਕ ਬੰਦੇ ਨੇ 95 ਕਰੋੜ ਰੁਪਇਆ ਜਿਹੜਾ ਐਵਰੇਜ ਆ ਔਸਤਨ ਕਰਜ਼ਾ ਲਿਆਣਾ ਸੀ ਬੈਂਕਾਂ ਤੋਂ। ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਸੱਚਮੁੱਚ ਮਤਲਬ ਪੰਜਾਬ ਦਾ ਕਿਸਾਨ ਵਧੀਆ ਕਿਸਾਨ ਹੈ ਕਿ ਸੱਚਮੁੱਚ ਮੈਨੂੰ ਮੇਰੇ ਧਿਆਨ ਚ ਹੈਗਾ ਕੋਈ ਨਹੀਂ ਜਿਹਨੂੰ 95 ਕਰੋੜ ਰੁਪਇਆ 95 ਲੱਖ ਨਹੀਂ 95 ਕਰੋੜ ਰੁਪਇਆ ਔਸਤਨ ਕਰਜ਼ਾ ਲਿਆ ਗਿਆ ਉਹਨਾਂ ਨੂੰ। ਤੇ ਕੀ ਇਹ ਸੱਚਮੁੱਚ ਕਿਸਾਨੀ ਨਹੀਂ ਲਿਆ ਹੋਊਗਾ? ਜੇ ਸਾਡੇ ਕੋਲ ਤਾਂ ਇਹ ਹੈ ਕਿ ਕੋਈ ਵੀ ਬੰਦਾ ਜਿਹੜਾ 7 ਹੈਕਟੇਅਰ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਜੀ। 17 ਏਕੜ ਤੋਂ ਵੱਧ ਸਟੈਂਡਰਡ ਏਕੜ ਤੋਂ ਵੱਧ ਕੋਈ ਬੰਦਾ ਜ਼ਮੀਨ ਨਹੀਂ ਰੱਖ ਸਕਦਾ। ਤੇ ਜੇ ਤੁਸੀਂ ਮਤਲਬ 95 ਕਰੋੜ ਇੱਕ ਬੰਦਾ ਖੇਤੀ ਸੈਕਟਰ ਪ੍ਰੋਪਰਟੀ ਸੈਕਟਰ ਦੇ ਥੱਲੇ ਕਹਿ ਕੇ ਕਰਜ਼ਾ ਨਹੀਂ ਲੈਂਦਾ, ਦੂਜੇ ਪਾਸੇ ਛੋਟੇ ਕਿਸਾਨਾਂ ਨੂੰ ਥੋੜੇ ਕਰਜ਼ੇ ਵਾਸਤੇ ਆੜ੍ਹਤੀਆਂ ਕੋਲ ਜਾਂ ਹੋਰ ਸਾਰਾ ਦਿਨ ਭੱਜਣਾ ਪੈਂਦਾ ਜੀ। ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੀ ਵੀ ਰਾਹਤ ਕਿਸੇ ਸੈਕਟਰ ਦੇ ਵਿੱਚ ਮਿਲਦੀਆਂ ਨੇ ਕਿ ਖੇਤੀ ਸੈਕਟਰ ਨੂੰ ਕਹਿ ਕੇ ਉਹ ਅਸਲ ਤੇ ਖੇਤੀ ਸੈਕਟਰ 'ਚ ਬੈਠੇ ਲੋੜਵੰਦ ਕਿਸਾਨਾਂ ਛੋਟੀ ਕਿਸਾਨੀ ਨੂੰ ਨਹੀਂ ਤਾਂ ਉਹਦੇ ਨਾਂ ਤੇ ਕਿ ਇਹ ਕੰਪਨੀਆਂ ਨੇ ਜਿਹੜੀਆਂ ਉਹ ਇੱਥੋਂ ਵੀ ਸਾਰਾ ਕੁਝ ਉਹ ਲੈ ਜਾਂਦੀਆਂ ਨੇ। ਤਾਂ ਇਹਨੂੰ ਬੜਾ ਧਿਆਨ ਤੋਂ ਰੱਖਣ ਦੀ ਲੋੜ ਹੈ ਕਿ ਇਹ ਭਾਵੇਂ ਐਗਰੀ ਬਿਜ਼ਨਸ ਹੈ, ਭਾਵੇਂ ਜਿਹੜੀ ਹੈਗੀ ਆ ਫਿਊਚਰ ਟ੍ਰੇਡਿੰਗ ਹੈ, ਭਾਵੇਂ ਕੰਟਰੈਕਟ ਫਾਰਮਿੰਗ ਹੈ। ਹਾਂਜੀ ਤੇ ਇਹਦੇ ਨਾਲ ਕੋਈ ਜਿਹੜੀ ਕਿਸਾਨ ਦਾ ਕੰਪੀਟੀਸ਼ਨ ਨਹੀਂ ਵਧੂਗਾ, ਇਹਦੇ ਆਉਣ ਨਾਲ ਛੋਟੀ ਕਿਸਾਨੀ ਦੀ ਤਬਾਹੀ ਹੋਊਗੀ। ਇਹਦੇ ਆਉਣ ਨਾਲ ਕੋਈ ਵੀ ਮਤਲਬ ਪ੍ਰਾਈਸ ਡਿਸਕਵਰੀ ਜਾਂ ਹੋਰ ਨਹੀਂ ਹੋਣੀ। ਬਿਲਕੁਲ ਬਹੁਤ ਧਿਆਨ ਤੇ ਰੱਖਣ ਦੀ ਲੋੜ ਹੈ। ਬਿਲਕੁਲ ਵੀਰ ਜੀ, ਤੁਸੀਂ ਇੱਕ ਸ਼ਬਦ ਬਾਰ-ਬਾਰ ਲਿਬਰਲ ਕਾਫੀ ਜਗ੍ਹਾ ਤੇ ਵਰਤਿਆ, ਸੋ ਇਹ ਵੀ ਇੱਕ ਏਦਾਂ ਲੱਗ ਰਿਹਾ ਹੈ ਕਿ ਜਿਹੜਾ ਨਵ ਉਦਾਰਵਾਦ ਦਾ ਜਿਹੜਾ ਏਜੰਡਾ ਪਹਿਲਾਂ ਉਦਯੋਗ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਔਰ ਖੇਤੀਬਾੜੀ ਦੇ ਵਿੱਚ ਹਜੇ ਤੱਕ ਕੁਝ ਰੈਗੂਲੇਸ਼ਨ ਇਹੋ ਜਿਹੀਆਂ ਲੋਕ ਪੱਖੀ ਸੀਗੀਆਂ ਜਿਨ੍ਹਾਂ ਦੇ ਕਰਕੇ ਲਾਗੂ ਨਹੀਂ ਸੀ ਕਰ ਸਕਦੇ, ਪਰ ਇਸ ਟਾਈਮ ਦੇ ਉੱਪਰ ਜਿਹੜੀ ਤੁਸੀਂ ਇਹ ਆਰਡੀਨੈਂਸ ਦੀ ਗੱਲ ਕੀਤੀ ਹੈ, ਇਹ ਨਵ ਉਦਾਰਵਾਦ ਜਿਹੜਾ ਬਿਲਕੁਲ ਖੇਤੀ ਦੇ ਉੱਪਰ ਜਿਹੜਾ ਇਹ ਸਭ ਤੋਂ ਵੱਡਾ ਇਹ ਹਮਲਾ ਕਰਨ ਜਾ ਰਿਹਾ। ਤਾਂ ਵੀਰ ਜੀ, ਮੈਂ ਇੱਕ ਸਵਾਲ ਤੁਹਾਡੇ ਕੋਲ ਹੋਰ ਕਰਨਾ ਚਾਹਾਂਗਾ ਕਿ ਪੱਕੀ ਗੱਲ ਹੈ ਕਿ ਇਸ ਸਾਰੇ ਮਸਲੇ ਦਾ ਜਿਹੜੀਆਂ ਜਮਹੂਰੀ ਕਿਸਮ ਦੀਆਂ ਜਿਹੜੀਆਂ ਚੰਗੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹਦਾ ਡਟ ਕੇ ਵਿਰੋਧ ਕਰਨਗੀਆਂ। ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਉਹਨਾਂ ਜਥੇਬੰਦੀਆਂ ਨੂੰ ਕਿ ਕਿਸ ਤਰੀਕੇ ਦੇ ਨਾਲ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਔਰ ਬਿਲਕੁਲ ਵੀ ਕਿਸੇ ਵੀ ਹਾਲਤ ਦੇ ਵਿੱਚ ਇਹ ਆਰਡੀਨੈਂਸ ਜਿਹੜਾ ਲਾਗੂ ਨਹੀਂ ਹੋਣ ਦੇਣਾ ਚਾਹੀਦਾ? ਤੁਸੀਂ ਉਹਨਾਂ ਨੂੰ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਪਾਰਟੀ ਦੀ ਸਵਾਲ ਰੱਖਿਆ ਇਹਦੇ ਵਿੱਚ ਕਿ ਅਸਲ 'ਚ ਸਾਨੂੰ ਇਹ ਦੇਖਣਾ ਪਊਗਾ ਕਿ ਇਸ ਮਸਲੇ ਦੀ ਜਿੰਨੀ ਮਤਲਬ ਜਿਹੜੀ ਹੈਗੀ ਹੈ ਗਹਿਰਾ ਇਹ ਮਸਲਾ ਹੈ, ਇਸ ਉੱਤੇ ਅਸੀਂ ਸੋਚ ਕੀ ਰੱਖਦੇ ਹਾਂ। ਸਾਡਾ ਇਹ ਹੈ ਕਿ ਇਹਨੂੰ ਕਿਸ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਚਾਹੀਦਾ। ਇੱਕ ਤਾਂ ਇਹ ਮਸਲਾ ਜਿਹੜਾ ਬਹੁਤ ਵੱਡਾ ਕਿ ਸਟੇਟਾਂ ਦੇ ਅਧਿਕਾਰਾਂ ਦਾ ਮਸਲਾ ਖੇਤੀ ਦੇ ਵਿੱਚ ਜਾਂ ਫੈਡਰਲ ਸਿਸਟਮ ਉਹ ਜਦੋਂ ਜੇ ਉਹੀ ਵੀਕ ਹੋ ਗਿਆ ਤਾਂ ਖੇਤੀ ਜਿਹੜੀ ਮਤਲਬ ਜੋ ਸਟੇਟ ਹੀ ਥੋੜਾ ਇਹ ਬਣ ਜਾਣਾ ਜਿਵੇਂ ਆਪਣੀਆਂ ਕੋਈ ਜਿਵੇਂ ਅੱਜ ਕੱਲ੍ਹ ਸਾਰੀਆਂ ਚੀਜ਼ਾਂ ਪੰਚਾਇਤਾਂ ਦੇ ਪਿੰਡ 'ਚ ਕੀ ਕਰੇ ਫਿਰ ਮਾੜਾ ਮੋਟਾ ਲੜਾਈ ਲੜੀ ਠੀਕ ਹੈ, ਪਾਵਰ ਕੋਈ ਨਹੀਂ। ਤੇ ਇਸੇ ਤਰ੍ਹਾਂ ਜਿਹੜੀਆਂ ਮਿਊਨਿਸਪਲ ਕਮੇਟੀਆਂ ਨੇ ਉਹਨਾਂ ਕੋਲ ਕੁਛ ਨਹੀਂ ਹੈਗਾ ਮਾੜਾ ਮੋਟਾ ਕੁਝ ਕਰਕੇ ਤੇ ਇਹ ਕੀ ਹੈ ਕਿ ਸਰਕਾਰ ਹੈ ਸਾਡੀ ਜਿਹੜੀ ਕਿਉਂਕਿ ਪਬਲਿਕ ਸੈਕਟਰ ਦਾ ਵੀ ਭੋਗ ਪਾਇਆ ਜਾ ਰਿਹਾ ਬਿਲਕੁਲ ਉਹ ਵੀ ਲੈ ਕੇ ਜਾਣੀ ਹੈ। ਤੇ ਇਹਦੇ ਨਾਲ ਕੀ ਹੈ ਕਿ ਸਾਨੂੰ ਜਿਹੜੀਆਂ ਚੀਜ਼ਾਂ ਸਾਨੂੰ ਮਤਲਬ ਸੈਂਟਰ ਸਟੇਟਾਂ ਨੂੰ ਕੋਈ ਚੀਜ਼ਾਂ ਮਿਲੀਆਂ ਨੇ ਤਾਂ ਉਹ ਚੀਜ਼ਾਂ ਸਾਥੋਂ ਮਤਲਬ ਖੋਹੀਆਂ ਜਾਂਦੀਆਂ। ਇੱਕ ਤਾਂ ਸਟੇਟਾਂ ਨੂੰ ਜਿਵੇਂ ਵੱਧ ਅਧਿਕਾਰਾਂ ਦੀਆਂ ਮੰਗ ਦੀ ਜਿਹੜੀਆਂ ਚੀਜ਼ਾਂ ਜਿਹੜੀਆਂ ਮਤਲਬ ਆਰਗੇਨਾਈਜੇਸ਼ਨ ਕਰਦੀਆਂ ਸੀਗੀਆਂ ਤੇ ਸਟੇਟਾਂ ਨੂੰ ਅਸਲ 'ਚ
ਉਸ ਤਰ੍ਹਾਂ ਦਾ ਫੈਡਰਲ ਸਿਸਟਮ ਜਿਵੇਂ ਘੱਟੋ ਘੱਟ ਚਲੋ ਅਮਰੀਕਾ 'ਚ ਥੋੜਾ ਜਿਹਾ ਫੈਡਰਲ ਸਾਡੇ ਨਾਲ ਵਧੀਆ ਇਹ ਸਿਸਟਮ ਮਤਲਬ ਜਿਹੜਾ ਹੈਗਾ ਵੀ ਵਧੀਆ ਸਟੇਟ ਹੈ ਜਿਹੜੀ ਇੰਡੀਪੈਂਡੈਂਟ ਹੋਣ, ਆਪਣਾ ਕੰਮ ਕਰਨ, ਤੇ ਉਹਨਾਂ ਦੀ ਲੋੜ ਹੈ। ਭਾਵੇਂ ਉਹਨਾਂ ਨੂੰ ਕੋਆਰਡੀਨੇਸ਼ਨ ਵੀ ਚਲੋ ਸੈਂਟਰ ਵੱਲੋਂ ਲੋੜ ਹੈ, ਪਰ ਉਹ ਚੀਜ਼ਾਂ ਜਿੰਨੀਆਂ ਸਾਨੂੰ ਸੰਵਿਧਾਨ ਦੇ ਵਿੱਚ ਵੀ ਮਿਲੀਆਂ ਸੀ ਉਹਨਾਂ ਨੂੰ ਜੇ ਦਿੱਤੇ ਢੰਗ ਨਾਲ ਤੇ ਉਹ ਤੋਂ ਲੈ ਜਾਣਾ। ਇੱਕ ਤਾਂ ਉਹਦੇ ਉੱਤੇ ਲੈਣ ਦੀ ਲੋੜ ਹੈ ਕਿ ਸਾਡੇ ਸਟੇਟਾਂ ਨੂੰ ਮੈਨੂੰ ਪੁੱਛਿਆ ਵੀ ਨਹੀਂ ਗਿਆ, ਮਤਲਬ ਤੁਹਾਨੂੰ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਆਰਡੀਨੈਂਸ ਕਰ ਲਿਆ ਵੀ ਉਹ ਤੋਂ ਵੀ ਲੈ ਕੇ ਗਏ, ਉਹ ਲੈ ਜਾਂਦੇ ਕਿਉਂਕਿ ਅੱਜ ਤੱਕ ਤੈਨੂੰ ਪੜ੍ਹਦੇ ਵੀ ਮਸਲਾ ਇਹ ਨਹੀਂ ਕਿ ਤੁਸੀਂ ਮਤਲਬ ਸਾਨੂੰ ਵੋਟਾਂ ਪਾ ਕੇ ਦਿੱਤਾ ਹੈ ਕਿ ਸਾਰੇ ਜਿਹੜੇ ਸੰਘੀ ਸਿਸਟਮ ਦੀ ਸੰਘੀ ਘੁੱਟੋ, ਪਰ ਇਹਦੇ ਵਿੱਚ ਕੀ ਹੈ ਕਿ ਡੈਮੋਕ੍ਰੇਟਿਕ ਸਿਸਟਮ ਫਿਰ ਵੀ ਪਿਆ ਹੁੰਦਾ ਕਿ ਸਟੇਟ ਜਿਹੜੀਆਂ ਚੀਜ਼ਾਂ ਨਾਲ ਇਫੈਕਟ ਹੁੰਦੇ ਨੇ। ਇਹਦੇ ਉੱਤੇ ਕੰਮ ਦੂਜਾ ਹੈ ਕਿ ਖੇਤੀ ਹੈ ਜਿਹੜੀ ਅਸੀਂ ਡਿਵੈਲਪਮੈਂਟ ਦਾ ਕੌਂਸਲ ਆਫ ਇੰਡੀਆ ਦਾ ਹੁਣ ਇਹ ਸੀ ਕਿ 58 ਜਿਹੜੀ ਪਰਸੈਂਟ ਜਿਹੜੀ ਵਰਕ ਫੋਰਸ ਹੈ ਜਿਹੜੀ ਉਹ ਖੇਤੀ ਦੇ ਵਿੱਚ ਲੱਗੇ ਹੋਏ ਨੇ, 58 ਕਰੋੜ ਲੋਕ ਨੇ ਜਿਹੜੇ, ਉਹਨਾਂ ਚੋਂ ਅਸੀਂ ਘਟਾ ਕੇ ਨਾ ਵੀ 18 ਕਰੋੜ ਕਰਾਂਗੇ। ਤਾਂ ਉਸ ਤੋਂ ਬਾਅਦ ਕਿਹਾ ਕਿ ਇਹ ਲੈ ਕੇ ਕਿੱਥੇ ਜਾਓਗੇ 40 ਕਰੋੜ ਲੋਕਾਂ ਨੂੰ। ਤਾਂ ਉਸ ਤੋਂ ਬਾਅਦ ਸਾਹਮਣੇ ਆਇਆ ਕਿ ਨਹੀਂ ਹੋਰ ਕਿਸੇ ਵੀ ਖੇਤਰ ਦੇ ਵਿੱਚ ਇਸ ਵਰਕ ਫੋਰਸ ਨੂੰ ਕੰਮ ਨਹੀਂ ਦਿੱਤਾ ਜਾ ਸਕਦਾ। ਤੇ ਫਿਰ ਉਹਨਾਂ ਨੇ ਕਿਹਾ ਕਿ 36 ਕਰੋੜ ਕਰ ਦਿਓ, 18 ਨਾ ਕਰੋ 38 ਕਰ ਦਿਓ, ਚਲੋ ਥੋੜੇ ਘਟਾ ਦੇਣ। ਇਹ ਮੰਨਿਆ ਜਾਂਦਾ ਕਿ ਇਹ ਪ੍ਰਚਾਰਿਆ ਜਾਂਦਾ ਹੈ ਕਿ ਜਿੰਨਾ ਚਿਰ ਅਸੀਂ ਖੇਤੀ ਚੋਂ ਬੰਦੇ ਕੱਢਦੇ ਨਹੀਂ ਉਹਨਾਂ ਚਿਰ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਇਹ ਇੱਕ ਬੜਾ ਉਮੀਦ ਵਾਲੀ ਗੱਲ ਹੈ ਕਿ ਖੇਤੀ ਦੇ ਵਿੱਚ, ਕਿਉਂਕਿ ਅੱਜ ਖੇਤੀ ਦੇ ਵਿੱਚ ਬੰਦੇ ਕੱਢ ਕੇ ਤੁਸੀਂ ਲੈ ਕੇ ਇੰਡਸਟਰੀ ਦੇ ਵਿੱਚ ਬਹੁਤ ਪ੍ਰੋਬਲਮ ਹੈ। ਉੱਥੇ ਇਸ ਤਰ੍ਹਾਂ ਦੀ ਹਿਊਮਨ ਲੇਬਰ ਦੀ ਲੋੜ ਹੀ ਨਹੀਂ, ਸਾਰੀ ਕੈਪੀਟਲ ਇੰਟੈਂਸਿਵ ਆਟੋਮੇਸ਼ਨ ਹੈ, ਕਈ ਕੁਛ ਹੈ। ਤੇ ਖੇਤੀ ਦੇ ਵਿੱਚ ਜਿਹੜੀ ਵਰਕ ਫੋਰਸ ਨੂੰ ਕੰਮ ਦੇਣਾ, ਇਸ ਤੋਂ ਵੱਡਾ ਕੰਮ ਇਹਨੂੰ ਦੁਨੀਆ ਦੇ ਵਿੱਚ ਜੇਕਰ ਸਭ ਤੋਂ ਵੱਧ ਇੰਪਲਾਇਮੈਂਟ ਕੋਈ ਸੈਕਟਰ ਹੁੰਦਾ ਉਹ ਇੰਡੀਆ ਦਾ ਖੇਤੀ ਸੈਕਟਰ ਹੈ। ਇੰਡੀਆ ਦੇ ਵਿੱਚ ਸਭ ਤੋਂ ਵੱਧ ਜੋ ਇੰਪਲਾਇਮੈਂਟ ਮਿਲਦੀ ਹੈ ਉਹ ਵੀ ਖੇਤੀ ਦੇ ਵਿੱਚ ਮਿਲਦੀ ਹੈ। ਅਸੀਂ ਲੋਕਾਂ ਨੂੰ ਕੰਮ ਤੇ ਲਾਇਆ ਹੋਇਆ, ਉਹਨਾਂ ਦੀ ਆਪਣੀ ਸਕਿੱਲ ਬਣੀ ਹੋਈ ਹੈ, ਔਰ ਖਾਣ ਵਾਲੀਆਂ ਚੀਜ਼ਾਂ ਵੀ ਇੱਥੇ ਮਿਲਦੀਆਂ ਨੇ, ਇੱਕ ਲਾਈਫ ਹੈ। ਤਾਂ ਸਾਨੂੰ ਲੋੜ ਹੈ ਅੱਜ ਤੇ ਇੱਕ ਤਾਂ ਖੇਤੀ ਦੇ ਵਿੱਚ ਇਸ ਤਰ੍ਹਾਂ ਸੁਧਾਰ ਕੀਤੇ ਜਿਹੜੇ ਖੇਤੀ 'ਚ ਰਹਿਣ। ਦੂਜਾ ਇਹ ਹੈ ਕਿ ਇਹਦੇ ਨਾਲ ਕੀ ਹੋਊਗਾ ਕਿ ਜੇ ਕੰਪਨੀਆਂ ਆ ਗਈਆਂ ਤੇ ਜਿਹੜੀਆਂ ਅਸੀਂ ਓਲਡ ਫਾਰਮਿੰਗ ਕਰਦੇ ਹਾਂ ਇਹ ਟੁੱਟ ਜੂ। ਇਹਦੇ ਨਾਲ ਸਾਡਾ ਆਰਥਿਕ ਤਾਂ ਹਿੱਲੂਗਾ ਹੀ, ਸਮਾਜਿਕ ਤਾਣਾ ਬਣਾ ਵੀ ਹਿੱਲੂਗਾ। ਕਿਉਂਕਿ ਪੀਜੈਂਟ ਹੈ ਜਿਹੜਾ ਉਹ ਜਦੋਂ ਲੇਬਰ ਦੇ ਵਿੱਚ ਕਨਵਰਟ ਹੁੰਦਾ ਤਾਂ ਇਹਦੇ ਵਿੱਚ ਇੱਕ ਬੜੀਆਂ ਕਲੀਆਂ ਆਰਥਿਕ ਨਹੀਂ ਸਮਾਜਿਕ ਜਿਹੜੇ ਭਿਆਨਕ ਜਿਹੜੇ ਸਿੱਟੇ ਹੁੰਦੇ ਨੇ ਇਹ ਲੋਕ ਨੇ। ਅੱਜ ਸਾਨੂੰ ਇਹ ਲੋੜ ਹੈ ਕਿ ਅੱਜ ਕਿਸਾਨੀ ਹੈ ਜਿਹੜੀ ਛੋਟੀ ਕਿਸਾਨੀ ਖਾਸ ਕਰਕੇ ਜਿਹੜੀ ਪੂਰੇ ਸੰਕਟ ਦਾ ਸ਼ਿਕਾਰ ਹੈ, ਉਹ ਆਰਥਿਕ ਦਾ ਵੀ, ਇਨਵਾਇਰਮੈਂਟ ਦਾ ਵੀ, ਸਮਾਜਿਕ ਵੀ, ਕਰਜ਼ੇ ਦਾ ਵੀ, ਖੇਤੀ ਚੋਂ ਨਿਕਲਣ ਦਾ ਵੀ, ਇੱਥੋਂ ਤੱਕ ਮਰਨ ਦਾ, ਖੁਦਕੁਸ਼ੀ ਕਰਨ ਦਾ, ਉਹਦੇ ਬੱਚਿਆਂ ਨੂੰ ਨਾ ਪੜ੍ਹਾਈ ਦਾ, ਉਹਦਾ ਬੁਰਾ ਹਾਲ ਹੈ। ਉਹਨੂੰ ਬਚਾਉਣ ਦੀ ਬਹੁਤ ਲੋੜ ਹੈ। ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੀ ਰੱਖ ਕੇ ਪਿੰਡਾਂ ਦੇ ਵਿੱਚ ਹੀ ਉਹਨਾਂ ਦਾ ਵਿਕਾਸ ਕੀਤਾ ਜਾਏ, ਪਿੰਡ ਨੂੰ ਹੀ ਵਿਕਾਸ ਕਰੀਏ ਤਾਂ ਕਿ ਉੱਥੇ ਵਧੀਆ ਰਹਿ ਜਾਣ। ਇਹਨਾਂ ਨੂੰ ਇਹ ਨਾ ਸਮਝੇ ਕਿ ਇਹਨੂੰ ਸ਼ਹਿਰਾਂ ਦੇ ਵਿੱਚ ਲਿਆਵਾਂਗੇ। ਸ਼ਹਿਰਾਂ ਦੇ ਵਿੱਚ ਨਾ ਤਾਂ ਸਾਡੇ ਕੋਲ ਮਤਲਬ ਤਰ੍ਹਾਂ ਦੀ ਮਾਈਗ੍ਰੇਸ਼ਨ ਨਾਲ ਕਿਤੇ ਵੀ ਸਾਡੇ ਕੋਲ ਕੰਪਨੀ ਕੇ ਆਏ ਜਾ ਕੇ ਤੁਸੀਂ ਕਰ ਪਾਓਗੇ, ਤਾਂ ਸਾਡੇ ਕੋਲ ਇੱਥੇ ਕੰਮ ਹੈ ਸ਼ਹਿਰਾਂ ਦੇ ਵਿੱਚ। ਤੇ ਨਾ ਹੀ ਮਤਲਬ ਜੇਕਰ ਕੰਪਨੀ ਨੂੰ ਯੂਜ਼ ਮਾਤਾ ਤਾਂ ਉਹਦੇ ਨਾਲ ਜਿਹੜਾ ਇਹ ਸਾਰਾ ਤਾਲਮਾਨ ਟੁੱਟ ਜੂ। ਲੋੜ ਹੈ ਅੱਜ ਇਸ ਕਿਸਾਨੀ ਨੂੰ, ਛੋਟੀ ਕਿਸਾਨੀ ਨੂੰ ਬਚਾਉਣ ਦੀ, ਤੇ ਇਹਨਾਂ ਆਰਡੀਨੈਂਸ ਨੂੰ ਰਿਵਿਊ ਕਰਨ ਉੱਤੇ ਜਿਹੜਾ ਸਾਨੂੰ ਫੋਕਸ ਕਰਨਾ ਜਿਵੇਂ ਪੰਜਾਬ ਸਰਕਾਰ ਹੁਣ ਕਰ ਰਹੀ ਹੈ, ਇਹਨਾਂ ਨੂੰ ਰਿਵਿਊ ਕਰਨ ਦੀ ਲੋੜ ਹੈ। ਇਸ ਤਰ੍ਹਾਂ ਸਾਰੀਆਂ ਸਰਕਾਰਾਂ ਜਿਹੜੀਆਂ ਸੈਂਟਰ ਦੀਆਂ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇ ਘੱਟੋ ਘੱਟ ਇਹਨਾਂ ਨੂੰ ਇਸ ਉੱਤੇ ਤੇ ਦੂਜੇ ਸੈਂਟਰ ਪਾਰਟੀਆਂ ਨੂੰ ਵੀ ਕਿ ਅਸੀਂ ਇਹਨਾਂ ਉੱਤੇ ਬਣਾ ਕੇ ਕਿ ਇਹ ਖੇਤੀ ਅਰਥਚਾਰੇ ਲਈ ਔਰ ਦੂਸਰੇ ਸਿਸਟਮ ਦੇ ਲਈ ਫੈਡਰਲ ਸਿਸਟਮ ਬਹੁਤ ਬੜੀਆਂ ਨੇ ਤੇ ਇਹਨਾਂ ਨੂੰ ਵਾਪਸ ਲੈਣ ਦੀ ਪ੍ਰੈਸ਼ਰ ਪਾਉਣਾ ਚਾਹੀਦਾ। ਬਿਲਕੁਲ ਵੀਰ ਜੀ, ਕਲਾਸ ਦੇ ਵਿੱਚ ਮੈਂ ਹੋਰ ਸਵਾਲ ਕਰਨਾ ਚਾਹੁੰਦਾ ਕਿ ਇਹ ਜਿਹੜਾ ਆਰਡੀਨੈਂਸ ਆ ਇਹ ਕਦੋਂ ਇਹ ਲਾਗੂ ਹੋਣ ਜਾ ਰਿਹਾ ਹੈ ਸਰਕਾਰ ਦੇ ਮੁਤਾਬਕ? ਇਹ ਫੈਕਟ ਵੀ ਹੈ, ਇਹਦੇ ਵਿੱਚ ਨਾਲ ਦੀ ਨਾਲ ਹੀ ਉਹ ਲਾਗੂ ਹੋ ਜਾਂਦਾ, ਪਰ ਇਹਦੇ ਵਿੱਚ ਕੀ ਹੈ ਕਿ ਲਾਗੂ ਇਹ ਹੈ ਕਿ ਜਿਵੇਂ ਹੁਣ ਮਾਰਕੀਟਿੰਗ ਸੀਜ਼ਨ ਐਤਕੀ ਤਾਂ ਲੰਘ ਗਿਆ, ਕਣਕ ਹੋ ਗਈ ਜਿਹੜੀ ਵਿਕੀ, ਤੇ ਇਹ ਜਿਹੜੀ ਵੱਡੀ ਖਰੀਦ ਤਾਂ ਇਹੀ ਹੈ ਕਿ ਖਰੀਦ ਹੈ ਜਿਹੜੀ ਮਤਲਬ ਤੁਸੀਂ ਕਰ ਲਈ ਸਾਡੇ ਕੋਲ ਪਹਿਲਾਂ ਵੀ ਤਾਂ ਇਹ
ਕਈ ਸਟੇਟਾਂ 'ਚ ਮਤਲਬ ਚੀਜ਼ਾਂ ਹੋ ਹੀ ਰਹੀਆਂ ਹੋਣਗੀਆਂ ਤੇ ਕਿਤੇ ਕਿਤੇ ਜਿੱਥੇ ਜਿਹੜੀ ਸੈਂਟਰ ਸਰਕਾਰਾਂ ਦੀ ਉਹੀ ਸਰਕਾਰੀ ਸਟੇਟਾਂ 'ਚ ਹੁੰਦੀਆਂ ਤਾਂ ਉਹ ਕੀ ਕਰਦੇ ਨੇ ਕਿ ਬੀਜੇਪੀ ਦੀਆਂ ਸਰਕਾਰਾਂ ਦੇ ਵਿੱਚ ਉੱਥੇ ਉਹਨਾਂ ਨੇ ਖੁੱਲ੍ਹ ਗਈ ਰੱਖੀ ਹੈ ਵੀ ਕਰ ਲਓ ਕੋਈ ਨਾ, ਤਾਂ ਇਹ ਸਮਝੋ ਕਿ ਇਹ ਬਾਗੂ ਹੀ ਹੈ ਤੇ ਇਹਦੇ ਵਿੱਚ ਹੁਣ ਕੀ ਨਾਲ ਹੌਲੀ ਹੋ ਜਾਊਗਾ ਤੇ ਕਿੰਨਾ ਕੁ ਮਤਲਬ ਇਸ ਗੱਲ ਨੂੰ ਮਤਲਬ ਇਹਦੇ ਤੇ ਵਿਰੋਧ ਬਣਦਾ ਸਟੇਟ ਸਰਕਾਰਾਂ ਦਾ, ਕਿੰਨਾ ਕੁ ਇਹਦੇ ਤੇ ਵਿਰੋਧ ਹੈ, ਉਹਦੇ ਨਾਲ ਹੀ ਕੁਛ ਚੀਜ਼ਾਂ ਨੂੰ ਮਨ ਪਿੱਛੇ ਕੀਤਾ ਜਾ ਸਕਦਾ ਤੇ ਅਦਰਵਾਈਜ਼ ਤਾਂ ਜਿਹੜੀਆਂ ਹੁਣ ਚੀਜ਼ਾਂ ਸਾਹਮਣੇ ਆ ਗਈਆਂ ਤੇ ਕਾਨੂੰਨ ਬਣ ਗਿਆ ਰਾਸ਼ਟਰਪਤੀ ਦਾ ਉਹਦੇ ਚੈਨ ਤੇ ਪਾਸ ਹੋ ਗਿਆ ਇਹ ਤੇ ਇਹਦੇ ਤੇ ਇਹ ਹੈਗਾ ਕਿ ਉਹਦੇ ਚ ਇਹ ਹੈਗਾ ਕਿ ਤੁਸੀਂ ਇੱਕ ਪ੍ਰੋਵੀਜ਼ਨ ਉਹ ਤਾਂ ਹੁੰਦੀ ਹੈ ਜੀ ਇਹਦੇ ਵਿੱਚ ਹੈਗੇ ਆਰਡੀਨੈਂਸ ਹੁੰਦਾ ਤਾਂ ਕੋਈ ਮਤਲਬ ਟੈਂਪਰੇਰੀ ਪੱਕਾ ਨਹੀਂ ਹੁੰਦਾ, ਉਹਨੂੰ ਤੁਸੀਂ ਵਾਪਸ ਲੈ ਸਕਦੇ ਹੋ ਕਿਉਂਕਿ ਆਰਡੀਨੈਂਸ ਨਹੀਂ ਹੋਗਾ ਮਤਲਬ ਇੱਕ ਐਕਟ ਨੂੰ ਆਰਡੀਨੈਂਸ ਨੂੰ ਤੋੜਨਾ ਵੈਸੇ ਤਾਂ ਇਹ ਪਤਾ ਨਹੀਂ ਛੋਟੀ ਜਿਹੀ ਟੈਕਨੋਲੋਜੀ ਹੋਣੀ ਹੈ ਰਾਜਨੀਤਿਕ ਮਾਹਰ ਦੱਸਣਗੇ। ਹਾਂਜੀ ਪਰ ਇਹਨਾਂ ਦੀ ਇੱਛਾ ਹੈ ਨਾ ਜੀ, ਇਹਨਾਂ ਦੀ ਮਤਲਬ ਸਰਕਾਰਾਂ ਦੀ ਇੱਛਾ ਹੈ ਵੀ ਇਹ ਪਰਮਾਨੈਂਟਲੀ ਲਾਗੂ ਹੋਵੇ, ਇਹ ਆਪਾਂ ਨੂੰ ਬਿਲਕੁਲ ਜਾਣਨਾ ਚਾਹੀਦਾ ਹੈ। ਉਹ ਤਾਂ ਠੀਕ ਹੈ, ਜੇ ਪ੍ਰੈਸ਼ਰ ਨਹੀਂ ਬਣੂਗਾ ਤਾਂ ਆਰਡੀਨੈਂਸ ਨੂੰ ਐਕਟ ਤੋੜ ਕੇ ਉਹਨੂੰ ਕਰ ਦੇਣਗੇ ਕਿ ਤੇ ਉਹ ਸਾਨੂੰ ਧਿਆਨ ਰੱਖਣਾ ਚਾਹੀਦਾ ਤੇ ਪ੍ਰੈਸ਼ਰ ਬਣੇ ਤਾਂ ਕਿ ਇਹ ਜਿਹੜੇ ਇਹ ਰਿਵਿਊ ਹੋ ਜਾਣ, ਵਾਪਸ ਚਲੇ ਜਾਣ। ਇਹ ਸਾਡਾ ਪਹਿਲਾਂ ਵਾਲਾ ਸਿਸਟਮ ਹੈ ਜਿਹੜਾ ਉਹਨੂੰ ਹੋਰ ਵਿਕਸਿਤ ਕਰਨ ਦੀ ਉਹਨੂੰ ਹੋਰ ਵਧੀਆ ਬਣਾਇਆ ਜਾਵੇ। ਬਿਲਕੁਲ ਉਹਨੂੰ ਹੋਰ ਵਿਕਸਿਤ ਦੇ ਕੰਮ ਐਮਐਸਪੀ ਦਿੱਤੀ ਜਾਵੇ, ਸਾਰੀਆਂ ਫਸਲਾਂ ਦੀ ਐਮਐਸਪੀ ਦਿੱਤੀ ਜਾਵੇ, ਪ੍ਰੋਡਕਸ਼ਨ ਸਾਡਾ ਵਧੀਆ ਜਿਵੇਂ ਪੰਜਾਬ 'ਚ ਸਾਨੂੰ ਪ੍ਰੋਡਕਸ਼ਨ ਦੀ ਕੋਈ ਪ੍ਰੋਬਲਮ ਨਹੀਂ। ਹਾਲਾਂਕਿ ਖੇਤੀ 'ਚ ਪ੍ਰੋਡਕਸ਼ਨ ਦੀ ਪ੍ਰੋਬਲਮ ਹੁੰਦੀ ਹੈ, ਮੰਡੀ ਦੀ ਪ੍ਰੋਬਲਮ ਤਾਂ ਇੱਕ ਬਣੀ ਹੋਈ ਪ੍ਰੋਬਲਮ ਹੈ। ਇਹਦੇ ਵਿੱਚ ਕੀ ਹੈ ਕਿ ਸਾਰੀਆਂ ਫਸਲਾਂ ਨੂੰ ਜਿਹੜੀਆਂ ਘੱਟੋ ਘੱਟ ਖਰੀਦ ਕੀਮਤਾਂ ਤੇ ਵੇਚਣ, ਪਬਲਿਕ ਪ੍ਰੋਕਿਉਰਮੈਂਟ ਹੋਵੇ ਤੇ ਤਾਂ ਡਿਵਰਸਿਫਿਕੇਸ਼ਨ ਵੀ ਹੋ ਜਾਊਗੀ, ਪਾਣੀ ਵੀ ਬਚ ਰੂ, ਇਨਵਾਇਰਮੈਂਟ ਵੀ ਬਚ ਰੂ, ਛੋਟਾ ਕਿਸਾਨ ਵੀ ਬਚ ਰਹੂਗਾ। ਇਹ ਲੋੜ ਹੈ ਤੁਹਾਨੂੰ ਆਪਣਾ ਮਾਡਲ ਬਣਾ ਕੇ ਤੇ ਖੇਤੀ ਦੇ ਰਹੁ ਪਛਾਉ ਪ੍ਰਬੰਧ ਜਿਹੜੇ ਲਿੰਕ ਬਣ ਜਾਣ ਤੇ ਅਸੀਂ ਲੋਕਾਂ ਨੂੰ ਖੁਸ਼ਹਾਲ ਕਰ ਦਈਏ। ਬਿਲਕੁਲ ਵੀਰ ਜੀ, ਮੈਨੂੰ ਲੱਗਦਾ ਵੀ 1 ਘੰਟਾ ਬਹੁਤ ਘੱਟ ਸਮਾਂ, ਮੈਨੂੰ ਪੱਕਾ ਯਕੀਨ ਆ ਵੀ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਹੋਣਗੀਆਂ, ਪਰ ਜਿਸ ਤਰੀਕੇ ਨਾਲ ਇਹ ਜਿਹੜਾ ਇਹ ਬਹੁਤ ਗੰਭੀਰ ਮਸਲਾ ਖੇਤੀਬਾੜੀ ਦੇ ਬਾਰੇ 'ਚ ਅਸੀਂ ਜ਼ਰੂਰ ਜਿਹਦੀਆਂ ਇਹਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਡਿਵੈਲਪਮੈਂਟ ਹੋਣਗੀਆਂ ਤੁਹਾਡੇ ਨਾਲ ਅਸੀਂ ਫਿਰ ਮੁੜ ਕੇ ਜ਼ਰੂਰ ਗੱਲ ਕਰਾਂਗੇ। ਔਰ ਮੈਂ ਤੁਹਾਡਾ ਦਿਲੋਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸਰੋਤਿਆਂ ਨਾਲ ਆ ਕੇ ਗੱਲਬਾਤ ਕੀਤੀ ਇਸ ਗੰਭੀਰ ਮਸਲੇ ਦੇ ਉੱਪਰ। ਤੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ। ਸ਼ੁਕਰੀਆ ਜੀ। ਦੋਸਤੋ, ਇਹ ਸਨ ਡਾਕਟਰ ਸੁਖਪਾਲ ਸਿੰਘ ਜਿਹੜੇ ਕਿ ਖੇਤੀਬਾੜੀ ਮਾਹਰ ਨੇ, ਸੀਨੀਅਰ ਇਕੋਨੋਮਿਸਟ ਨੇ, ਸਾਬਕਾ ਹੈਡ ਆਫ ਡਿਪਾਰਟਮੈਂਟ ਵੀ ਰਹਿ ਚੁੱਕੇ ਨੇ ਇਕਨੋਮਿਕਸ ਸੋਸ਼ੀਓਲੋਜੀ ਡਿਪਾਰਟਮੈਂਟ PAU ਲੁਧਿਆਣਾ ਵਿਖੇ। ਤੋ ਪਿਛਲੇ ਦਿਨੀ ਜਸਟ ਲੋਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਥੋੜੇ ਕੁ ਦਿਨਾਂ ਲਈ ਆਏ ਸਨ, ਆਸਟ੍ਰੇਲੀਆ ਆਏ ਹੋਏ ਸਨ। ਤੋ ਉਹਨਾਂ ਦਾ ਇੱਥੇ ਪਰਿਵਾਰ ਰਹਿੰਦਾ ਨਿਊਜ਼ੀਲੈਂਡ 'ਚ, ਤੋ ਉਦੋਂ ਵੀ ਸਟੂਡੀਓ 'ਚ ਆ ਕੇ ਬਕਾਇਦਾ ਗੱਲਬਾਤ ਹੋਈ ਉਹਨਾਂ ਦੀ। ਤੋ ਅਗਰ ਮੇਰਾ ਖਿਆਲ ਹੈ ਕਿ ਉਹ ਉਸ ਤੋਂ ਅਗਲੇ ਦਿਨ ਹੀ ਸਵੇਰੇ ਹੀ ਫਲਾਈਟ ਇੰਡੀਆ ਦੀ ਲੈ ਕੇ ਚਲੇ ਗਏ ਸਨ। ਹਾਲਾਂਕਿ ਇਹਨਾਂ ਦਾ ਸਮਾਨ ਕਾਫੀ ਆਸਟ੍ਰੇਲੀਆ ਜਿਹੜੇ ਇਹਨਾਂ ਦਾ ਪਰਿਵਾਰ ਹੈ ਉੱਥੇ ਸੀ, ਪਰ ਉਹ ਜਿਸ ਤਰ੍ਹਾਂ ਉਸ ਵੇਲੇ ਲੋਕਡਾਊਨ ਕਰੋਨਾ ਦਾ ਸਾਰਾ ਚੱਲ ਰਿਹਾ ਸੀ ਸਿਸਟਮ, ਤੋ ਇਹਨਾਂ ਨੂੰ ਜਿਹੜੀ ਫਲਾਈਟ ਮਿਲੀ ਲੈ ਕੇ ਚਲੇ ਗਏ। ਹਾਂ, ਇੱਥੇ ਸਾਡੇ ਕੋਲ ਬੈਠੇ ਹੁੰਦੇ ਮੇਰਾ ਖਿਆਲ ਹੈ, ਜਿਸ ਤਰ੍ਹਾਂ ਬਾਰਡਰ ਸਾਰੇ ਪਾਸੇ ਬੰਦ ਨੇ। ਤੋ ਹਾਂਜੀ, 2 ਮਿੰਟ ਦੇ ਵਿੱਚ ਬਿਲਕੁਲ ਸਾਡੇ ਕੋਲ ਖੁੱਲਾ ਸਮਾਂ। ਹਾਂਜੀ, ਸੋ ਬੇਸਿਕਲੀ ਪਿਆਰੇ ਸਰੋਤਿਓ, ਜੇ ਇਸ ਸਾਰੀ ਗੱਲਬਾਤ ਨੂੰ ਆਪਾਂ ਸਮ ਅਪ ਕਰਨਾ ਹੋਵੇ ਤੇ ਪਿਛਲੇ 2 ਹਫ਼ਤੇ ਪਹਿਲਾਂ ਅਸੀਂ ਸਾਥੀ ਹਰਨੇਕ ਸਿੰਘ ਮਹਿਮਾ ਹੁਣਾਂ ਨਾਲ ਵੀ ਗੱਲਬਾਤ ਕੀਤੀ ਸੀ ਔਰ ਕਾਫੀ ਇਹਦੇ ਨਾਲ ਮਿਲਦੀ ਜੁਲਦੀ ਗੱਲਬਾਤ ਸੀਗੀ ਉਹ ਵੀ। ਔਰ ਮਸਲਾ ਇਹ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਵੱਡੇ ਕੋਰਪੋਰੇਟ ਘਰਾਣੇ ਨੇ ਉਹ ਜਿਹੜੀ ਛੋਟੀ ਕਿਸਾਨੀ ਆ ਉਹਨਾਂ ਦਾ ਭੋਗ ਪਾਉਣਾ ਚਾਹੁੰਦੀ ਹੈ, ਉਹਨਾਂ ਨੂੰ ਬੰਦ ਕਰਨਾ ਚਾਹੁੰਦੀ ਹੈ। ਔਰ ਇਹੋ ਜਿਹਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਕਿ ਉਹ ਪਿੰਡ ਛੱਡ ਕੇ, ਆਪਣੀਆਂ ਜ਼ਮੀਨਾਂ ਛੱਡ ਕੇ ਸ਼ਹਿਰਾਂ ਦੇ ਵਿੱਚ ਜਾਂ ਹੋਰ ਕਿਤੇ ਜਿੱਥੇ ਵੀ ਉਹਨਾਂ ਨੂੰ ਸਸਤੀ ਲੇਬਰ ਤੇ ਕੰਮ ਮਿਲਦਾ ਉੱਥੇ ਜ਼ਮੀਨਾਂ ਆਪਣੀਆਂ ਛੱਡ ਕੇ ਚੱਲ ਜਾਣ। ਤੇ ਇਹ ਜਿਹੜੀਆਂ ਵੱਡੇ ਕੋਰਪੋਰੇਟ ਘਰਾਣੇ ਨੇ ਜਾਂ ਵੱਡੇ ਧਨਾਦ ਜਿਹੜੇ ਜਗੀਰਦਾਰ ਨੇ ਉਹ ਉਹਨਾਂ ਦੀਆਂ ਖੇਤੀਬਾੜੀ ਦੇ ਉੱਪਰ ਕਬਜ਼ਾ ਕਰਨ। ਔਰ ਜਿਹੜੀ ਇਹਦੇ ਵਿੱਚ ਖਾਸ ਗੱਲ ਵੀਰ ਜੀ ਦੱਸ ਕੇ ਗਏ ਨੇ ਉਹ ਇਹ ਹੈ ਕਿ ਇਹ ਜਿਹੜੇ ਕੋਰਪੋਰੇਟ ਘਰਾਣੇ ਨੇ ਉਹ ਸਿਰਫ ਤੇ ਸਿਰਫ ਖੇਤੀ ਨਹੀਂ ਕਰਨਗੇ, ਉਹਨਾਂ ਦਾ
ਬੈਂਕਿੰਗ ਦੇ ਉੱਪਰ ਹਾਂ ਉਹ ਖੇਤੀ ਦੇ ਆਈਦਰ ਸਾਈਡ ਜੋ ਸਿਸਟਮ ਹੈ ਉਹ ਉਸ ਤੋਂ ਬਾਅਦ ਜਿਹੜੇ ਪੈਸਟੀਸਾਈਡ ਨੇ ਬੀਜ ਉਹ ਜਿਹੜੇ ਬੀਜ ਨੇ ਉਹ ਵੀ ਜੈਨੇਟਿਕਲੀ ਮੋਡੀਫਾਈਡ ਉਹ ਸਾਰੇ ਦਾ ਸਾਰਾ ਜਿਹੜਾ ਤਾਣਾ ਬਾਣਾ ਆ ਉਹ ਔਰ ਦੂਸਰੇ ਐਂਡ ਤੇ ਉਹ ਜਿਹੜੀ ਫਸਲ ਹੈ ਉਹ ਪ੍ਰੋਸੈਸ ਹੋ ਕੇ ਜਿਹੜਾ ਉਹਦਾ ਖਾਣਾ ਬਣਦਾ ਹੈ ਉਹ ਜਿਹੜੀਆਂ ਕੰਪਨੀਆਂ ਉਹ ਫੂਡ ਪ੍ਰੋਸੈਸਿੰਗ ਤੇ ਫੂਡ ਡਿਸਟ੍ਰੀਬਿਊਸ਼ਨ ਉਹਦੇ ਚ ਵੀ ਇਹੋ ਹੀ ਉਹਦੇ ਵਿੱਚ ਵੀ ਜੀ ਉਹੀ ਨੇ ਸੋ ਉਹਦੇ ਵਿੱਚ ਔਰ ਜਿਹੜੀ ਖਾਸ ਜਿਹੜੀ ਗੱਲ ਇੱਕ ਇਹਨਾਂ ਨੇ ਹੋਰ ਕੀਤੀ ਹੈ ਕਿ ਜਿਹੜੀ ਫੂਡ ਸਟੋਰੇਜ ਕਿੰਨਾ ਜੀ ਅਨੂ ਜੀ ਕਿੰਨਾ ਅਣਮਨੁੱਖੀ ਇਹ ਹੈਗਾ ਆ ਜਿਹੜੇ ਲੋਕਾਂ ਨੂੰ ਇਹ ਵਹਿਮ ਹੈ ਕਿ ਜਿਹੜਾ ਪੂੰਜੀਵਾਦੀ ਸਿਸਟਮ ਹੈ ਉਹ ਸਪਲਾਈ ਤੇ ਡਿਮਾਂਡ ਦੇ ਨਾਲ ਚੱਲਦਾ ਹੈ ਕੁਦਰਤੀ ਚੱਲਦਾ ਹੈ ਸਪਲਾਈ ਤੇ ਡਿਮਾਂਡ ਘਟਦੀ ਵੱਧਦੀ ਹੈ ਤੇ ਆਪਣੇ ਆਪ ਜਿਹੜੀਆਂ ਪ੍ਰਾਈਸਿੰਗ ਨੇ ਉਹ ਫਲਕਚੁਏਟ ਹੁੰਦੀਆਂ ਨੇ ਬਿਲਕੁਲ ਬਕਵਾਸ ਗੱਲ ਆ ਸਾਰੀ ਸਪਲਾਈ ਤੇ ਸਾਰੀ ਜਿਹੜੀ ਡਿਮਾਂਡ ਆ ਉਹ ਕੰਟਰੋਲ ਕੀਤੀ ਜਾਂਦੀ ਹੈ ਹਾਂਜੀ ਹਾਂ ਸੋ ਇਹ ਇੱਕ ਬਹੁਤ ਕਈ ਲੋਕ ਇਹ ਵੀ ਕਹਿ ਦਿੰਦੇ ਆ ਕਿ ਉਹ ਮਾਰਕੀਟ ਕ੍ਰੀਏਟ ਕਰਦੀ ਹੈ ਤੇ ਮਾਰਕੀਟ ਨੂੰ ਕੌਣ ਕੰਟਰੋਲ ਕਰਦਾ ਸਵਾਲ ਫਿਰ ਉੱਥੇ ਆ ਜਾਂਦਾ ਬਿਲਕੁਲ ਕਿਉਂਕਿ ਉਹਦੇ ਵਿੱਚ ਜਿੱਦਾਂ ਅਸੀਂ ਦੇਖਿਆ ਹੈ ਕਿ ਖਾਸ ਕਰਕੇ ਗੰਢਿਆਂ ਦੇ ਪਿਆਜ਼ ਦੇ ਮਾਮਲੇ ਦੇ ਵਿੱਚ ਜਦੋਂ ਉਹਨਾਂ ਦੀਆਂ ਕੀਮਤਾਂ ਵਧੀਆਂ ਤੇ ਉਹਨਾਂ ਨੂੰ ਜਿਹੜੇ ਸੀਗੇ ਵਪਾਰੀ ਸੀਗੇ ਉਹਨਾਂ ਨੂੰ ਸਟੋਰ ਕਰਕੇ ਰੱਖਿਆ ਹੋਇਆ ਸੀਗਾ ਸੋ ਇੱਕ ਜਿਹੜਾ ਇੱਕ ਔਰ ਦੂਸਰੀ ਜਿਹੜੀ ਗੱਲ ਕਿ ਜਿਹੜਾ ਇੱਕ ਸੰਵਿਧਾਨ ਦੇ ਵਿੱਚ ਜਿਹੜਾ ਇੱਕ ਰੈਗੂਲੇਸ਼ਨ ਬਣੀ ਹੋਈ ਹੈ ਕਿ ਤੁਸੀਂ ਹੋਰਡ ਤੁਸੀਂ ਨਹੀਂ ਕਰ ਸਕਦੇ ਹੈਗੇ ਕਿਉਂਕਿ ਉਹਦੇ ਫਿਰ ਜਿਹੜਾ ਕੰਜ਼ਿਊਮਰ ਆ ਜਿਹੜਾ ਇੱਕ ਗਰੀਬ ਤਬਕਾ ਆ ਉਹਨੂੰ ਉਹ ਚੀਜ਼ ਜਿਹੜੀ ਬਹੁਤ ਮਹਿੰਗੀ ਮਿਲਦੀ ਹੈ ਇਹ ਤੇ ਜਿਹੜੀ ਸਪੈਕੂਲੇਸ਼ਨ ਆ ਜਿਹੜਾ ਜੂਆ ਆ ਸਾਡੇ ਮੁਲਕ ਦੇ ਵਿੱਚ ਸਾਡੇ ਜੂਆ ਖੇਡਿਆ ਜਾ ਰਿਹਾ ਇਸ ਮੁਲਕ ਦੇ ਵਿੱਚ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਘਰ ਖਾਲੀ ਪਏ ਨੇ ਸਿਰਫ ਤੇ ਸਿਰਫ ਇੱਕ ਪੈਸੇ ਤੋਂ ਗਾਂ ਪੈਸਾ ਬਣਾਇਆ ਜਾ ਰਿਹਾ ਔਰ ਉਹ ਖੇਤੀਬਾੜੀ ਦੇ ਵਿੱਚ ਇਹ ਜਿਹੜਾ ਹੁਣ ਸਾਰਾ ਜਿਹੜਾ ਮਸਲਾ ਜਿਹੜਾ ਉਹ ਸ਼ਾਮਲ ਹੋਣ ਜਾ ਰਿਹਾ ਇੱਕ ਬਹੁਤ ਹੀ ਅਸੀਂ ਸਮਝਦੇ ਹਾਂ ਕਿ ਇੱਕ ਖਤਰਨਾਕ ਔਰ ਨਾਲ ਦੀ ਨਾਲ ਜਿਹੜੀ ਖਾਸ ਗੱਲ ਉਹ ਇਹ ਵੀ ਕਰਕੇ ਗਏ ਆ ਕਿ ਇਹ ਗੱਲ ਸਹੀ ਹੈ ਕਿ ਸਿਸਟਮ ਜੋ ਚੱਲ ਰਿਹਾ ਹੈ ਅਸੀਂ ਰੋਜ਼ ਦੇਖਦੇ ਹਾਂ ਕਿਸਾਨ ਮਜ਼ਦੂਰ ਸੜਕਾਂ ਤੇ ਉਤਰੇ ਹੁੰਦੇ ਆ ਸਿਸਟਮ ਪਰਫੈਕਟ ਨਹੀਂ ਹੈਗਾ ਉਹਨੂੰ ਬਿਹਤਰ ਕਰਨ ਦੀ ਲੋੜ ਹੈ ਉਹਨੂੰ ਬਿਹਤਰ ਕੀਤਾ ਜਾ ਸਕੇ ਇਹਦੇ ਨਾਲ ਜਿਵੇਂ 60 ਦੇ ਦਹਾਕੇ ਦੇ ਵਿੱਚ ਹਰੇ ਇਨਕਲਾਬ ਦੇ ਨਾਲ ਔਰ ਕਿੰਨਾ ਅਨੂ ਜੀ ਜਿਹੜਾ ਸ਼ਬਦ ਵਰਤਦੇ ਨੇ ਇਨਕਲਾਬ ਇਨਕਲਾਬ ਲੋਕ ਪੱਖੀ ਇਨਕਲਾਬ ਨਹੀਂ ਇਹ ਲੋਕ ਵਿਰੋਧੀ ਇਨਕਲਾਬ ਹੈ ਔਰ ਕਿਉਂਕਿ ਇਨਕਲਾਬ ਕੀ ਜੜੋਂ ਜਿਹੜਾ ਕੋਈ ਸਿਸਟਮ ਤੁਹਾਡਾ ਚੱਲ ਰਿਹਾ ਹੈ ਉਹਨੂੰ ਤੁਸੀਂ ਪੁੱਟ ਕੇ ਇੱਕ ਨਵਾਂ ਸਿਸਟਮ ਕਰ ਦਿੰਦੇ ਹੋ ਉਹ ਸਿਸਟਮ ਲੋਕ ਪੱਖੀ ਵੀ ਹੋ ਸਕਦਾ ਲੋਕ ਵਿਰੋਧੀ ਵੀ ਹੋ ਸਕਦਾ ਦੋਨੇ ਪਾਸੇ ਉਹ ਚੱਲ ਸਕਦਾ ਸੋ ਜਿਵੇਂ ਹਰੇ ਇਨਕਲਾਬ ਤੋਂ ਬਾਅਦ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਖੁਸ਼ਹਾਲੀ ਆਈ ਔਰ ਹੌਲੀ ਹੌਲੀ ਉਹਦੇ ਜਿਹੜੇ ਕਨਸੀਕੁਐਂਸ ਨੇ ਜਿਹੜੇ ਨਤੀਜੇ ਜਿਹੜੇ ਹੁਣ ਅਸੀਂ ਉਹ ਭੁਗਤ ਰਹੇ ਹਾਂ ਇਹਦੇ ਜਿਹੜੇ ਨਤੀਜੇ ਨੇ ਜਿਹੜਾ ਦੂਸਰਾ ਇਹ ਇਨਕਲਾਬ ਹੈ ਉਹਦੇ ਜਿਹੜੇ ਨਤੀਜੇ ਹੋਰ ਵੀ ਜ਼ਿਆਦਾ ਭਿਆਨਕ ਹੋਣਗੇ ਥੋੜੀ ਜਿਹੀ ਤਸੱਲੀ ਤੋਂ ਬਾਅਦ ਔਰ ਉਹਦੇ ਵਿੱਚ ਇਹ ਵੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰਾਂ ਦੇ ਕੋਲੇ ਇਸ ਟਾਈਮ ਲੋਕਾਂ ਦੇ ਉੱਪਰ ਜਿਵੇਂ ਉਹਨਾਂ ਨੇ ਮੰਡੀ ਬੋਰਡ ਦੀ ਉਦਾਹਰਨ ਦਿੱਤੀ ਹੈ ਕਿ ਮੰਡੀ ਬੋਰਡ ਦੇ ਕੋਲ ਜਿਹੜਾ ਟੈਕਸ ਜਾਂਦਾ ਹੈ ਸੋ ਮੰਡੀ ਬੋਰਡ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਇੱਕ ਐਂਟੀਟੀ ਹੈ ਜਿਹੜੀਆਂ ਲੋਕ ਭਲਾਈ ਦੀਆਂ ਕੰਮ ਕਰਦੀਆਂ ਕਿੰਨੀਆਂ ਕਰਦੀਆਂ ਠੀਕ ਹੈ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਰਹੀਆਂ ਪਰ ਜਦੋਂ ਉਹ ਨਾ ਸਰਕਾਰ ਕੋਲੇ ਪੈਸਾ ਹੋਊਗਾ ਨਾ ਮੰਡੀ ਬੋਰਡ ਕੋਲੇ ਪੈਸਾ ਹੋਊਗਾ ਕਿਉਂਕਿ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਤੇ ਇਹ ਜਿਹੜੇ ਇੰਸਟੀਚਿਊਟ ਨੇ ਖਤਮ ਨਹੀਂ ਕਰਨੇ ਆਪਾਂ ਇਸ ਗੱਲ ਨੂੰ ਬਿਲਕੁਲ ਸਰਲ ਤਰੀਕੇ ਨਾਲ ਸਮਝਾਉਣਾ ਹੋਏ ਮੈਂ ਉਹ ਜਦੋਂ ਸੁਣ ਰਹੀ ਸੀ ਕਿ ਜਿਹੜਾ ਆਰਡੀਨੈਂਸ ਨੰਬਰ 2 ਆ ਉਹ ਇਹ ਇਜਾਜ਼ਤ ਦਿੰਦਾ ਕਿ ਜਿਹੜਾ ਕਿਸਾਨ ਆ ਉਹ ਆਪਣੀ ਫਸਲ ਜਿਹੜੀ ਹੈ ਕਿਤੇ ਵੀ ਜਾ ਕੇ ਵੇਚ ਸਕਦਾ ਉਹਨੂੰ ਖੋਲਿਆ ਪੂਰੀ ਨਾ ਉਹ ਕੰਪੀਟ ਕਰੇ ਵੱਡੇ ਹੋਰ ਜਿਹੜੇ ਬਿਜ਼ਨਸ ਵਾਲੇ ਉਹਨਾਂ ਨਾਲ ਤੋ ਉਹ ਮੈਨੂੰ ਜਿਸ ਤਰ੍ਹਾਂ ਸਮਝ ਪੈ ਰਹੀ ਸੀ ਗੱਲ ਕਿ ਇਸ ਵਕਤ ਅਸੀਂ ਦੇਖਦੇ ਹਾਂ ਸਕੂਲਾਂ ਦੀ ਮਿਸਾਲ ਲੈ ਲਓ ਹਸਪਤਾਲਾਂ ਦੀ ਕਿ ਪ੍ਰਾਈਵੇਟ ਹਸਪਤਾਲ ਆ ਸਰਕਾਰੀ ਹਸਪਤਾਲ ਆ ਲੋਕਾਂ ਨੂੰ ਖੋਲਿਆ ਜਿਹਦੇ ਕੋਲ ਜਿੰਨਾ ਜ਼ਿਆਦਾ ਪੈਸਾ ਉਸ ਹਿਸਾਬ ਨਾਲ ਉਹ ਵੱਡੇ ਤੋਂ ਵੱਡੇ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਆਪਣਾ ਇਲਾਜ ਕਰਾ ਸਕਦੇ ਨੇ ਪਰ ਉਹ ਜਿਹੜਾ ਇੱਕ ਪਬਲਿਕ ਜਿਹੜਾ ਸਾਡਾ ਸਿਸਟਮ ਹੈ ਇਨਫਰਾਸਟ੍ਰਕਚਰ ਆ ਉਹ ਹੋਰ ਨਿਗਾਰ ਵੱਲ ਨੂੰ ਜਾਂਦਾ ਹੈ ਜਦੋਂ ਪ੍ਰਾਈਵੇਟ ਹਸਪਤਾਲ ਖੋਲਦੇ ਨੇ ਜਾਂ ਪ੍ਰਾਈਵੇਟ ਸਕੂਲ ਖੋਲਦੇ ਨੇ ਸੋ ਇਸੇ ਤਰ੍ਹਾਂ ਇਹ ਜਿਹੜਾ ਫਸਲਾਂ ਦਾ ਵੇਚਣ ਖਰੀਦਣ ਦਾ ਕੰਮ ਆ ਉਹਦੀ ਪ੍ਰਾਈਵੇਟਾਈਜੇਸ਼ਨ ਜਦੋਂ ਹੋਏਗੀ ਉਹਦਾ ਨੁਕਸਾਨ ਜਿਹੜਾ ਕੰਜ਼ਿਊਮਰ ਆ ਉਹਨੂੰ ਔਰ ਜਿਹੜਾ ਕਿਸਾਨ ਜਾਂ ਮਜ਼ਦੂਰ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਦਾ ਨੁਕਸਾਨ ਹੋਣਾ ਹੈ ਬਿਲਕੁਲ ਅਨੂ ਜੀ ਇੱਕ ਜਿਹੜੀ ਤੁਹਾਡੀ ਗੱਲ ਨੂੰ ਮੈਂ ਗਾਂਹ ਤੋਰਦਾ ਹਾਂ ਕਿ ਜਿਵੇਂ ਜਿਹੜੇ
ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਜਾਂ ਮੰਡੀ ਬੋਰਡ ਜਾਂ ਹੋਰ ਜਿਹੜੇ ਇੰਸਟੀਚਿਊਟ ਨੇ ਜਿਹੜਾ ਉਹ MSP ਜਿਹੜੀਆਂ ਰੈਗੂਲੇਟ ਕਰਦੇ ਨੇ, ਇੱਕ ਮੰਡੀ ਉਹ ਹੈ ਤੇ ਦੂਸਰੀ ਉਹਦੇ ਬਰਾਬਰ ਜਿਹੜੀ ਤੁਸੀਂ ਪ੍ਰਾਈਵੇਟ ਮੰਡੀ ਇੱਕ ਖੜੀ ਕਰਤੀ ਹੈ ਜਿਹਦੇ ਉੱਪਰ ਉਹ ਰੈਗੂਲੇਸ਼ਨ ਨੇ ਜਿਹੜੇ ਉਹ ਕੋਈ ਲਾਗੂ ਨਹੀਂ ਹੁੰਦੇ। ਪੈਰਲਲ ਸਿਸਟਮ ਇੱਕ ਖੜਾ ਕਰ ਲਿਆ ਨਾ ਜਿਹੜਾ ਡੀਰੈਗੂਲੇਟਡ, ਕਿ ਚਾਹੇ ਇਹ ਮੰਡੀ ਉੱਥੇ ਹੈਗੀ ਹੈ ਪਰ ਇਹ ਮੰਡੀ ਤੇ ਕਿਉਂਕਿ ਉੱਥੇ ਕੋਈ ਰੈਗੂਲੇਸ਼ਨ ਨਹੀਂ ਹੈ, obviously ਉਹ ਜ਼ਿਆਦਾ ਅਟਰੈਕਟਿਵ ਆ ਕਿਉਂਕਿ ਉਹ ਲੋਕਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਉਹ ਸਸਤਾ ਪ੍ਰੋਵਾਈਡ ਕਰਨਗੇ ਸ਼ੁਰੂਆਤੀ ਦੌਰ ਦੇ ਵਿੱਚ ਫਾਇਦਾ ਹੋ ਸਕਦਾ। ਇਹ ਜਿਹੜੇ ਪਬਲਿਕ ਇੰਸਟੀਚਿਊਟ ਨੇ ਇਹ ਆਪਣੇ ਆਪ ਕਿਉਂਕਿ ਉਹਨਾਂ ਨਾਲ ਕੰਪੀਟ ਨਹੀਂ ਕਰ ਸਕਣਗੇ, ਇਹ ਖਤਮ ਹੋਣਗੇ, ਫਿਰ ਇਹ ਉੱਠਣਗੇ, ਫਿਰ ਇਹਨਾਂ ਦੀ ਜਿਹੜੀ ਮੋਨੋਪੋਲੀ ਹੋਊਗੀ, ਫਿਰ ਲੋਕਾਂ ਨੂੰ ਇਹ ਵੱਡੇ ਉਹਦੇ ਉੱਪਰ ਲੁੱਟਣਗੇ। ਸੋ ਔਰ ਜਿਹੜਾ ਇੱਕ ਤਬਕਾ ਵਰਗ ਜਿਹੜਾ ਗਰੀਬ ਹੈ ਉਹ ਪਹਿਲਾਂ ਹੀ ਜਿਹੜਾ ਹਾਸ਼ੀਏ ਤੇ ਧੱਕਿਆ ਹੋਇਆ ਉਹ ਹੋਰ ਜ਼ਿਆਦਾ ਥੱਲੇ ਚਲਾ ਜਾਏਗਾ, ਨਿਗਾਰ ਵੱਲ ਨੂੰ ਹੋਰ ਜ਼ਿਆਦਾ ਜਾਏਗਾ। ਜਿਸ ਤਰ੍ਹਾਂ ਅਸੀਂ ਵਿਦਿਆ ਦੇ ਮਾਮਲੇ 'ਚ ਦੇਖਦੇ ਹਾਂ ਕਿ ਉਹ ਜਿਸ ਤਰ੍ਹਾਂ ਪ੍ਰਾਈਵੇਟ ਸਕੂਲ ਵਧੇ ਨੇ, ਜਿਹੜਾ ਮੱਧ ਵਰਗੀ ਲੋਕ ਨੇ ਉਹ ਜਾਂ ਉਸ ਤੋਂ ਉੱਪਰ ਵਾਲਾ ਤਬਕਾ ਹੈ ਉਹ ਅਫੋਰਡ ਕਰ ਸਕਦੇ ਨੇ ਆਪਣੇ ਬੱਚਿਆਂ ਨੂੰ ਉੱਥੇ ਪੜ੍ਹਾਉਣਾ, ਤੇ ਜਿਹੜੇ ਗਰੀਬ ਲੋਕ ਨੇ ਉਹ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਹੀ ਆਪਣੇ ਬੱਚਿਆਂ ਨੂੰ ਭੇਜਦੇ ਨੇ। ਤਾਂ ਹੋਣਾ ਤਾਂ ਇਹ ਚਾਹੀਦਾ ਹੈ ਕਿ ਸਰਕਾਰੀ ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ, ਤਾਂ ਕਿ ਸਾਰੇ ਹੀ ਲੋਕ ਉੱਥੇ ਪੜ੍ਹਨ। ਔਰ ਉਹ ਜਿਹੜਾ ਇੱਕ ਉਹ ਪਾੜਾ ਪੈਂਦਾ ਹੈ ਸਮਾਜ ਵਿੱਚ, ਉਹ ਇੱਕ ਬੜਾ ਖਤਰਨਾਕ ਰੁਝਾਨ ਹੈ। ਉਹਦੇ ਵਿੱਚੋਂ ਹੀ ਫਿਰ ਕਿ ਹੋਰ ਪੂੰਜੀਵਾਦੀ ਪੈਦਾ ਹੁੰਦੇ ਨੇ। ਉਹ ਚਲੋ ਇਹ ਅਸੀਂ ਹੋਰ ਪਾਸੇ ਨੂੰ ਤੁਰ ਪਏਗੀ ਸਾਡੀ ਗੱਲ। ਹਾਂਜੀ, ਸਮਾਂ ਵੀ ਸੀਮਤ ਹੈ। ਤੋ ਜਿਹੜਾ ਸਾਡਾ ਦੂਸਰਾ ਵਿਸ਼ਾ ਇੱਥੇ ਸਥਾਨਕ ਜੋ ਕੁਛ ਚੱਲ ਰਿਹਾ ਹੈ ਇਸ ਵਕਤ, ਸਥਾਨਕ ਤੇ ਨਹੀਂ ਕਹਿਣਾ ਚਾਹੀਦਾ, ਵੈਸੇ ਉਹ ਗਲੋਬਲ ਜਿਹੜਾ ਕਰੋਨਾ ਵਾਇਰਸ COVID-19 ਦਾ ਪੈਂਡੇਮਿਕ ਹੈ, ਹਰ ਇੱਕ ਦੇਸ਼ ਨੂੰ ਕਰੀਬ ਗ੍ਰਸਤ ਕੀਤਾ ਹੋਇਆ ਇਸ ਵਾਇਰਸ ਨੇ। ਤੋ ਕੋਈ 42,000 ਦੇ ਕਰੀਬ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਨੇ, ਨਿਊਜ਼ੀਲੈਂਡ ਦੇ ਵੀਜ਼ਾਸ ਨੇ ਜਿਨ੍ਹਾਂ ਕੋਲ, ਉਹ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਨੇ ਇਸ ਵਕਤ। ਸੋ ਇੱਕ ਤੇ ਉਹਨਾਂ ਦਾ ਮਸਲਾ ਕਿ ਉਹ ਬਾਰਡਰ ਬੰਦ ਹੋਣ ਕਰਕੇ ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਕਿਉਂਕਿ ਇਹ ਵੀ ਇੱਕ ਬੜੀ ਸ਼ੈਤਾਨੀ ਵਾਲੀ ਗੱਲ ਹੈ ਕਿ ਵਾਇਰਸ ਫੈਲਣ ਦਾ ਖਤਰਾ, ਇਸ ਕਰਕੇ ਜਿਹੜੇ ਟੈਂਪਰੇਰੀ ਵੀਜ਼ਿਆਂ ਵਾਲੇ ਨੇ ਉਹਨਾਂ ਨੂੰ ਵਾਪਸ ਨਹੀਂ ਆਉਣ ਦਿੱਤਾ ਜਾਊਗਾ। ਜਿਹੜੇ ਨਾਗਰਿਕ ਨੇ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ ਉਹ ਆ ਸਕਦੇ ਨੇ। ਮਤਲਬ ਕਿ ਉਹ ਬਹਾਨਾ ਹੁਣ ਇਹ ਦਿੱਤਾ ਜਾ ਰਿਹਾ, ਖਤਰਾ ਉਹਨਾਂ ਤੋਂ ਵੀ ਹੈ, ਪਰ ਉਹ ਕੁਆਰੰਟੀਨ 'ਚ ਜਿਹੜਾ ਰੱਖਣ ਦਾ ਸਿਲਸਿਲਾ ਉਹ ਸਰਕਾਰ ਇਹ ਕਹਿ ਰਹੀ ਹੈ ਕਿ ਇੱਕ ਦਿਨ ਵਿੱਚ ਸਿਰਫ 250 ਲੋਕਾਂ ਨੂੰ ਹੀ ਕੁਆਰੰਟੀਨ ਉਹ ਕਰ ਸਕਦੇ ਨੇ। ਤੋ ਉਸ ਹਿਸਾਬ ਨਾਲ ਚੱਲੀਏ ਤਾਂ ਸਾਲਾਂ ਬੱਧੀ ਲੱਗੇ ਰਵਾਂਗੇ ਅਸੀਂ ਕਿ 250 ਕਰਕੇ ਰੋਜ਼ ਲੋਕ ਇੱਥੇ ਆਉਣ। ਤੋ ਸਾਡਾ ਇਹਦੇ ਪ੍ਰਤੀ ਮੰਨਣਾ ਇਹ ਹੈ ਕਿ ਅਗਰ ਬਾਰਡਰ ਬੰਦ ਹੈ ਤਾਂ ਹਰ ਇੱਕ ਲਈ ਬੰਦ ਹੋਣਾ ਚਾਹੀਦਾ ਹੈ। ਉਹ ਜਿਹੜਾ ਰਿਸਕ ਹੈ ਵਾਇਰਸ ਫੈਲਣ ਦਾ, ਉਹ ਹਰ ਇੱਕ ਵਿਅਕਤੀ ਤੋਂ ਓਨਾ ਹੀ ਰਿਸਕ ਹੈ। ਸੋ ਜਾਂ ਤਾਂ ਹਰ ਇੱਕ ਇਨਸਾਨ ਲਈ ਬਾਰਡਰ ਬੰਦ ਹੋਵੇ ਨਿਊਜ਼ੀਲੈਂਡ ਦਾ, ਜਾਂ ਫਿਰ ਸਾਰਿਆਂ ਨੂੰ ਇਹ ਅਕੋਮੋਡੇਟ ਕਰਨ, ਆਪਣੀ ਕੁਆਰੰਟੀਨ ਦੀ ਜਿਹੜੀ ਇਹਨਾਂ ਦੀ ਫੈਸਿਲਿਟੀ ਆ ਉਹਨੂੰ ਵਧਾਉਣ, ਕੈਪੈਸਿਟੀ ਨੂੰ ਵਧਾਉਣ। ਔਰ ਅਸੀਂ ਪਿਛਲੇ 1-2 ਦਿਨਾਂ 'ਚ ਜਿਹੜੀਆਂ ਖਬਰਾਂ ਵੀ ਦੇਖੀਆਂ ਨੇ, ਉਹ ਕੁਆਰੰਟੀਨ ਵੀ ਕੋਈ ਬਹੁਤ ਚੰਗੇ ਤਰ੍ਹਾਂ ਨਾਲ ਉਹਨੂੰ ਮੈਨੇਜ ਨਹੀਂ ਕੀਤਾ ਜਾ ਰਿਹਾ। ਤੋ ਉਹਦੇ ਵਿੱਚੋਂ ਕਾਫੀ ਖਬਰਾਂ ਬਾਹਰ ਆ ਰਹੀਆਂ ਨੇ। ਤੋ ਉਹ ਪਹਿਲੇ ਦਿਨ ਤੋਂ ਹੀ ਜਦੋਂ ਇਹਨਾਂ ਨੇ ਸ਼ੁਰੂ ਚਾਹੇ ਹੋਇਆ ਸੀਗਾ, ਲੈਵਲ 1 ਨਹੀਂ ਸੀਗੇ, ਲੈਵਲ 4 ਨਹੀਂ ਸੀ ਮੇਰੇ ਖਿਆਲ, ਜਦੋਂ ਉਸ ਤੋਂ 1-2 ਦਿਨ ਪਹਿਲਾਂ ਕਿ ਸੈਲਫ ਆਈਸੋਲੇਸ਼ਨ ਦਾ, ਕਿ ਜਿਹੜੇ ਵੀ ਐਂਟਰ ਕਰ ਰਹੇ ਨੇ ਉਹ ਕੱਟ ਆਫ ਡੇਟ ਤੱਕ ਉਹ 14 ਦਿਨਾਂ ਲਈ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨ। ਮਤਲਬ ਕਿ ਵੋਲੰਟਰੀ ਹੈ ਕਿ ਤੁਹਾਡੇ ਤੇ ਕੋਈ ਨਿਗਰਾਨੀ ਨਹੀਂ ਹੈ, ਕੁਛ ਨਹੀਂ, ਜੋ ਮਰਜ਼ੀ ਕਰੋ ਤੁਸੀਂ। ਸੋ ਉਦੋਂ ਹੀ ਸਾਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿੰਨੀ ਦੇਰ ਤੱਕ ਸਟ੍ਰਿਕਟਲੀ ਐਨਫੋਰਸਡ ਕੁਆਰੰਟੀਨ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਇੱਕ ਦਿਖਾਵਾ ਹੀ ਹੈ। ਤੋ ਅਸੀਂ ਤਾਂ ਇਹ ਚਾਹਾਂਗੇ ਕਿ ਸਾਰੇ ਆਉਣ ਜਾਂ ਕੋਈ ਵੀ ਨਾ ਆਵੇ। ਤੋ ਉਹਦੇ ਵਿੱਚੋਂ ਫਿਰ ਅਗਲੀ ਗੱਲ ਇਹ ਹੈ ਕਿ ਜਿਹੜੇ ਓਵਰਸੀਜ਼ ਫਸੇ ਹੋਏ ਨੇ, ਉਹ ਕਾਫੀ ਸਾਰਿਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ, ਬਹੁਤ ਸਾਰਿਆਂ ਦੇ ਵੀਜ਼ੇ ਵੀ ਜਲਦੀ ਹੀ ਐਕਸਪਾਇਰ ਹੋ ਜਾਣਗੇ 25 ਸਪਟੈਂਬਰ ਤੋਂ ਬਾਅਦ, ਜਿਨ੍ਹਾਂ ਦੇ ਐਕਸਪਾਇਰ ਹੁੰਦੇ ਨੇ। ਤੋ ਉਹਦੇ ਵਿੱਚੋਂ ਸਰਕਾਰ ਕੋਲੋਂ ਸਾਡੀ ਇਹ ਮੰਗ ਹੋਏਗੀ ਕਿ ਉਹ ਉਹਨਾਂ ਸਾਰਿਆਂ ਨੂੰ ਆਸ਼ਵਾਸਨ ਹੋਣ ਕਿ ਉਹਨਾਂ ਦੇ ਵੀਜ਼ੇ ਜਿਹੜੇ ਨੇ ਉਹ ਐਕਸਟੈਂਡ ਕੀਤੇ ਜਾਣਗੇ, ਔਰ ਉਹਨਾਂ ਨੂੰ ਜਦੋਂ ਵੀ ਬਾਰਡਰ ਖੁੱਲਦਾ ਹੈ ਨਿਊਜ਼ੀਲੈਂਡ ਵਾਪਸ ਆਉਣ ਦਿੱਤਾ ਜਾਏਗਾ। ਕਿਉਂਕਿ ਇਮੀਗ੍ਰੇਸ਼ਨ ਮੰਤਰੀ ਨੇ ਇਹ ਥੋੜੇ ਜਿਹੇ ਹਿੰਟ ਦਿੱਤੇ ਨੇ ਕਿ ਜਿਨ੍ਹਾਂ ਕੋਲ ਤੇ ਜੌਬ ਹੈਗੀਆਂ ਨੇ ਉਹਨਾਂ ਦੇ ਚਾਂਸਸ ਹੈਗੇ ਨੇ ਵਾਪਸ ਆਉਣ ਦੇ, ਜਿਹੜੇ ਆਪਣੀਆਂ ਜੌਬਸ ਗਵਾ ਚੁੱਕੇ ਨੇ ਉਹਨਾਂ ਲਈ ਅਸੀਂ ਕੁਝ ਨਹੀਂ ਕਰ ਸਕਦੇ। ਸਾਰੀਆਂ ਦੀਆਂ ਇਸ ਹਿਸਾਬ ਦੇ ਨਾਲ ਸਾਰਿਆਂ ਦੀਆਂ ਚੱਲੀਆਂ ਜਾਣੀਆਂ ਨੇ। ਅਗਰ ਜਿੰਨਾ ਤੁਸੀਂ ਆਪਣਾ ਮੂੰਹ ਨਹੀਂ ਖੋਲ ਰਹੇ ਕਿ ਉਹਨਾਂ ਨੂੰ ਇੱਕ ਆਸ਼ਵਾਸਨ ਤੇ ਦਿੱਤਾ ਜਾਵੇ ਨਾ, ਸਿਰਫ ਇਹ ਗੱਲ ਕਹਿਤੀ ਜਾਵੇ ਵੀ ਜਦੋਂ ਬਾਰਡਰ ਖੁੱਲਣਗੇ
ਹਾਂਜੀ ਤੁਹਾਨੂੰ ਵਾਪਸ ਹੋਣ ਦਿੱਤਾ ਜਾਏਗਾ, ਤੁਹਾਡੀ ਜੌਬ ਹੈ ਜਾਂ ਨਹੀਂ ਹੈ, ਕਿਉਂਕਿ ਉਹਨਾਂ ਦਾ ਕੋਈ ਇਹਦੇ ਚ ਦੋਸ਼ ਨਹੀਂ ਹੈ ਕਿ ਅਗਰ ਉਹਨਾਂ ਦੀ ਜੌਬ ਚਲੀ ਗਈ ਹੈ। ਇਹਦੇ ਚੋਂ ਅਸੀਂ EMPLOYERS ਨਾਲ ਵੀ ਸਿੰਪਥਾਈਜ਼ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੰਮਕਾਰ ਕਾਰੋਬਾਰ ਚਲਾਉਣੇ ਨੇ, ਤਾਂ ਉਹ ਐਂਡਲੈਸਲੀ ਇੰਡੈਫੀਨਿਟਲੀ ਇੰਤਜ਼ਾਰ ਨਹੀਂ ਕਰ ਸਕਦੇ EMPLOYEES ਦਾ ਵਾਪਸ ਹੋਣ ਦਾ। ਸੋ ਉਹਨਾਂ ਨੂੰ ਕਿਸੇ ਹੋਰ ਨੂੰ ਉੱਥੇ ਹਾਇਰ ਕਰਨਾ ਪਊਗਾ। ਸੋ ਇਹਦੇ ਵਿੱਚ ਕਿਸੇ ਦਾ ਵੀ ਦੋਸ਼ ਨਹੀਂ ਹੈ, ਨਾ EMPLOYER ਦਾ ਆ ਨਾ EMPLOYEE ਦਾ ਆ। ਦੋਸ਼ ਅਗਰ ਕਿਸੇ ਦਾ ਹੈ ਤਾਂ ਸਰਕਾਰ ਦਾ ਆ, ਮੈਂ ਕਹਾਂਗੀ ਕਿ ਉਹ ਸੋ ਜਿੰਨਾ ਸਮਾਂ ਵੀ ਅਗਰ 6 ਮਹੀਨੇ ਬਾਰਡਰ ਬੰਦ ਰਹਿੰਦਾ ਆ, 4 ਮਹੀਨੇ ਬੰਦ ਰਹਿੰਦਾ, ਸਾਲ ਬੰਦ ਰਹਿੰਦਾ, ਉਹ ਵੀਜ਼ੇ ਉਹਨੇ ਐਕਸਟੈਂਡ ਹੋਣੇ ਚਾਹੀਦੇ ਆ। ਅਗਰ 6 ਮਹੀਨੇ ਬਾਰਡਰ ਬੰਦ ਹੈ ਤਾਂ ਹਰ ਇੱਕ ਵਿਅਕਤੀ ਜਿਹੜਾ ਓਵਰਸੀਜ਼ ਟੱਕ ਆ ਉਹਦਾ ਵੀਜ਼ਾ ਫॉर ਅਨਦਰ 6 ਮੰਥਸ ਐਕਸਟੈਂਡ ਕਰਨਾ ਚਾਹੀਦਾ ਇਹਨਾਂ ਨੂੰ ਜੀ। ਜੇ ਮੰਨ ਲਓ ਨਿਊਜ਼ੀਲੈਂਡ ਖੁੱਲ ਵੀ ਜਾਂਦਾ ਹੈ, ਹਾਂਜੀ, ਮੰਨ ਲਓ ਭਾਰਤ ਚ ਹਜੇ ਵੀ ਜਿਹੜੇ ਵੀ ਕਿਸੇ ਦੇਸ਼ ਚ ਲੋਕ ਨੇ, ਫਿਰ ਵੀ ਉਹਨਾਂ ਦਾ ਜਿਹੜਾ ਵੀਜ਼ਾ ਜਿਹੜਾ ਐਕਸਟੈਂਡ ਹੋਣਾ ਚਾਹੀਦਾ, ਕਿਉਂਕਿ ਭਾਰਤ ਦੇ ਵਿੱਚ ਉਹ ਨਹੀਂ ਇੱਥੇ ਆ ਸਕਦੇ। ਹਾਂ, ਕਿਉਂਕਿ ਨਿਊਜ਼ੀਲੈਂਡ ਵਾਇਰਸ ਨੂੰ ਕੰਟਰੋਲ ਕਰਨ ਚ ਥੋੜਾ ਨਹੀਂ ਕਾਫੀ ਅੱਗੇ ਆ ਬਾਕੀ ਦੇਸ਼ਾਂ ਨਾਲੋਂ। ਸੋ ਬਾਕੀ ਦੇਸ਼ਾਂ ਦੇ ਜਿਹੜੇ ਬਾਰਡਰ ਨੇ ਜ਼ਿਆਦਾ ਲੰਬਾ ਸਮਾਂ ਬੰਦ ਰਹਿ ਸਕਦੇ ਨੇ ਨਿਊਜ਼ੀਲੈਂਡ ਨਾਲੋਂ। ਸੋ ਇੱਕ ਤਾਂ ਇਹ ਹੈ ਕਿ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਜਾਵੇ ਕਿ ਤੁਹਾਨੂੰ ਵਾਪਸ ਆਉਣ ਦਿੱਤਾ ਜਾਏਗਾ ਜਦੋਂ ਵੀ ਬਾਰਡਰ ਖੁੱਲੇਗਾ। ਤਾਂ ਦੂਸਰੀ ਜਿਹੜੀ ਗੱਲ ਹੈ ਕਿ ਇਨ ਦ ਮੀਨ ਟਾਈਮ ਉਹਨਾਂ ਦਾ ਕੋਈ ਇਨਕਮ ਦਾ ਸੋਰਸ ਨਹੀਂ ਹੈ, ਤਾਂ ਉਹ ਕੀ ਕਰਨ? ਉਹ ਇੱਥੇ ਵੀ ਆਪਣੇ ਕਿਰਾਏ ਦੇ ਘਰਾਂ ਦੇ ਬਿੱਲ ਪੇ ਕਰ ਰਹੇ ਨੇ, ਜਿੱਥੇ ਕਿਤੇ ਵੀ ਉਹ ਫਸੇ ਹੋਏ ਨੇ। ਜਿਹੜੇ ਤਾਂ ਪਰਿਵਾਰਾਂ ਦੇ ਨਾਲ ਨੇ ਸ਼ਾਇਦ ਉਹਨਾਂ ਦਾ ਠੀਕ ਠਾਕ ਹੋਏਗਾ ਕੰਮ, ਜਿਹੜੇ ਛੁੱਟੀਆਂ ਤੇ ਗਏ ਸਨ ਕਿਸੇ ਅਲੱਗ ਦੇਸ਼ ਜਿਹੜਾ ਕਿ ਨਾ ਉਹਨਾਂ ਦਾ ਆਪਣਾ ਬਰਥ ਦਾ ਦੇਸ਼ ਹੈ, ਨਾ ਉੱਥੇ ਕੋਈ ਉਹਨਾਂ ਦਾ ਰਹਿੰਦਾ ਆ, ਉੱਥੇ ਉਹ ਕਿਰਾਏ ਤੇ ਰਹਿ ਰਹੇ ਨੇ ਹੋਟਲਾਂ 'ਚ ਜਾਂ ਜਿੱਥੇ ਵੀ। ਸੋ ਮਤਲਬ ਡਬਲ ਬਿੱਲ ਪੇ ਕਰ ਰਹੇ ਨੇ। ਸੋ ਸਾਡੀ ਦੂਸਰੀ ਮੰਗ ਇਹ ਹੋਏਗੀ ਕਿ ਜਿਹੜਾ ਸੋਸ਼ਲ ਸਿਕਿਉਰਿਟੀ ਐਕਟ ਹੈ ਇੱਥੇ, ਉਹਦੇ ਵਿੱਚ ਇੱਕ ਸੈਕਸ਼ਨ 64 ਹੈ ਜਿਹੜਾ ਸਰਕਾਰ ਨੂੰ ਇਜਾਜ਼ਤ ਦਿੰਦਾ ਆ ਕਿ ਐਮਰਜੈਂਸੀ ਦੇ ਹਾਲਾਤ ਵਿੱਚ ਆਰਜ਼ੀ ਤੌਰ ਤੇ ਹਰ ਇੱਕ ਵਿਅਕਤੀ ਨੂੰ ਜਿਹੜਾ ਹੈ ਅਨਐਮਪਲੋਇਮੈਂਟ ਬੈਨੀਫਿਟ ਜਾਂ ਕਿਸੇ ਤਰੀਕੇ ਦਾ ਬੈਨੀਫਿਟ ਦਿੱਤਾ ਜਾ ਸਕਦਾ ਹੁੰਦਾ ਆ, ਸੋਸ਼ਲ ਵੈਲਫੇਅਰ। ਸੋ ਅਸੀਂ ਇਹ ਸਿਰਫ ਅਸੀਂ ਨਹੀਂ ਮੰਗ ਕਰ ਰਹੇ, ਬਹੁਤ ਸਾਰੀਆਂ ਸੰਸਥਾਵਾਂ ਇਹ ਮੰਗ ਕਰ ਚੁੱਕੀਆਂ ਨੇ। ਅਣਗਿਣਤ ਚਿੱਠੀਆਂ ਜਾ ਚੁੱਕੀਆਂ ਨੇ ਕਾਰਮਲ ਸੈਪਿਲੋਨੀ ਜਿਹੜੇ ਕਿ ਮਿਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਦੇ ਰਿਸਪੌਂਸਿਬਲ ਨੇ, ਕੈਬਨਿਟ ਮਿਨਿਸਟਰ ਨੇ। ਤਾਂ ਉਹ ਜਿਹੜੇ ਬੈਨੀਫਿਟ ਨੇ ਉਹ ਸਾਰਿਆਂ ਨੂੰ ਦਿੱਤੇ ਜਾਣ, ਜਿਹੜੇ ਟੈਂਪਰੇਰੀ ਮਾਈਗ੍ਰੈਂਟ ਆਊਟ ਆਫ ਵਰਕ ਨੇ, ਚਾਹੇ ਉਹ ਨਿਊਜ਼ੀਲੈਂਡ 'ਚ ਨੇ ਚਾਹੇ ਉਹ ਨਿਊਜ਼ੀਲੈਂਡ ਤੋਂ ਬਾਹਰ ਨੇ, ਤਾਂ ਕਿ ਉਹ ਆਪਣਾ ਆਪ ਜਿਹੜਾ ਆ ਉਹ ਸਾਂਭ ਸਕਣ। ਤਾਂ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ ਕਿ ਜਿਹੜੇ ਇੱਥੇ ਨੇ ਨਿਊਜ਼ੀਲੈਂਡ 'ਚ ਨੇ, ਖਾਸ ਕਰਕੇ ਜਿਨ੍ਹਾਂ ਦੇ ਵੀਜ਼ੇ ਅਟੈਚ ਸਨ ਆਪਣੀਆਂ ਜੌਬਸ ਨਾਲ, ਤੇ ਉਹਨਾਂ ਦੀਆਂ ਜੌਬਸ ਹੁਣ ਨਹੀਂ ਰਹੀਆਂ। COVID-19 ਕਰਕੇ, ਲੋਕਡਾਊਨ ਕਰਕੇ ਬਿਜ਼ਨਸ ਮੰਦੀ 'ਚ ਜਾ ਰਿਹਾ, ਤਾਂ ਬਹੁਤ ਸਾਰੇ ਬਿਜ਼ਨਸਿਸ ਜਿਹੜੇ ਉਹ ਬੰਦ ਹੋ ਚੁੱਕੇ ਆ। ਤਾਂ ਉਸ ਸਿਚੁਏਸ਼ਨ ਵਿੱਚ ਵਨਸ ਅਗੇਨ ਉਹ ਵਰਕਰ ਦਾ ਕੋਈ ਕਸੂਰ ਨਹੀਂ ਹੈ, ਸ਼ਾਇਦ EMPLOYER ਦਾ ਵੀ ਕਸੂਰ ਨਹੀਂ ਹੈ। ਕੁਝ ਇੱਕ EMPLOYERS ਨੇ ਧੱਕੇ ਨਾਲ ਫਾਇਰ ਵੀ ਕੀਤਾ, ਡਿਸਮਿਸ ਵੀ ਕੀਤਾ ਮਾਈਗ੍ਰੈਂਟ ਵਰਕਰਸ ਨੂੰ, ਪਰ ਸਾਰਿਆਂ ਨੇ ਨਹੀਂ। ਕਈਆਂ ਨੂੰ ਜੈਨੂਇਨਲੀ ਮਜਬੂਰੀ ਵਾਸਤੇ ਆਪਣੇ ਬਿਜ਼ਨਸ ਬੰਦ ਕਰਨੇ ਪਏ ਨੇ। ਸੋ ਉਸ ਹਾਲਾਤ ਵਿੱਚ ਵੀ ਉਹਨਾਂ ਨੂੰ ਐਮਰਜੈਂਸੀ ਬੈਨੀਫਿਟ ਦਿੱਤੇ ਜਾਣ, ਪਲੱਸ ਉਹਨਾਂ ਦੇ ਵੀਜ਼ੇ ਜਿਹੜੇ ਓਪਨ ਕੀਤੇ ਜਾਣ ਤਾਂ ਕਿ ਉਹ ਹੋਰ ਕਿਤੇ ਕੰਮ ਲੱਭ ਸਕਣ ਇੱਥੇ ਅਨਲੌਫਲੀ। ਕਿਉਂਕਿ ਅਗਰ ਉਹ ਫਰਜ਼ ਕਰੋ ਕੱਲ ਸਵੇਰ ਨੂੰ ਉਹ ਜਹਾਜ਼ ਫੜ ਕੇ ਆਪਣੇ ਦੇਸ਼ ਵਾਪਸ ਜਾਣਾ ਚਾਹੁਣ, ਨਹੀਂ ਜਾ ਸਕਦੇ ਕਿਉਂਕਿ ਬਾਰਡਰ ਬੰਦ ਨੇ। ਨਾਰਮਲ ਜਿਹੜੀਆਂ ਫਲਾਈਟਸ ਨੇ ਉਹ ਨਹੀਂ ਚੱਲ ਰਹੀਆਂ। ਕੋਈ ਚਾਰਟਰ ਫਲਾਈਟ ਖਾਸ ਮਤਲਬ 10-20 ਗੁਣਾ ਵੱਧ ਟਿਕਟ ਕਿੱਥੋਂ ਕੋਈ ਖਰੀਦੂਗਾ ਜਿਹੜਾ ਪਹਿਲਾਂ ਹੀ ਇੱਕ ਗਰੀਬ ਇਨਸਾਨ ਹੈ ਔਰ ਉਹਦੀ ਜੌਬ ਨਹੀਂ ਰਹੀ। ਸੋ ਇਹ ਜਿਹੜੀਆਂ ਸਾਡੇ ਮੁਤਾਬਿਕ ਬੜੀਆਂ ਛੋਟੀਆਂ ਮੰਗਾਂ ਨੇ, ਇਹਦੇ ਚ ਕੁਝ ਵੱਡਾ ਨਹੀਂ ਹੈ ਕਿਉਂਕਿ ਇਹ ਬਾਰ-ਬਾਰ ਅਸੀਂ $30 ਮਿਲੀਅਨ ਸਿਵਲ ਡਿਫੈਂਸ ਨੂੰ ਦਿੱਤਾ। ਹੁਣ ਫਿਰ ਪਿਛਲੇ ਹਫਤੇ ਵਿੰਸਟਨ ਪੀਟਰ ਦੀ ਅਨਾਉਂਸਮੈਂਟ ਸੀਗੀ ਕਿ ਪਤਾ ਨਹੀਂ ਕਿੰਨੇ $1 ਮਿਲੀਅਨ ਸੀਗਾ ਕਿ ਉਹ ਸਪੋਰਟ ਪੈਕੇਜ ਅਨਾਉਂਸ ਕੀਤਾ ਗਿਆ ਟੈਂਪਰੇਰੀ ਮਾਈਗ੍ਰੈਂਟਸ ਲਈ। ਤਾਂ ਉਹਨੂੰ ਐਕਸੀਕਿਊਟ ਕਿਸ ਤਰ੍ਹਾਂ ਕਰਨਾ ਉਹ ਹਲੇ ਇਹਨਾਂ ਨੇ ਦੱਸਿਆ ਨਹੀਂ ਹੈ। ਉਹਦੇ ਨਾਲ ਕੋਈ ਕੰਡੀਸ਼ਨ ਵੀ ਅਟੈਚ ਸੀਗੀਆਂ ਮੈਂ ਹਾਂ ਕਿ 3 ਮਹੀਨਿਆਂ ਲਈ, ਉਸ ਤੋਂ ਬਾਅਦ ਤੁਹਾਨੂੰ ਮਤਲਬ ਛੱਡ ਕੇ ਜਾਣਾ ਪਏਗਾ ਅਗਰ ਤੁਸੀਂ ਸੈਲਫ ਸਫੀਸ਼ੀਐਂਟ ਨਹੀਂ ਹੋ ਸਕਦੇ। ਤਾਂ ਮਤਲਬ ਕਿ ਤੁਹਾਨੂੰ ਇੱਥੋਂ ਕੱਢਣ ਲਈ ਪੈਸੇ ਦਿੱਤੇ ਜਾ ਰਹੇ, ਸਪੋਰਟ ਪੈਕੇਜ ਦਿੱਤਾ ਜਾ ਰਿਹਾ ਤੁਹਾਨੂੰ ਇੱਥੋਂ ਕੱਢਣ ਵਾਸਤੇ, ਜਿਵੇਂ ਕਿਸਾਨਾਂ ਨੂੰ ਕੱਢਣ ਵਾਸਤੇ। ਹਾਂਜੀ ਹਾਂ। ਤਾਂ ਉਹਦੇ ਵਿੱਚ ਉਹ ਕੋਈ NGO ਕੋਈ ਅਪੁਆਇੰਟ ਕੀਤੀ ਜਾਏਗੀ ਉਹ ਸਾਰੇ ਚੀਜ਼ ਨੂੰ ਐਕਸੀਕਿਊਟ ਕਰਨ ਲਈ। ਔਰ ਉਹ ਇਹ ਵੀ ਕਿਹਾ ਗਿਆ ਕਿ ਉਹ ਫਾਈਨੈਂਸ਼ੀਅਲ ਹੈਲਪ ਨਹੀਂ ਹੋਏਗੀ। ਖਾਣਾ ਫ੍ਰੀ ਫੂਡ ਦਿੱਤਾ ਜਾਏਗਾ, ਫ੍ਰੀ ਮੈਡੀਸਿਨਸ, ਫ੍ਰੀ ਘਰ ਦੀਆਂ ਚੀਜ਼ਾਂ ਵਸਤਾਂ। ਮਤਲਬ ਜਿਹੜੇ ਇੱਥੇ 5-5, 10-10 ਸਾਲ ਤੋਂ ਰਹਿ ਰਹੇ ਨੇ, ਓਬਵੀਅਸਲੀ ਉਹਨਾਂ ਕੋਲ ਕਿਰਾਏ ਦੇ ਘਰ ਹੈਗੇ ਨੇ, ਘਰ 'ਚ ਸਮਾਨ ਵੀ ਹੈਗਾ ਆ।
ਉਹਨਾਂ ਨੂੰ ਉਹ ਨਹੀਂ ਚਾਹੀਦਾ। ਹਾਂ, ਉਹਨਾਂ ਨੂੰ ਜਿਹੜੇ ਕਿਸੇ ਘਰ 'ਚ ਰਹਿੰਦੇ ਨੇ ਉਹਦਾ ਕਿਰਾਇਆ ਪੇ ਕਰਨ ਲਈ ਪੈਸੇ ਚਾਹੀਦੇ ਨੇ। ਬਿਲਕੁਲ। ਸੋ ਉਹਨਾਂ ਨੂੰ ਬੈਨੀਫਿਟਸ ਦਿਓ। ਫ੍ਰੀ ਖਾਣਾ ਜਿਹੜਾ ਆ ਉਹ ਹੋਰ ਬਹੁਤ ਸਾਰੇ ਆਕਲੈਂਡ ਸਿਟੀ ਮਿਸ਼ਨ ਦੇ ਸੂਪ ਕਿਚਨਸ ਹੈਗੇ ਨੇ, ਕਈ ਸਾਰੀਆਂ ਸੰਸਥਾਵਾਂ ਨੇ ਫ੍ਰੀ ਫੂਡ ਡਰਾਈਵ ਕੀਤੀਆਂ, ਉਹ ਵੀ ਸ਼ਾਇਦ ਹੁਣ ਬੰਦ ਹੋ ਗਈਆਂ ਨੇ, ਮੈਨੂੰ ਪਤਾ ਨਹੀਂ। ਮਤਲਬ ਹੋਰ ਸਾਧਨ ਹੈਗੇ ਨੇ, ਹੋਰ ਸੰਸਥਾਵਾਂ ਹੈਗੀਆਂ ਨੇ ਉਹ ਕੁਛ ਕਰਨ ਲਈ। ਜਿਸ ਤਰ੍ਹਾਂ ਤੁਸੀਂ ਬਾਕੀ ਇਨਸਾਨਾਂ ਨੂੰ ਇੱਥੇ ਜਿਹੜੇ ਅਨਇੰਪਲੋਇਡ ਨੇ ਬੈਨੀਫਿਟ ਦਿੰਦੇ ਹੋ, ਮਾਈਗ੍ਰੈਂਟਸ ਜਿਹੜੇ ਨੇ ਟੈਂਪਰੇਰੀ ਮਾਈਗ੍ਰੈਂਟ, ਉਹਨਾਂ ਨੂੰ ਵੀ ਇਨਸਾਨ ਸਮਝੋ। ਅਸੀਂ ਇੰਨਾ ਕੁ ਕਹਿ ਰਹੇ ਹਾਂ, ਇੱਕ ਗੈਰਤਮੰਦ ਤਰੀਕੇ ਨਾਲ ਉਹ ਇਹ ਸਾਰਾ ਕੁਛ ਹੈ ਜਿਹੜਾ ਅਵੇਲ ਕਰ ਸਕਣ, ਰਾਦਰ ਦੈਨ ਕਿ ਉਹਨਾਂ ਨੂੰ ਫ੍ਰੀ ਹੈਂਡ ਆਊਟਸ ਇੱਥੇ ਥੋੜਾ ਜਿਹਾ ਦੇ ਦਿੱਤਾ, ਉੱਥੇ ਥੋੜਾ ਜਿਹਾ ਦੇ ਦਿੱਤਾ। ਇਹ ਸਾਰਾ ਸਿਲਸਿਲਾ ਜਿਹੜਾ ਬੰਦ ਕੀਤਾ ਜਾਵੇ, ਪ੍ਰੋਪਰਲੀ ਇਹ ਕੰਮ ਕੀਤਾ ਜਾਵੇ। ਤੋ ਇਸੇ ਸੰਦਰਭ ਵਿੱਚ ਪਿਛਲੇ ਸਨੀਚਰਵਾਰ ਮਾਈਗ੍ਰੈਂਟ ਲਾਈਵਸ ਮੈਟਰ ਬੈਨਰ ਦੇ ਤਹਿਤ ਇੱਕ ਪਬਲਿਕ ਮੀਟਿੰਗ ਕੀਤੀ ਗਈ ਮਾਊਂਟ ਈਡਨ ਵਾਰ ਮੈਮੋਰੀਅਲ ਹਾਲ ਵਿਖੇ। ਕੋਈ 100-125 ਦੇ ਕਰੀਬ ਅਟੈਂਡੀ ਸਨ, ਔਰ ਇਸ ਮੀਟਿੰਗ ਦਾ ਮਕਸਦ ਇਹ ਸੀ ਕਿ ਜਿਹੜੇ ਮਾਈਗ੍ਰੈਂਟਸ ਇਸ ਵਕਤ ਪੀੜਤ ਨੇ ਇੱਥੇ ਨਿਊਜ਼ੀਲੈਂਡ ਵਿੱਚ, ਨਿਊਜ਼ੀਲੈਂਡ ਤੋਂ ਬਾਹਰ ਵੀ, ਉਹਨਾਂ ਦੀ ਸੁਣਵਾਈ ਹੋਵੇ, ਉਹਨਾਂ ਦੀ ਗੱਲਬਾਤ ਸੁਣੀ ਜਾਵੇ। ਤਾਂ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਅੱਗੇ ਦੀ ਕੋਈ ਯੋਜਨਾ ਜਿਹੜੀ ਹੈ ਤਿਆਰ ਕੀਤੀ ਜਾਵੇ ਕਿ ਇਹ ਸਾਰੇ ਮਸਲੇ ਨੂੰ ਕਿਸ ਤਰ੍ਹਾਂ ਸੁਲਝਾਉਣਾ ਹੈ, ਕੀ ਸਾਡੀਆਂ ਮੰਗਾਂ ਹੋਣ, ਇਨਸਾਫ ਕਿਸ ਤਰ੍ਹਾਂ ਮਿਲੇ, ਔਰ ਇਨਸਾਫ ਦੀ ਜਿਹੜੀ ਉਹ ਰੂਪ ਰੇਖਾ ਉਹ ਕਿਸ ਤਰ੍ਹਾਂ ਦੀ ਹੋਵੇ। ਤੋ ਉਸ ਦਿਨ ਸਾਡੇ ਨਾਲ ਸੰਸਥਾਵਾਂ, ਸਪੋਰਟਿੰਗ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਹੈਗੀਆਂ ਸੀ, ਯੂਨਾਈਟ ਯੂਨੀਅਨ ਕੈਥਲਿਕ ਚਰਚ ਜਿਹੜਾ ਉੱਥੋਂ ਵੀ ਬੁਲਾਰੇ ਸਨ, ਤੋ ਸੋਸ਼ਲਿਸਟ ਔਤਿਰੋਆ। ਤੋ ਇਹ ਜਿਹੜੀਆਂ ਮੈਂ ਇੱਥੇ ਥੋੜ੍ਹਾ ਜਿਹਾ ਵੀ ਕਲੀਅਰ ਕਰ ਦਿੰਦੀ ਹਾਂ ਕਿ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਅਸੀਂ ਹਮੇਸ਼ਾ ਬੜੇ ਸਿਲੈਕਟਿਵ ਹੁੰਦੇ ਹਾਂ ਕਿ ਅਸੀਂ ਕਿਹਨਾਂ ਨਾਲ ਮਿਲ ਕੇ ਕੰਮ ਕਰਦੇ ਹਾਂ, ਕਿਉਂਕਿ ਸਾਡੇ ਲਈ ਇਹ ਇੱਕ ਬਹੁਤ ਮੇਰਾ ਖਿਆਲ ਹੈ ਅਹਿਮ ਗੱਲ ਹੈ ਕਿ ਲਾਰਜਲੀ ਜਿਹੜੀਆਂ ਸੰਸਥਾਵਾਂ ਦਾ ਕੰਮ ਸਾਡੇ ਕੰਮਾਂ ਨਾਲ ਮਿਲਦਾ ਆ, ਜਿਨ੍ਹਾਂ ਦੇ ਉਸੂਲ ਜਾਂ ਆਊਟਲੁੱਕ ਵੇਵ ਲੈਂਥ ਸਾਡੇ ਨਾਲ ਮਿਲਦੀ ਹੈ, ਅਸੀਂ ਜਨਰਲੀ ਉਹਨਾਂ ਨਾਲ ਕੰਮ ਕਰਦੇ ਹਾਂ। ਸੋ ਇਹਦੇ ਵਿੱਚੋਂ ਕੁਝ ਇੱਕ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਅਸੀਂ ਬੀਤੇ ਸਮੇਂ 'ਚ ਕੰਮ ਕੀਤਾ ਹੈ, ਇਸ ਵਾਰੀ ਅਸੀਂ ਕੌਨਸ਼ੀਅਸਲੀ ਮੇਰਾ ਖਿਆਲ ਉਹਨਾਂ ਨੂੰ ਨਹੀਂ ਨਾਲ ਵਿੱਚ ਸ਼ਾਮਿਲ ਕੀਤਾ, ਕਿਉਂਕਿ ਮੈਂ ਕਾਰਨ ਵੀ ਦੱਸ ਦਿੰਦੀ ਹਾਂ, ਮੈਂ ਨਾਂ ਨਹੀਂ ਕਿਸੇ ਸੰਸਥਾ ਦੀ ਲਵਾਂਗੀ, ਮੈਂ ਕਾਰਨ ਦੱਸ ਦਿੰਦੀ ਹਾਂ ਕਿਉਂਕਿ ਉਹ ਸੰਸਥਾਵਾਂ ਸਿੱਧੇ ਰੂਪ ਵਿੱਚ ਲੇਬਰ ਪਾਰਟੀ ਨਾਲ ਅਫੀਲੀਏਟਡ ਨੇ ਜਾਂ ਉਹਨਾਂ ਦੇ ਬਹੁਤ ਨਜ਼ਦੀਕ ਨੇ। ਤੋ ਇਹ ਜਿਹੜੀ ਮੂਵਮੈਂਟ ਹੋਏਗੀ, ਕੈਂਪੇਨ ਹੋਏਗੀ, ਇਹ ਸਿੱਧੇ ਤੌਰ ਤੇ ਲੇਬਰ ਪਾਰਟੀ ਦੇ ਜਾਂ ਸਰਕਾਰ ਦੇ ਅਗੇਂਸਟ ਹੋਏਗੀ, ਉਹਨਾਂ ਦੇ ਖਿਲਾਫ ਹੋਏਗੀ। ਅਸੀਂ ਉਹਨਾਂ ਕੋਲੋਂ ਇਹ ਮੰਗਾਂ ਜਿਹੜੀਆਂ ਨੇ ਇਹ ਮਨਵਾਉਣਾ ਚਾਹੁੰਦੇ ਹਾਂ। ਤੋ ਜਿਹੜੀਆਂ ਸੰਸਥਾਵਾਂ ਸਰਕਾਰ ਦੇ ਕਲੋਜ਼ ਨੇ, ਜਾਂ ਤਾਂ ਉਹ ਇਹ ਪੋਜ਼ਿਟਿਵ ਰੋਲ ਅਦਾ ਕਰਨ ਕਿ ਉਹ ਸੁਣਵਾਈ ਕਰਨ, ਕੋਈ ਡੈਲੀਗੇਸ਼ਨ ਬਣੇ ਉੱਥੋਂ ਤੱਕ, ਜਿਹੜੇ ਮਾਈਗ੍ਰੈਂਟ ਪੀੜਤ ਨੇ ਉਹਨਾਂ ਨੂੰ ਉੱਥੋਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ, ਪਰ ਉਹ ਵੀ ਨਹੀਂ ਨਜ਼ਰ ਆ ਰਿਹਾ ਸਾਨੂੰ। ਉਹਨਾਂ ਚੋਂ ਤਾਂ ਕੁਝ ਇੱਕ ਖੁੱਲੇ ਤੌਰ ਤੇ ਕਹਿ ਰਹੇ ਨੇ ਕਿ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ ਇਸ ਵਕਤ ਕਿਸੇ ਨੂੰ ਵੀ, ਕਿਉਂਕਿ ਸਰਕਾਰ ਨੇ ਸੁਣਨੀ ਨਹੀਂ ਆ। ਤੋ ਉਹਦੇ ਤੋਂ ਫਿਰ ਉਹ ਸਿੱਧੇ ਸਾਨੂੰ ਇਸ਼ਾਰੇ ਮਿਲਦੇ ਨੇ ਕਿ ਉਹ ਸੰਸਥਾਵਾਂ ਸਰਕਾਰ ਦੇ ਹੱਕ ਵਿੱਚ ਹੀ ਭੁਗਤ ਰਹੀਆਂ ਨੇ ਔਰ ਆਉਂਦੇ ਸਮੇਂ 'ਚ ਵੀ ਭੁਗਤਣਗੀਆਂ। ਇਸ ਲਈ ਅਸੀਂ ਨਾ ਉਹਨਾਂ ਦਾ ਸਮਾਂ ਨਾ ਖਰਾਬ ਕਰੀਏ, ਆਪਣਾ ਵੀ ਸਮਾਂ ਬਰਬਾਦ ਨਾ ਕਰੀਏ। ਤੋ ਇਹੋ ਜਿਹੇ ਕੁਝ ਕਾਰਨ ਨੇ, ਕਿਉਂਕਿ ਹਾਂ ਪਬਲਿਕ ਡੋਮੇਨ 'ਚ ਸਾਰਾ ਕੁਝ ਹੈ, ਲੋਕਾਂ ਨੂੰ ਵੀ ਦਿਸਦਾ ਹੈ ਕਿ ਕੁਝ ਵਿਅਕਤੀ ਜਿਹੜੇ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਨਾਲ ਪਹਿਲਾਂ ਕੰਮ ਕਰਦੇ ਸੀਗੇ, ਹੁਣ ਉਹਨਾਂ ਨੂੰ ਸ਼ਾਇਦ ਮਹਿਸੂਸ ਹੋ ਰਿਹਾ ਕਿ ਉਹਨਾਂ ਨੂੰ ਐਕਸਕਲੂਡ ਕੀਤਾ ਗਿਆ। ਸੋ ਇਹਦੇ ਵਿੱਚ ਮੂਵਮੈਂਟਸ 'ਚ ਵੈਸੇ ਵੀ ਵਿਅਕਤੀਗਤ ਕੁਝ ਨਹੀਂ ਹੁੰਦਾ, ਉਹ ਇੱਕ ਮੂਵਮੈਂਟ ਹੁੰਦੀ ਹੈ ਔਰ ਉਹਦੇ ਮੂਵਮੈਂਟ ਦੇ ਆਪਣੀਆਂ ਡਿਮਾਂਡਸ ਹੁੰਦੀਆਂ ਨੇ ਔਰ ਮੂਵਮੈਂਟਸ ਦੇ ਆਪਣੇ ਜਿਹੜੇ ਉਹ ਮੰਤਵ, ਮਕਸਦ ਜਾਂ ਟੁੱਟ ਭੱਜ ਵੀ ਹੁੰਦੀ ਹੈ, ਜਿਹੜੀ ਕਿ ਉਹਦੇ 'ਚ ਕੋਈ ਸਾਨੂੰ ਕੋਈ ਨੁਕਸਾਨ ਵਾਲੀ ਗੱਲ ਨਹੀਂ ਲੱਗਦੀ, ਉਹਦੇ 'ਚੋਂ ਇੱਕ ਵਿਕਾਸ ਨਿਕਲਦਾ ਹੁੰਦਾ ਹਮੇਸ਼ਾ। ਤੋ ਇਹ ਮੀਟਿੰਗ ਸਾਡੇ ਹਿਸਾਬ ਨਾਲ ਤਾਂ ਸਕਸੈਸਫੁਲ ਰਹੀ। ਤੋ ਉਹਦੇ ਵਿੱਚੋਂ ਜਿਹੜੇ ਲੋਕ ਵਿੱਚ ਸ਼ਾਮਲ ਸਨ, ਕਾਫੀ ਸਾਰਿਆਂ ਨੇ ਆਪਣੀ ਗੱਲਬਾਤ ਸ਼ੇਅਰ ਕੀਤੀ ਔਰ ਜਿਹੜੇ ਨੌਜਵਾਨ ਤਬਕਾ ਸੀਗਾ ਉਹਨਾਂ ਦਾ ਮੇਨ ਇਹ ਸੀਗਾ ਕਿ ਉਹ ਪ੍ਰੋਟੈਸਟ ਕਰਨਾ ਚਾਹੁੰਦੇ ਨੇ, ਉਹ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਨੇ ਪ੍ਰੋਟੈਸਟ ਦੇ ਰਾਹੀਂ। ਤੋ ਆਉਂਦੇ ਸਮੇਂ 'ਚ ਸਾਡੀ ਕੋਸ਼ਿਸ਼ ਹੈ ਕਿ ਅਗਰ ਇਹਦੇ 'ਚ ਇਨਫ ਲੋਕ ਜਿਹੜਾ ਮੋਮੈਂਟਮ ਇਨਫ ਬਣਦਾ ਤਾਂ ਹੀ ਫਾਇਦਾ ਹੋਏਗਾ, ਕਿਉਂਕਿ ਉਸ ਦਿਨ ਮੀਟਿੰਗ 'ਚ 100-125 ਬੰਦਾ ਆਇਆ। ਤੋ 100-125 ਬੰਦੇ ਨਾਲ ਪ੍ਰੋਟੈਸਟ ਕਰਨ ਦਾ ਮੇਰਾ ਖਿਆਲ ਕੋਈ ਮਤਲਬ ਨਹੀਂ ਬਣਦਾ, ਹਜ਼ਾਰਾਂ ਦੀ ਗਿਣਤੀ 'ਚ ਸੜਕਾਂ ਤੇ ਆਉਣਾ ਪਏਗਾ। ਅਦਰਵਾਈਜ਼ ਮੈਨੂੰ ਲੱਗਦਾ ਕਿ ਉਹ
ਹਾਂ ਕੀਤਾ ਜਾ ਸਕਦਾ ਫਿਰ ਵੀ, ਪਰ ਉਹਦਾ ਜਿਹੜਾ ਅਸਰ ਹੈ ਸ਼ਾਇਦ ਉਨਾ ਨਾ ਹੋਵੇ। ਤੋ ਆਉਂਦੇ ਵੀਰਵਾਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਮੀਟਿੰਗ ਅਗਲੀ ਰੱਖਾਂਗੇ ਜਿਹਦੇ 'ਚ ਕਿ ਇੱਕ ਬਕਾਇਦਾ ਆਰਗੇਨਾਈਜ਼ ਪਲਾਨ ਕੀਤਾ ਜਾਊਗਾ ਕਿ ਸਾਡਾ ਪਹਿਲਾ ਇਵੈਂਟ ਕੀ ਹੋਊਗਾ। ਤੋ ਉਹ ਜਲਦੀ ਅਸੀਂ ਉਹ ਵੀ ਜਨਤਕ ਕਰ ਦੇਵਾਂਗੇ। ਔਰ ਜਿਹੜੇ ਲੋਕਾਂ ਨੇ ਇਹ ਸਨੀਚਰਵਾਰ ਵਾਲੀ ਮੀਟਿੰਗ ਅਟੈਂਡ ਕੀਤੀ ਤੋ ਉਹਨਾਂ ਨੂੰ ਅਸੀਂ ਜ਼ਰੂਰ ਇਨਵਾਈਟ ਕਰਾਂਗੇ। ਜਿਹੜੀ ਹੁਣ ਅਗਲੀ ਸਾਡੀ ਮੀਟਿੰਗ ਹੋਊਗੀ ਉਹ ਪਬਲਿਕ ਮੀਟਿੰਗ ਨਹੀਂ ਹੋਊਗੀ। ਜਿਹੜੇ ਲੋਕ ਸਨੀਚਰਵਾਰ ਉੱਥੇ ਆਏ ਸਨ ਉਹਨਾਂ ਨੂੰ ਸ਼ਾਮਿਲ ਕੀਤਾ ਜਾਊਗਾ, ਕਿਉਂਕਿ ਹਾਂ ਉਹਨਾਂ ਨੇ ਓਬਵੀਅਸਲੀ ਸੀਰੀਅਸਨੈਸ ਦਿਖਾਈ ਹੈ, ਸੰਜੀਦਗੀ ਦਿਖਾਈ ਹੈ, ਉਹਨਾਂ ਨੂੰ ਇਹ ਇੰਪੋਰਟੈਂਟ ਲੱਗਿਆ ਕਿ ਇਹਦੇ 'ਚ ਸ਼ਾਮਿਲ ਹੋਣਾ ਚਾਹੀਦਾ। ਸੋ ਅਸੀਂ ਉਹਨਾਂ ਨੂੰ ਨਾਲ ਲੈ ਕੇ ਅੱਗੇ ਹੁਣ ਤੁਰਾਂਗੇ। ਤੋ ਹਾਂਜੀ, ਜਿਹੜਾ ਵੀ ਕੋਈ ਪਬਲਿਕ ਇਵੈਂਟ ਹੋਏਗਾ ਉਹ ਵੀ ਅਸੀਂ ਆਪਣੇ ਫੇਸਬੁੱਕ ਪੇਜ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਤੋਂ ਸ਼ੇਅਰ ਕਰਦੇ ਰਵਾਂਗੇ। ਤੋ ਆਉਣ ਵਾਲੇ ਸਮੇਂ 'ਚ ਹਾਂ ਦੇਖਾਂਗੇ ਕਿ ਕੀ ਬਣਦਾ ਆ, ਕਿਉਂਕਿ ਜਿਹੜੀਆਂ ਮੂਵਮੈਂਟਸ ਨੇ ਹਾਂ ਇਨਫਿਲਟ੍ਰੇਸ਼ਨ ਵੀ ਹੁੰਦੀ ਹੈ, ਕਈ ਕੁਛ ਹੁੰਦਾ ਹੈ, ਤਾਂ ਉਹ ਵੀ ਸਾਰਾ ਕੁਛ ਦੇਖ ਕੇ ਚੱਲਣਾ ਪਏਗਾ ਸਾਨੂੰ। ਔਰ ਜਿਹੜੇ ਖੁਦ ਪੀੜਤ ਨੇ, ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜੇ ਪੀੜਤ ਨੇ ਉਹਨਾਂ ਦੀ ਆਵਾਜ਼ ਬੁਲੰਦ ਹੋਵੇ ਔਰ ਉਹ ਕੀ ਕਰਨਾ ਚਾਹੁੰਦੇ ਨੇ, ਕਿਸ ਤਰ੍ਹਾਂ ਕਰਨਾ ਚਾਹੁੰਦੇ ਨੇ, ਇੰਪੋਰਟੈਂਟ ਇਹ ਹੈ ਰਾਦਰ ਦੈਨ ਕਿ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਕੀ ਕਰਨਾ ਚਾਹੁੰਦੀ ਹੈ ਜਾਂ ਹੋਰ ਕੋਈ ਸੰਸਥਾ ਕੀ ਕਰਨਾ ਚਾਹੁੰਦੀ ਹੈ। ਅਸੀਂ ਇਜਾਜ਼ਤ ਲੈਂਦੇ ਹਾਂ, ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਜੀ। ਤੋ ਇਸ ਤਰ੍ਹਾਂ ਹੀ ਤੁਸੀਂ ਅਗਲੇ ਸੋਮਵਾਰ ਵੀ ਸਾਡਾ ਸਾਥ ਦੇਣਾ ਪਲੈਨਟ 104.6 FM ਤੇ। ਅਲਵਿਦਾ। ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ, ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ, ਸਾਡੇ ਪਿੜ ਵਿੱਚ, ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ ਨੀ ਮੇਰੀਏ ਜਵਾਨ ਕਣਕੇ, ਕੱਲ ਸ਼ਾਹਾਂ ਦੇ ਗੁਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ, ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ, ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ, ਓ ਮੇਰੇ ਬੇਜ਼ੁਬਾਨ ਟੱਗਿਆ ਗਲ ਲੱਗ ਕੇ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ, ਉਹ ਸਾਡਾ ਕੁੱਟੀ ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ, ਬੋਲੇ ਬੀਜ ਦੀ ਤਕਾਵੀ ਬਹੀ ਅੰਦਰੋਂ ਬਈ ਬੋਲ ਨੂੰ ਕੰਗੂਰਾ ਮਾਰ ਕੇ, ਸਾਨੂੰ ਬਿਜਲੀ ਝੰਜੋੜਾ ਏ ਨਾ ਮਾਰਿਆ, ਸਾਨੂੰ ਬਿਜਲੀ ਝੰਜੋੜਾ ਏ ਨਾ ਮਾਰਿਆ ਕੇ, ਸੱਦਰਾਂ ਨੂੰ ਲਾਂਬੂ ਲੱਗਿਆ ਲਿਆ ਤੰਗਲੀ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ, ਧੀਏ ਕਿਹੜੇ ਨੀ ਪੜੋਲੇ ਵਿੱਚ ਡੱਕਲਾ, ਧੀਏ ਕਿਹੜੇ ਨੀ, ਧੀਏ ਕਿਹੜੇ ਨੀ ਪੜੋਲੇ ਵਿੱਚ ਡੱਕਲਾ, ਮੈਂ ਤੇਰੀਆਂ ਜਵਾਨ ਸੱਦਰਾਂ, ਵੱਡ ਖਾਣੀਆਂ ਸੱਸਾਂ ਦਾ ਰੂਪ ਤਾਰਿਆ ਹੈ ਸਾਡੀਆਂ ਸਮਾਜੀ ਕਦਰਾਂ,